ਅੱਜ ਦਾ ਵਿਸ਼ਾ ਬੜਾ ਅਹਿਮ ਵਿਸ਼ਾ ਹੈ ਤੇ ਬੜਾ ਵੱਖਰਾ ਜਿਹਾ ਵਿਸ਼ਾ ਹੈ। ਕਿੱਥੇ ਹੈ ਜਾਂ ਕਿੱਥੇ ਗਵਾਚ ਗਈ ਭਾਈ ਲਾਲੋ ਦੀ ਕੋਧਰੇ ਦੀ ਰੋਟੀ? ਕਿੱਥੇ ਚਲਾ ਗਿਆ ਕੋਧਰਾ? ਕੋਧਰੇ ਦੀ ਫਸਲ, ਕੋਧਰੇ ਦਾ ਅਨਾਜ ਕਿੱਥੇ ਆ? ਕਿਉਂ ਨਹੀਂ ਲੱਭਦਾ? ਕੀ ਇੰਪੋਰਟੈਂਸ ਹੈ ਕੋਧਰੇ ਦੀ ਇਨ ਕੰਪੈਰੀਜ਼ਨ ਵਿਦ, ਜੇ ਅਸੀਂ ਆਪਣਾ ਕਣਕ ਦੀ ਗੱਲ ਕਰਦੇ ਹਾਂ, ਉਹਨੂੰ ਕਣਕ ਦੇ ਜੇ ਕੰਪੈਰੇਟਿਵਲੀ ਦੇਖੀਏ ਤੇ ਕੋਧਰਾ ਜਿਹੜਾ ਕਿਉਂ ਅਹਿਮ ਹੈ, ਇਹ ਅੱਜ ਆਪਾਂ ਜਿਹੜੇ ਸਾਡੇ ਨਾਲ ਸਤਿਕਾਰਤ ਗੈਸਟ ਨੇ ਇਹਨਾਂ ਤੋਂ ਜਾਣਨਾ ਹੈ, ਕਿਉਂਕਿ ਇਹਨਾਂ ਦਾ ਫੀਲਡ ਹੈ। ਵਿਸ਼ਾ ਸ਼ੁਰੂ ਕਰਨ ਤੋਂ ਪਹਿਲਾਂ ਜਿੱਥੇ ਅਸੀਂ ਕੋਧਰੇ ਬਾਰੇ ਜਾਣਨਾ ਹੈ, ਉੱਥੇ ਜਿਵੇਂ ਏਜੰਸੀਆਂ ਅਨਾਜ ਰਾਹੀਂ ਅਲੱਗ-ਅਲੱਗ ਵਿਧੀਆਂ ਰਾਹੀਂ ਸਾਡੇ ਅੰਦਰ ਘੁਸਪੈਠ ਕਰਨ ਨੂੰ ਹਮੇਸ਼ਾ ਤਤਪਰ ਰਹਿੰਦੀਆਂ ਨੇ, ਮੈਨੂੰ ਪਤਾ ਲੱਗਾ ਕਿ ਇਸ ਵਿਧੀ ਪ੍ਰਣਾਲੀ ਰਾਹੀਂ ਵੀ ਇੱਕ ਐਸੀ ਹੀ ਵਿਧੀ ਪ੍ਰਣਾਲੀ ਰਾਹੀਂ ਜੋ ਕਿ ਨੈਚੁਰਲ ਖੇਤੀ ਦੇ ਨਾਮ ਹੇਠ ਸਾਡੇ ਅੰਦਰ ਜੋ ਸੰਘ ਪਰਿਵਾਰ ਹੈ, ਜਾਂ ਜਿਹਨੂੰ ਅਸੀਂ RSS ਕਹਿ ਦਿੰਦੇ ਹਾਂ, ਜਾਂ ਜਿਹਨੂੰ ਪੋਲੀਟੀਕਲ ਬਾਡੀ 'ਚ ਵੇਖੀਏ ਤੇ BJP ਕਹਿ ਦਿੰਦੇ ਹਾਂ, ਉਹਨਾਂ ਵੀ ਆਪਣਾ ਦਾਰੋ ਮਦਾਰ ਸਾਡੇ ਅੰਦਰ ਖੜਾ ਕੀਤਾ ਹੈ। ਚਿਹਰੇ ਸਾਡੇ ਵਰਗੇ ਹੁੰਦੇ ਨੇ, ਗੱਲਾਂ ਵੀ ਸਾਡੇ ਵਰਗੀਆਂ ਕਰਦੇ ਨੇ। ਜਿੱਥੇ ਅਸੀਂ ਹਮੇਸ਼ਾ ਇਸ ਪਲੇਟਫਾਰਮ ਤੋਂ ਸਾਂਝ ਪਾਉਂਦੇ ਹਾਂ ਵੀ ਕਿਵੇਂ ਜਦੋਂ ਸ਼ੰਕਰਾਚਾਰੀਆ ਨੂੰ ਪੜ੍ਹਦੇ ਹਾਂ ਤੇ ਸ਼ੰਕਰਾਚਾਰੀਆ ਦਾ ਸਿਧਾਂਤ ਹੈ ਵੀ ਪਹਿਲੇ ਸ਼ਾਸਤਰ ਸੇ ਮਾਰੋ, ਅਗਰ ਬਚ ਗਏ ਤਾਂ ਸ਼ਸਤਰ ਸੇ ਮਾਰੋ। ਮਿਲਾਨ ਕੁੰਦਰਾ ਵਰਗਾ ਜਿਹੜਾ ਚੈਕ ਰਿਪਬਲਿਕ ਦਾ ਪ੍ਰੋ ਕਮਿਊਨਿਸਟ ਸੀ, ਉਹਨੂੰ ਵੀ ਲਿਖਣਾ ਪੈ ਗਿਆ ਵੀ ਜਦੋਂ ਵੀ ਕਿਸੇ ਕੌਮ ਨੂੰ ਖਤਮ ਕਰਨਾ ਹੋਵੇ, ਉਹਦੇ ਸੱਭਿਆਚਾਰ, ਉਹਦਾ ਇਤਿਹਾਸਕ, ਉਹਦਾ ਆਦਰਸ਼ਕ ਸਰੋਤ ਖਤਮ ਕਰ ਦਿਓ, ਕੌਮ ਖਤਮ ਹੋ ਜਾਏਗੀ। ਸ਼ਾਸਤਰ ਰਾਹੀਂ ਸਾਨੂੰ ਗੁਰੂ ਗ੍ਰੰਥ ਦੇ ਬਰਾਬਰ ਤਰ੍ਹਾਂ ਤਰ੍ਹਾਂ ਦੇ ਗ੍ਰੰਥ ਖੜੇ ਕਰਕੇ ਮਾਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਨਾਨਕਸ਼ਾਹੀ ਕੈਲੰਡਰ ਦਾ ਕਤਲ, ਜਾਂ ਇਤਿਹਾਸ ਦੇ ਵਿੱਚ ਇੱਕ ਮਿਥਿਹਾਸ ਦਾ ਲੇਬਲ ਲਾ ਕੇ ਨਵਾਂ ਇਤਿਹਾਸ ਘੜਿਆ ਜਾ ਰਿਹਾ। ਇਹੋ ਮਿਲਾਨ ਕੁੰਦਰਾ ਕਹਿੰਦਾ, ਨਵਾਂ ਇਤਿਹਾਸ ਘੜ ਦਿਓ। ਜਿਵੇਂ ਬਾਬਾ ਬੰਦਾ ਸਿੰਘ ਬਹਾਦਰ ਨੂੰ ਵੀਰ ਬਰਾਗੀ ਬਣਾ ਕੇ ਪੇਸ਼ ਕਰ ਦਿਓ ਤੇ ਉਹਨੂੰ ਇੱਕ ਜਿਹੜਾ ਸੋ ਕਾਲਡ ਰਾਜਪੂਤਾਂ ਦਾ ਜਰਨੈਲ ਬਣਾ ਕੇ। ਜਦੋਂ ਗੱਲ ਅਸੀਂ ਕਰਦੇ ਹਾਂ ਸੱਭਿਆਚਾਰ ਦੀ, ਤੇ ਸੱਭਿਆਚਾਰ ਦਾ ਇੱਕ ਬੜਾ ਵੱਡਾ ਸਾਡੇ ਉੱਤੇ ਅਟੈਕ ਹੈ, ਭਾਵੇਂ ਉਹ ਬੋਲੀ ਦੇ ਰੂਪ 'ਚ ਹੋਵੇ, ਭਾਵੇਂ ਉਹ ਖਾਣੇ ਦੇ ਰੂਪ 'ਚ ਹੋਵੇ। ਸਿੱਖਾਂ ਨੂੰ ਅਜੇ ਤੱਕ ਇਹ ਨਹੀਂ ਪਤਾ ਲੱਗਾ ਵੀ ਇਹਨਾਂ ਨੇ ਖਾਣਾ ਕੀ ਹੈ, ਅਜੇ ਤੱਕ ਅਸੀਂ ਖਾਣੇ ਤੇ ਲੜੀ ਜਾਂਦੇ ਹਾਂ। ਸਾਹਿਤ ਜਿਹੜਾ ਵਾ, ਸਾਹਿਤ ਦੇ ਨਾਲ ਗੜਬੜ ਹੋ ਚੁੱਕੀ ਹੈ, ਸੱਭਿਆਚਾਰ ਵਿਗੜ ਚੁੱਕਾ ਹੈ। ਤੇ ਜਦੋਂ ਅਸੀਂ ਗੱਲ ਕਰਦੇ ਹਾਂ ਸ਼ਸਤਰ ਦੀ, ਤੇ ਸ਼ਸਤਰ ਅਸੀਂ ਜੇ 1947 ਤੋਂ ਸ਼ੁਰੂ ਕਰ ਲਈਏ, ਵੈਸੇ ਤੇ ਸ਼ੁਰੂ ਤੋਂ ਹੀ ਆਸਾ ਹੱਥ ਕਿਤਾਬ ਕਸ਼ ਕੂਜਾ ਬਾਂਗ ਮਸੱਲਾ ਧਾਰੀ, ਜਿਹੜੀ ਬਾਬੇ ਦੇ ਹੱਥ 'ਚ ਡਾਂਗ ਸੀ, ਉਹ ਡਾਂਗ ਗਾਂਹ ਜਾ ਕੇ ਕਿਰਪਾਨ ਦਾ ਰੂਪ ਲੈ ਲੈਂਦੀ ਹੈ। ਸ਼ਸਤਰ ਨਾਲ ਸਾਡਾ ਸ਼ੁਰੂ ਤੋਂ ਸੰਬੰਧ ਰਿਹਾ। ਸ਼ਸਤਰ ਦੇ ਨਾਲ ਅਸੀਂ ਆਪਣੇ ਆਪ ਨੂੰ ਡਿਫੈਂਸ ਵੀ ਕੀਤਾ, ਆਪਣੀ ਡਿਫੈਂਸ ਵੀ ਇਸ ਸ਼ਸਤਰ ਰਾਹੀਂ ਕੀਤੀ, ਤੇ ਇਹ ਸ਼ਸਤਰ ਤੇ ਵਾਰ ਵੀ ਚੱਲੇ ਅਸੀਂ ਆਪਣੇ ਆਪ ਤੇ। ਉਹ ਜੈਨੋਸਾਈਡ ਰੂਪ 'ਚ ਹੋਵੇ, ਭਾਵੇਂ ਉਹ ਦਿੱਲੀ ਦੀ ਗੱਲ ਕਰ ਲਓ ਤੁਸੀਂ, ਕਿਵੇਂ ਦਿੱਲੀ ਦੀਆਂ ਸੜਕਾਂ ਤੇ ਸਾਡੇ ਗਲਾਂ 'ਚ ਟਾਇਰ ਪਾਏ ਗਏ। ਸੋ ਸਾਨੂੰ ਹਰ ਪੱਖ ਤੋਂ ਮਾਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਕਿਸੇ ਪਾਕਿਸਤਾਨੀ ਹਿਸਟੋਰੀਅਨ ਨੇ ਇੱਕ ਸ਼ਬਦ ਮੈਂ ਬੜਾ ਚਿਰ ਪਹਿਲਾਂ ਵਰਤਿਆ ਸੀ ਆਪਣੇ ਸੈਮੀਨਾਰ ਦੇ ਦੌਰਾਨ, ਮੈਮੋਰੀਸਾਈਡ। ਇੱਕ ਤੇ ਹੁੰਦਾ ਜੈਨੋਸਾਈਡ, ਜਿਹੜਾ ਸਾਨੂੰ ਜੈਨੇਟਿਕਲੀ ਮਾਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਇੱਕ ਹੁੰਦਾ ਹੈ ਮੈਮੋਰੀਸਾਈਡ, ਜਿਹੜਾ ਸਾਨੂੰ ਯਾਦਾਸ਼ਤ ਦੇ ਤੌਰ ਤੇ ਮਾਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਤੇ ਆਹ ਜਿਹੜਾ ਇੱਕ ਨਵਾਂ ਤਰੀਕਾ ਵੀ ਤੁਹਾਡੀ ਜਿਹੜੀ ਬੀਜਣ ਦੀ ਵਿਧੀ, ਤੁਹਾਡੀ ਖਾਣ ਪੀਣ ਦੀ ਵਿਧੀ, ਜਿਹੜੀ ਕਿ ਗੁਰੂ ਸਾਹਿਬ ਨੇ ਵੀ ਸੰਕੇਤ ਦਿੱਤਾ ਵੀ ਗੁਲਾਮੀ ਦੀ ਨਿਸ਼ਾਨੀ ਕੀ ਹੁੰਦੀ ਹੈ, ਜਦੋਂ ਭਾਖਿਆ ਕਾ ਕੁੱਠਾ ਬੱਕਰਾ ਖਾਣਾ। ਜਦੋਂ ਤੁਸੀਂ ਕੁਸਤੰਦਾ ਕੋਇਆ ਹੋਇਆ ਇਸਲਾਮੀ ਤਰੀਕੇ ਨਾਲ ਮਾਸ ਖਾਣਾ ਸ਼ੁਰੂ ਕਰ ਦਿੱਤਾ, ਇਹ ਗੁਲਾਮੀ ਦੀ ਨਿਸ਼ਾਨੀ। ਨੀਲ ਬਸਤਰ ਪਹਿਰ ਹੋਵੇ ਪ੍ਰਾਨ, ਮਲੇਸ਼ ਧਾਨ ਲੈ ਪੂਜੇ ਪ੍ਰਾਨ। ਸੋ ਜਦੋਂ ਤੁਸੀਂ ਮਲੇਸ਼ ਧਾਨ ਲੈਣਾ ਸ਼ੁਰੂ ਕਰ ਦਿੱਤਾ, ਉਹਨਾਂ ਦੀ ਵਿਧੀ ਅਪਣਾ ਲਈ, ਉਹਨਾਂ ਦੀ ਪ੍ਰਣਾਲੀ ਅਪਣਾ ਲਈ, ਤੁਸੀਂ ਗੁਲਾਮ ਹੋ ਗਏ। ਸੋ ਅੱਜ ਅਸੀਂ ਜਿਸ ਵਿਸ਼ੇ ਤੇ ਗੱਲ ਕਰਨੀ ਹੈ, ਜਿਹੜਾ ਵਿਸ਼ਾ ਤੁਹਾਨੂੰ ਮੈਂ ਦੱਸ ਚੁੱਕਾ,
ਅੱਜ ਅਸੀਂ ਜਿੱਥੇ ਕੋਧਰੇ ਦੀ ਇੰਪੋਰਟੈਂਸ ਸਮਝਣੀ ਹੈ, ਨਾਲ ਅਸੀਂ ਵੀ ਦੇਖਣਾ ਹੈ ਕਿ ਸਾਡੇ ਅੰਦਰ ਜਿਹੜੇ ਘਰ ਕਰ ਚੁੱਕੇ ਨੇ, ਇਹੋ ਇਸੇ ਵਿਧੀ ਰਾਹੀਂ ਸਾਡੇ ਅੰਦਰ ਆਪਣੀ ਜਗ੍ਹਾ ਬਣਾਉਣ ਦੀ ਕੋਸ਼ਿਸ਼ ਕਰ ਰਹੇ ਨੇ। ਕੌਣ ਨੇ ਉਹ, ਕਿਵੇਂ ਕਰ ਰਹੇ ਨੇ? ਆਓ ਸਭ ਤੋਂ ਪਹਿਲਾਂ ਮੇਰੇ ਨਾਲ ਜੋ ਉਤਲੀ ਵਿੰਡੋ ਦੇ ਵਿੱਚ ਸਾਡੇ ਨਾਲ ਸਰਦਾਰ ਅਮਰਤਪਾਲ ਸਿੰਘ ਨੇ, ਤੇ ਹੇਠਲੀ ਵਿੰਡੋ ਦੇ ਵਿੱਚ ਸਰਦਾਰ ਜਗਦਰ ਸਿੰਘ ਨੇ। ਆਓ ਦੋਵੇਂ ਵੀਰਾਂ ਦੇ ਨਾਲ ਫਤਿਹ ਦੀ ਸਾਂਝ ਪਾਈਏ, ਤੇ ਫਿਰ ਮੈਂ ਪਹਿਲਾ ਸਵਾਲ ਲੈ ਕੇ ਜਾਵਾਂਗਾ ਸਰਦਾਰ ਅਮਰਤਪਾਲ ਸਿੰਘ ਨਾਲ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਕੀ ਫਤਿਹ ਜੀ। ਸਰਦਾਰ ਅਮਰਤਪਾਲ ਸਿੰਘ ਜੀ, ਸਭ ਤੋਂ ਪਹਿਲਾ ਸਵਾਲ ਤੁਹਾਡੇ ਵੱਲ ਮੇਰਾ ਜੀ। ਕੋਧਰਾ, ਤੁਸੀਂ ਗੱਲ ਕੋਧਰੇ ਦੀ ਕਰਦੇ ਜੇ, ਕੋਧਰੇ ਦੇ ਉੱਤੇ ਕੰਮ ਕਰਦੇ ਜੇ, ਫੀਲਡ 'ਚ ਵੀ ਵਿਚਰਦੇ ਜੇ। ਸਾਨੂੰ ਦੱਸੋ ਪਹਿਲਾਂ ਵੀ ਕੋਧਰੇ ਤੇ ਕਣਕ 'ਚ ਫਰਕ ਕੀ ਹੈ? ਕੀ ਬੁਨਿਆਦੀ ਫਰਕ ਹੈ ਕੋਧਰੇ ਤੇ ਕਣਕ ਦੇ ਅਨਾਜ ਦੇ ਵਿੱਚ? ਉਸ ਤੋਂ ਬਾਅਦ ਮੈਂ ਅਗਲਾ ਸਵਾਲ ਤੁਹਾਨੂੰ ਦੇਵਾਂਗਾ ਜੀ। ਹਾਂਜੀ, ਗੁਰੂ ਨਾਨਕ ਪਾਤਸ਼ਾਹ ਨੇ ਭਾਈ ਲਾਲੂ ਜੀ ਦੇ ਘਰੇ ਸਥਾਪਿਤ ਕੀਤੀ ਧਰਮਸਾਲ ਵਿੱਚ ਐਸੇ ਕੋਧਰੇ ਦੇ ਪ੍ਰਸ਼ਾਦੇ ਨੂੰ ਛਕਿਆ ਸੀ, ਅਤੇ ਇਸੇ ਕੋਧਰੇ ਦਾ ਲੰਗਰ ਆਰੰਭ ਕਰਕੇ ਮਲਕ ਭਾਗੋ ਦਾ ਹੰਕਾਰ ਅਤੇ ਚੌਧਰ ਦੀ ਅਭਿਮਾਨੀ ਸਭਤਾ ਨੂੰ ਭੰਨਿਆ ਸੀ, ਤੇ ਇਸ ਦਾ ਸਰਬਨਾਸ਼ ਕਰਕੇ ਨਾਨਕਸ਼ਾਹੀ ਬਦਲ ਸਥਾਪਿਤ ਕੀਤਾ ਸੀ ਜੀ। ਕੋਧਰਾ ਸਿੱਖੀ ਰਹਿਣੀ ਬਹਿਣੀ ਵਿੱਚ ਗੁਰਮਤ ਪ੍ਰਣਾਲੀ ਦੀ ਸਹਿਜਤਾ, ਸਭਿਅਤਾ, ਸਲੀਕਾ, ਕਿਰਤ, ਸੁਭਾਅ, ਸਿਹਤ, ਨਰੋਏ ਸਮਾਜ ਅਤੇ ਨਾਨਕਸ਼ਾਹੀ ਗੁਰਮਤ ਪ੍ਰਣਾਲੀ ਦੀ ਪ੍ਰਸ਼ਾਸਨਿਕ, ਰਾਜਸੀ ਅਤੇ ਪਰਿਵਾਰਿਕ ਬਣਤਰ ਦਾ ਆਰੰਭ ਹੈ। ਕੋਧਰੇ ਰਾਹੀਂ ਗੁਰੂ ਨਾਨਕ ਪਾਤਸ਼ਾਹ ਜੀ ਨੇ ਨਾਨਕ ਸਭਿਅਤਾ ਦੀ ਘਰਦਾਰੀ, ਕਿਰਦਾਰਦਾਰੀ, ਵਪਾਰਦਾਰੀ, ਸਮਾਜਦਾਰੀ, ਵਿਹਾਰਦਾਰੀ, ਪ੍ਰਧਾਈ ਭਾਵ ਅਤੇ ਨਰੋਈ ਸਮਝਦਾਰੀ ਸਥਾਪਿਤ ਕੀਤੀ। ਇਸ ਪਿੱਛੇ ਕੋਧਰਾ ਭਾਈ ਲਾਲੋ ਦੀ ਕਿਰਤ ਦੇ ਨਾਲ ਵੀ ਜੁੜਿਆ ਹੈ, ਕੋਧਰਾ ਕੁਦਰਤ ਦੇ ਨਾਲ ਵੀ ਜੁੜਿਆ ਹੈ ਜੀ, ਕੋਧਰਾ ਹੱਕ ਹਲਾਲ ਦੀ ਕਮਾਈ ਨਾਲ ਵੀ ਜੁੜਿਆ ਹੈ, ਤੇ ਕੋਧਰਾ ਪੰਜਾਬ ਦੇ ਪਾਣੀਆਂ ਦੇ ਮਸਲੇ ਨਾਲ ਕਿਵੇਂ ਹੱਲ ਹੁੰਦਾ ਹੈ, ਇਹਦੇ ਬਾਰੇ ਵੀ ਅਸੀਂ ਚਰਚਾ ਕਰਾਂਗੇ। ਸੋ ਕੋਧਰੇ ਰਾਹੀਂ ਅਸੀਂ ਦੁਨੀਆ ਦੇ ਜਿੰਨੇ ਗਲੋਬਲ ਇਸ਼ੂਜ਼ ਨੇ ਅਸੀਂ ਉਹਨੂੰ ਹੱਲ ਕਰ ਸਕਦੇ ਹਾਂ, ਭਾਵ ਨਾਨਕ ਦੇ ਗੁਰੂ ਨਾਨਕ ਪਾਤਸ਼ਾਹ ਦੇ ਪ੍ਰਸ਼ਾਦੇ ਰਾਹੀਂ ਤੇ ਗੁਰੂ ਨਾਨਕ ਪਾਤਸ਼ਾਹ ਦੀ ਬਾਣੀ ਰਾਹੀਂ। ਇਹ ਪਾਤਸ਼ਾਹ ਨੇ, ਅਗਰ ਗੁਰੂ ਨਾਨਕ ਪਾਤਸ਼ਾਹ ਨੇ 20 ਸਾਲ ਖੇਤੀ ਕੀਤੀ ਹੈ, ਮੈਨੂੰ ਅੱਜ ਤੱਕ ਕੋਈ ਐਸੀ ਕਿਤਾਬ ਨਹੀਂ ਮਿਲੀ ਜਿਹਦੇ ਵਿੱਚ ਗੁਰੂ ਨਾਨਕ ਪਾਤਸ਼ਾਹ ਦੀ ਖੇਤੀ ਦਾ ਇਕਨੋਮਿਕ ਐਂਗਲ ਕੀ ਹੈ, ਗੁਰੂ ਨਾਨਕ ਪਾਤਸ਼ਾਹ ਖੇਤੀ ਦਾ ਹੈਲਥ ਐਂਗਲ ਕੀ ਹੈ, ਉਹਦਾ ਐਨਵਾਇਰਨਮੈਂਟ ਐਂਗਲ ਕੀ ਹੈ, ਉਹਦਾ ਇਕੋਲੋਜੀਕਲ ਐਂਗਲ ਕੀ ਹੈ, ਤੇ ਬ੍ਰਹਮੰਡੀ ਸੋਚ ਦੇ ਵਿੱਚ ਜਾ ਕੇ ਯੂਨੀਵਰਸਲ ਮੈਸੇਜ ਕੀ ਹੈਗਾ। ਇਹ ਦਰਦ ਲੈ ਕੇ ਅਸੀਂ ਪ੍ਰਸ਼ਨ ਲੈ ਕੇ ਜੂਝਦੇ ਪਏ ਸੀ, ਤੇ ਕੁਝ ਸਾਨੂੰ ਹੱਲ ਮਿਲੇ ਨੇ, ਤੇ ਉਹ ਵਲਵਲੇ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹਾਂ ਜੀ। ਜੀ, ਤੁਸੀਂ ਤੁਹਾਡੇ ਸਵਾਲ ਚੋਂ ਸਵਾਲ ਹੈ ਮੇਰਾ ਜੀ, ਕਿਉਂਕਿ ਅਜੇ ਤੱਕ ਵੀ ਆਪਾਂ ਸੁਣਦੇ ਰਹੇ ਹਾਂ ਪਿੱਛੋਂ ਤੱਕ, ਕਾਫੀ ਜ਼ਿਆਦਾ ਲੰਮਾ ਪਿੱਛੇ ਸਮਾਂ ਨਾ ਜਾਈਏ ਆਪਾਂ, ਵੀ ਕਣਕ ਦੀ ਰੋਟੀ ਉਦੋਂ ਪਕਾਈ ਜਾਂਦੀ ਸੀ ਜਦੋਂ ਕੋਈ ਪ੍ਰਾਹੁਣਾ ਆਉਂਦਾ ਹੈ ਘਰ 'ਚ ਜੀ। ਭਾਵ ਕਣਕ ਦਾ ਆਟਾ, ਜੋ ਕਣਕ ਦਾ ਅਨਾਜ ਹੈ ਜੀ, ਮਹਿੰਗਾ ਹੋਏਗਾ। ਇਸੇ ਕਰਕੇ ਓਕੇਜ਼ਨਲੀ, ਜਿਵੇਂ ਅੱਜ ਪ੍ਰਾਹੁਣਿਆਂ ਵਾਸਤੇ ਅਸੀਂ ਕੋਈ ਜਿਹੜਾ ਵਾ ਸਪੈਸ਼ਲ ਚੀਜ਼ ਬਾਜ਼ਾਰ ਚੋਂ ਲੈ ਕੇ ਆਉਂਦੇ ਹਾਂ ਵੀ ਇਹ ਪ੍ਰਾਹੁਣਿਆਂ ਨੂੰ ਆਫਰ ਕਰਨੀ ਹੈ ਜੀ। ਹੁਣ ਜਿੱਥੋਂ ਤੱਕ ਆਪਾਂ ਗੱਲ ਕਰਦੇ ਹਾਂ ਭਾਈ ਲਾਲੋ ਜੀ ਦੇ ਘਰੇ, ਕਿਉਂਕਿ ਗੱਲ ਤੁਸੀਂ ਸੱਭਿਅਤਾ ਦੀ ਕੀਤੀ ਹੈ, ਸੱਭਿਆਚਾਰ ਦੀ ਕੀਤੀ ਹੈ ਜੀ, ਵੀ ਭਾਈ ਲਾਲੋ ਜੀ ਦੇ ਘਰੇ ਗੁਰੂ ਸਾਹਿਬ ਨੇ ਕੋਧਰੇ ਦਾ ਅਨਾਜ ਛਕਿਆ ਜੀ। ਜਦੋਂ ਅਸੀਂ ਭਾਈ ਲਾਲੋ ਜੀ ਦੀ ਬੈਕਗਰਾਉਂਡ ਦੇਖਦੇ ਹਾਂ, ਹੋ ਸਕਦਾ ਵੀ ਉਦੋਂ ਅਫੋਰਡ ਹੀ ਉਹ ਕੋਧਰਾ ਕਰ ਸਕਦੇ ਹੋਣ, ਉਦੋਂ ਹੋਵੇ ਹੀ ਪ੍ਰਚਲਿਤ ਹੀ ਕੋਧਰਾ ਹੋਵੇ। ਸੋ ਇਸ ਤਰੀਕੇ ਨਾਲ ਕੋਧਰਾ ਜਿਹੜਾ ਵਾ ਸਾਡਾ ਸੱਭਿਆਚਾਰ ਕਿਵੇਂ ਬਣ ਜਾਂਦਾ, ਮੈਂ ਚਾਹੁੰਦਾ ਵੀ ਇਹ ਮਸਲੇ ਨੂੰ ਥੋੜ੍ਹਾ ਜਿਹਾ ਹੋਰ ਖੋਲੋ। ਉਸ ਤੋਂ ਬਾਅਦ ਮੈਂ ਜਗਦਰ ਸਿੰਘ ਨਾਲ ਜਾਣਾ, ਉਹਨਾਂ ਦਾ ਸਵਾਲ ਲੈ ਕੇ ਜੀ। ਜੀ, ਕੋਧਰਾ ਜਿਹੜਾ ਸੀ, ਇਹ ਪੁਰਾਤਨ ਸਾਡੇ ਸਾਰੇ ਬਜ਼ੁਰਗ, ਤੁਸੀਂ ਜਿੰਨੂੰ ਮਰਜ਼ੀ ਪੁੱਛ ਕੇ ਦੇਖ ਲਓ, ਸਾਡੇ ਦਾਦਾ ਨਾਨਾ ਇਹ ਮੋਟਾ ਅਨਾਜ ਖਾਂਦੇ ਹੁੰਦੇ ਸੀ, ਤੇ ਉਹਦੇ ਵਿਚਕਾਰ ਕੋਧਰਾ, ਬਾਜਰਾ, ਰਾਗੀ ਇਹੀ ਅਨਾਜ ਚੱਲਦੇ ਸੀ। ਇਹ ਜਿਹੜੀ ਕਣਕ ਆਈ ਹੈ, ਇਹ ਤਾਂ ਹੁਣ 50-100 ਸਾਲ ਤੋਂ ਆਈ ਹੈ, ਇਹ ਸਾਡਾ ਅਨਾਜ ਹੀ ਨਹੀਂ ਸੀ। ਤੇ ਇਸ ਪਿੱਛੇ ਇਹਦੇ 'ਚ ਕੋਈ ਸ਼ੱਕ ਵਾਲੀ ਗੁੰਜਾਇਸ਼ ਹੀ ਨਹੀਂ ਹੈਗੀ ਕਿ ਪੁਰਾਤਨ ਸਾਡੇ ਸਾਰੇ ਗੁਰਸਿੱਖਾਂ ਦਾ, ਚਾਹੇ ਉਹ ਕਿਸੇ ਵੀ ਧਰਮ ਦਾ ਹੋਏ, ਅਨਾਜ ਇਹੀ ਜਾਂਦਾ ਸੀ। ਈਵਨ ਮੰਦਿਰ, ਮਸਜਿਦ, ਗੁਰਦੁਆਰਿਆਂ ਵਿੱਚ ਵੀ ਕੋਧਰੇ ਦਾ ਹੀ ਪ੍ਰਸ਼ਾਦਾ, ਉਹਦਾ ਲੰਗਰ ਤੇ ਲੱਡੂ ਵੀ ਮਿਲਦੇ ਸੀ। ਤੇ ਜਿਹੜੀ ਵੀ ਚੀਜ਼ ਆਟੇ ਤੇ ਚੌਲ ਨਾਲ ਬਣਾਈ ਜਾ ਸਕਦੀ ਹੈ, ਹਰ ਚੀਜ਼ ਕੋਧਰੇ ਰਾਹੀਂ ਬਣਾਈ ਜਾ ਸਕਦੀ ਹੈ। ਤੇ ਅੱਜ 42 ਤੋਂ ਵੱਧ ਮੁਲਕਾਂ ਵਿੱਚ ਅੱਜ ਵੀ ਕੋਧਰਾ ਖਾਧਾ ਜਾਂਦਾ ਹੈ, ਤੇ ਇਹਦੇ ਕੋਧਰੇ ਦੀ ਚਾਹ ਵੀ ਬਣਦੀ ਹੈ, ਕੋਧਰੇ ਦੇ ਬਿਸਕੁਟ ਵੀ ਬਣਦੇ ਨੇ, ਕੋਧਰੇ ਦਾ ਪ੍ਰਸ਼ਾਦਾ ਵੀ ਬਣਦਾ ਹੈ, ਕੋਧਰੇ ਦੀ ਖੀਰ ਵੀ ਬਣਦੀ ਹੈ। ਤੇ ਮਹਾਰਾਜ ਦੀ ਕਿਰਪਾ ਨਾਲ ਤੁਹਾਡੇ ਪੈਰਾਂ ਸਦਕਾ 6 ਤੇ 7 ਤਰੀਕ ਨੂੰ ਪੰਜਾਬ ਦੇ ਵੀਰਾਂ ਨੇ ਰਲ ਕੇ ਗੁਰਦੁਆਰਾ ਬੀੜ ਸਾਹਿਬ ਵਿਖੇ ਤਕਰੀਬਨ 400-500 ਕਿਲੋ ਕੋਧਰੇ ਦੀ ਖੀਰ ਦਾ ਲੰਗਰ ਲਗਾਇਆ। ਤੇ ਅੱਗੇ ਹੁਣ 26 ਜਨਵਰੀ ਨੂੰ
ਬਾਬਾ ਦੀਪ ਸਿੰਘ ਦੇ ਬੀੜ ਉੱਥੇ ਗੁਰਦੁਆਰਾ ਸਾਹਿਬ ਫਿਰ ਲੰਗਰ ਲਾਉਣ ਦੀ ਤਿਆਰੀ ਹੈਗੀ ਹੈ, ਤਾਂ ਕਿ ਇਹ ਅਵੇਅਰਨੈਸ ਆਏ। ਤੇ ਉਹ ਬੱਚਿਆਂ ਨੇ ਮਿਲ ਕੇ, ਪਲਵਿੰਦਰ ਸਿੰਘ ਵੀਰ ਦਾ ਨਾਂ ਹੈਗਾ ਹੈ, ਉਹ ਬੱਚਿਆਂ ਨੇ ਮਿਲ ਕੇ ਇਹਦੀ ਸੰਸਥਾ ਵੀ ਬਣਾਈ ਹੈ, ਜਿਹਦਾ ਨਾਂ ਰੱਖਿਆ ਹੈ 5 ਅਨਾਜ ਫਾਊਂਡੇਸ਼ਨ। ਇਹਦੇ ਨਾਲ 4 ਮਿਲਟਸ ਹੋਣ ਨੇ। ਇਹਨੂੰ ਆਰਗੈਨਿਕ ਮਿਲਟ ਵੀ ਕਿਹਾ ਜਾਂਦਾ ਹੈ, ਇਹਨੂੰ ਮਿਰੈਕਲ ਫੂਡ ਵੀ ਕਿਹਾ ਜਾਂਦਾ ਹੈ, ਤੇ ਸਾਰੀ ਦੁਨੀਆ ਇਹਦੇ ਵੱਲ ਦੇਖਦੀ ਪਈ ਹੈ। ਅਸੀਂ ਵਿਸਾਰਤਾ ਹੈਗਾ, ਸਾਡੀ ਭੁੱਲ ਹੈਗੀ ਹੈ, ਲੇਕਿਨ ਹੁਣ ਹੌਲੀ ਹੌਲੀ ਸੰਗਤ ਦੇ ਪੈਰਾਂ ਸਦਕਾ, ਸੰਗਤ ਦੀ ਕੋਆਪਰੇਸ਼ਨ ਸਦਕਾ, ਸਾਰੇ ਪੰਜਾਬ ਦੇ ਜਿੰਨੇ ਵੀ ਮਸਲੇ ਹੈਗੇ ਆ, ਚਾਹੇ ਉਹ ਪਾਣੀਆਂ ਦਾ ਮਸਲਾ ਹੈ, ਚਾਹੇ ਉਹ ਰਾਜਨੀਤਿਕ ਮਸਲਾ ਹੈ, ਚਾਹੇ ਉਹ ਸਿਹਤ ਦਾ ਮਸਲਾ ਹੈ, ਇਹ ਕੋਧਰੇ ਰਾਹੀਂ ਕਿਵੇਂ ਹੱਲ ਹੋ ਸਕਦੇ ਨੇ, ਤੇ ਗੁਰੂ ਨਾਨਕ ਬਾਬਾ ਦੀ ਖੇਤੀ ਰਾਹੀਂ ਅਸੀਂ ਕਿਵੇਂ ਬੜੇ ਹੀ ਸਹਿਜੇ ਨਾਲ ਇਹ ਸਾਰੇ ਮਸਲਿਆਂ ਨੂੰ ਹੱਲ ਕਰ ਸਕਦੇ, ਇਹਦੇ ਬਾਰੇ ਅੱਗੇ ਵਿਚਾਰ ਕਰਾਂਗੇ। ਹਾਂਜੀ ਵੀਰ ਜੀ, ਸਾਊਂਡ ਨਹੀਂ ਆ ਰਹੀ ਆਪ ਜੀ ਦੀ। ਹਾਂ, ਤੁਹਾਡੀ ਆਵਾਜ਼ ਨਹੀਂ ਆਉਂਦੀ ਪਈ ਵੀਰ ਜੀ। ਹਾਂਜੀ ਜਗਦਰ ਸਿੰਘ ਜੀ, ਤੁਹਾਨੂੰ ਸਵਾਲ ਹੈ ਮੇਰਾ। ਹਾਂਜੀ ਵੀਰ ਜੀ, ਹਾਂਜੀ ਹਾਂਜੀ। ਸਵਾਲ ਇਹ ਹੈ ਵੀ ਜਿਹੜਾ ਨਾਨਕ ਖੇਤੀ ਨਾਮ ਹੇਠ ਇੱਕ ਸੰਸਥਾ ਹੈ, ਜੋ ਸਾਨੂੰ ਰਿਪੋਰਟ ਮਿਲੀ ਹੈ, ਅਸੀਂ ਸੁਣਿਆ, ਜਿਹਦਾ ਨਾਂ ਕਿ ਹੁਣ ਕੁਦਰਤੀ ਵਿਰਾਸਤ ਤਬਦੀਲ ਹੋ ਗਿਆ ਹੈ, ਉਸ ਦਾ ਸੰਕਲਪ ਕੀ ਹੈ, ਉਹਦੇ ਟੀਚੇ ਕੀ ਨੇ, ਕੀ ਇਹ ਸੰਸਥਾ ਕਿਵੇਂ ਕੰਮ ਕਰਦੀ, ਕੌਣ ਚਲਾ ਰਿਹਾ ਹੈ, ਇਹਦੀ ਬੈਕਗਰਾਉਂਡ ਤੇ ਕੌਣ ਹੈ ਜੀ? ਹਾਂਜੀ, ਅੱਜ ਤੋਂ 10 ਸਾਲ ਪਹਿਲਾਂ ਅਸੀਂ ਪੰਜਾਬ ਦੇ ਕੁਝ ਵੀਰਾਂ ਨੂੰ ਮਿਲੇ ਸੀ ਜੀ, ਕਿਉਂਕਿ ਸਾਡੇ ਅੰਦਰ ਬਹੁਤ ਤਾਂਘ ਸੀ ਕਿ ਅਸੀਂ ਇਸ ਤਰ੍ਹਾਂ ਦਾ ਕੁਝ ਸਿਸਟਮ ਬਣਾ ਸਕੀਏ, ਹੈ ਨਾ, ਜਿਸ ਦੇ ਨਾਲ ਨਾਨਕ ਦੀ ਦੁਨੀਆ ਦੇ ਕਨਸੈਪਟ ਨੂੰ ਅਸੀਂ ਐਕਸਪਲੋਰ ਕਰੀਏ। ਇਸ ਤਰ੍ਹਾਂ ਦਾ ਕੁਝ ਚੱਲ ਰਿਹਾ ਸੀ ਮਨ ਦੇ ਵਿੱਚ, ਤੇ ਨਾਨਕ ਦੀ ਦੁਨੀਆ ਨੂੰ ਕਿਵੇਂ ਐਕਸਪਲੋਰ ਕਰੀਏ ਹੁਣੇ ਕੁਝ ਕਲੀਅਰ ਨਹੀਂ ਸੀ, ਤੇ ਅਸੀਂ ਹਰ ਜਗ੍ਹਾ ਘੁੰਮ ਰਹੇ ਸੀ, ਦੇਖ ਰਹੇ ਸੀ, ਚੀਜ਼ਾਂ ਨੂੰ ਸਮਝ ਰਹੇ ਸੀ। ਹੁਣੇ ਸਮਝਣ ਦਾ ਦੌਰ ਸੀ। ਤੇ ਉਸ ਸਮੇਂ ਅਸੀਂ ਪੰਜਾਬ ਗਏ, ਤੇ ਮੈਨੂੰ ਕਿਸੇ ਕਿਤਾਬ ਤੋਂ ਪਤਾ ਲੱਗਿਆ ਸੀ, ਬਹੁਤ ਇੰਪੋਰਟੈਂਟ ਕੋਈ ਕਿਤਾਬ ਸੀ, ਮੈਂ ਪੜ੍ਹ ਰਿਹਾ ਸੀ, ਤੇ ਮੈਂ ਉੱਥੇ ਦੇਖਿਆ ਨਾਨਕ ਖੇਤੀ ਸ਼ਬਦ ਦੇਖਿਆ ਸੀ। ਤੇ ਫਿਰ ਅਸੀਂ ਉਸ ਨੂੰ ਆਨਲਾਈਨ ਸਰਚ ਕਰਦੇ ਹੋਏ ਅਸੀਂ ਪੰਜਾਬ ਪਹੁੰਚੇ, ਜਾ ਕੇ ਕੁਝ ਇੱਕ ਵੀਰਾਂ ਨੂੰ ਮਿਲੇ, ਤੇ ਦੇਖਿਆ ਉਹਨਾਂ ਵੀਰਾਂ ਨੇ ਨਾਨਕ ਖੇਤੀ ਸ਼ਬਦ ਦਾ ਨਾਮ ਬਦਲ ਕੇ ਕੁਝ ਹੋਰ ਰੱਖ ਲਿਆ ਜੀ। ਤੇ ਅਸੀਂ ਫਿਰ ਉਹਨਾਂ ਤੋਂ ਪੁੱਛਿਆ ਕਿ ਤੁਸੀਂ ਨਾਨਕ ਖੇਤੀ ਨਾਮ ਦਾ ਸ਼ਬਦ ਜਿਹੜਾ ਹੈ ਉਹ ਮਤਲਬ ਬਦਲ ਕਿਉਂ ਲਿਆ ਜੀ? ਉਹ ਕਹਿੰਦੇ ਨੇ ਸਾਡੇ ਪਿੱਛੇ ਜਿਹੜੇ ਲੋਕ ਨੇ ਉਹਨਾਂ ਨੂੰ ਇਹ ਸ਼ਬਦ ਪਸੰਦ ਨਹੀਂ। ਕੌਣ ਨੇ ਉਹ ਪਿੱਛੇ ਲੋਕ? ਸਾਨੂੰ ਖੁੱਲ ਕੇ ਦੱਸੋ ਜੀ। ਤੁਹਾਨੂੰ ਪਤਾ ਹੈ ਜਿਨ੍ਹਾਂ ਦਾ ਤੁਸੀਂ ਨਾਂ ਲਿਆ ਹੈਗਾ? ਨਹੀਂ, ਤੁਸੀਂ ਦੱਸੋ, ਮੈਨੂੰ ਨਹੀਂ ਪਤਾ, ਤੁਸੀਂ ਦੱਸੋ ਕੌਣ ਨੇ, ਖੁੱਲ ਕੇ ਦੱਸੋ, ਕਿਉਂ ਅਸੀਂ ਗੱਲ ਕਰਨ ਲੱਗੇ ਆ ਜਿਹੜਾ ਵਾ ਕੰਨੀ ਸਾਨੂੰ ਪਤਾ ਹੈ। ਬਿਲਕੁਲ ਬਿਲਕੁਲ, ਆਰਐਸਐਸ ਦੀ ਲੌਬੀ ਹੈਗੀ ਹੈ ਜੀ, ਜਿਸ ਨੂੰ ਨਾਨਕ ਨਾਮ ਨਹੀਂ ਪਸੰਦ ਹੈ। ਤੇ ਉਹਨਾਂ ਨੇ ਦੱਸਿਆ ਕਿ ਸਾਡੇ ਨਾਲ ਜਿਹੜੇ ਲੋਕ ਨੇ ਉਹਨਾਂ ਨੇ ਸਾਡੇ ਉੱਤੇ ਇਹ ਪ੍ਰੈਸ਼ਰ ਕੀਤਾ ਹੈਗਾ ਕਿ ਤੁਸੀਂ ਨਾਨਕ ਖੇਤੀ ਨਾ ਰੱਖ ਕੇ ਕੋਈ ਹੋਰ ਨਾਮ ਰੱਖ ਲਓ। ਤੇ ਉਹਨਾਂ ਨੇ ਕੁਝ ਹੋਰ ਨਾਮ ਰੱਖ ਕੇ ਜਿਹੜਾ ਉਹ ਆਪਣਾ ਕੰਮ ਸਟਾਰਟ ਕੀਤਾ ਜੀ। ਪਰ ਸਾਡੇ ਮਨ ਦੇ ਵਿੱਚ ਜਿਹੜਾ ਸ਼ਬਦ ਹੈ ਉਹ ਬਿਲਕੁਲ ਘਰ ਕਰ ਗਿਆ ਸੀ, ਕਿਉਂਕਿ ਇੱਕ ਸਿੱਖ ਜਿਹੜਾ ਹੈ ਉਹ ਨਾਨਕ ਨਾਮ ਤੋਂ ਬਿਨਾਂ ਜੀ ਨਹੀਂ ਸਕਦਾ। ਉਹਦਾ ਜੀਣਾ ਮਰਨਾ, ਉਹਦਾ ਸਾਹ ਲੈਣਾ ਸਾਰਾ ਨਾਨਕ ਤੋਂ ਸ਼ੁਰੂ ਹੁੰਦਾ ਹੈ, ਨਾਨਕ ਤੋਂ ਖਤਮ ਹੁੰਦਾ ਹੈ ਜੀ। ਔਰ ਪ੍ਰੋਫੈਸਰ ਰਾਮ ਸਿੰਘ ਕੁਲਾਰ ਦੀ ਕਿਤਾਬ ਵੀ ਹੈ ਕਿ ਪੰਜਾਬ ਵਸਦਾ ਗੁਰਾਂ ਦੇ ਨਾਂ ਤੇ, ਹਾਂਜੀ, ਉਸ ਦੇ ਵਿੱਚ ਵੀ ਇਸ ਤਰ੍ਹਾਂ ਦੀ ਸਾਰੀਆਂ ਗੱਲਾਂ ਜਿਹੜੀਆਂ ਨੇ ਉਹ ਲਿਖੀਆਂ ਹੋਈਆਂ ਨੇ ਜੀ। ਤੇ ਉਸ ਸਮੇਂ ਤੋਂ ਹੀ ਸਾਡੇ ਮਨ ਵਿੱਚ ਇਹ ਗੱਲ ਚੱਲ ਰਹੀ ਸੀ ਕਿ ਹਾਂਜੀ ਜੀ, ਤੇ ਅਸੀਂ ਸਟਾਰਟਿੰਗ ਤੋਂ ਇਹ ਕੋਸ਼ਿਸ਼ ਕਰ ਰਹੇ ਸੀ ਕਿ ਅਸੀਂ ਕਿਵੇਂ ਮਤਲਬ ਜਿਹੜਾ ਹੈਗਾ ਇਹਨੂੰ ਸਮਝ ਪਾਈਏ ਕਿ ਨਾਨਕ ਦੀ ਦੁਨੀਆ ਕੀ ਹੈ। ਕੋਧਰਾ ਜਿਹੜਾ ਹੈ ਉਹ ਨਾਨਕ ਦੀ ਦੁਨੀਆ ਦਾ ਇੱਕ ਹਿੱਸਾ ਹੈ, ਪੂਰੀ ਦੁਨੀਆ ਨਹੀਂ ਹੈ ਜੀ। ਤੇ ਨਾਨਕ ਦੀ ਦੁਨੀਆ ਨੂੰ ਸਮਝਣ ਦੇ ਵਾਸਤੇ ਸਾਨੂੰ ਨਾਨਕ ਦੇ ਹੀ ਪੈਮਾਨੇ ਲੱਭਣੇ ਪੈਣਗੇ। ਇਹ ਬਹੁਤ ਇੰਪੋਰਟੈਂਟ ਗੱਲ ਹੈ ਜਿਸ ਨੂੰ ਸਮਝਣ ਦੀ ਬਹੁਤ ਲੋੜ ਹੈ ਕਿ ਅਸੀਂ ਲਗਭਗ ਸਾਰੇ ਹੀ ਅਸੀਂ ਗੱਲ ਨਾਨਕ ਦੀ ਕਰਦੇ ਹਾਂ, ਪੈਮਾਨੇ ਹੱਥ ਵਿੱਚ ਅਮਰੀਕਨ ਫੜੇ ਹੋਏ ਹੈ, ਤੇ ਅਮਰੀਕਨ ਪੈਮਾਨੇ ਤੋਂ ਅਸੀਂ ਨਾਨਕ ਨੂੰ ਨਾਪਣ ਦੀ ਕੋਸ਼ਿਸ਼ ਕਰਦੇ ਹਾਂ। ਆਪਣੇ ਜੀਵਨ ਨੂੰ ਵੀ ਕਹਿੰਦੇ ਆ ਨਾਨਕ ਦੀ ਜੀਵਨ ਜੀ ਰਹੇ ਆ, ਪਰ ਜਦੋਂ ਆਪਣੇ ਜੀਵਨ ਨੂੰ ਨਾਪਣ ਦੀ ਕੋਸ਼ਿਸ਼ ਕਰਦੇ ਆ, ਅਸੀਂ ਇਹ ਦੇਖਣ ਦੀ ਕੋਸ਼ਿਸ਼ ਕਰਦੇ ਆ ਕਿ ਕੌਣ ਕਿਤਨਾ ਸਕਸੈਸ ਹੋਇਆ ਆਪਣੇ ਲਾਈਫ ਦੇ ਵਿੱਚ, ਉਸ ਸਮੇਂ ਸਾਡੇ ਸਕਸੈਸ ਦੇ ਪੈਮਾਨੇ ਅਮਰੀਕਨ ਹੁੰਦੇ ਆ, ਪੂੰਜੀਵਾਦੀ ਹੁੰਦੇ ਆ। ਐਟ ਦੈਟ ਟਾਈਮ ਅਸੀਂ ਇਹ ਨਹੀਂ ਸੋਚਦੇ ਕਿ ਅਸੀਂ ਨਾਨਕ ਦੇ ਪੈਮਾਨੇ ਦੇ ਨਾਲ ਅਸੀਂ ਇਹ ਦੇਖ ਸਕੀਏ ਕਿ ਬੰਦਾ ਸਕਸੈਸ ਹੈ ਜਾਂ ਨਹੀਂ ਹੈ।
ਕਿਉਂਕਿ ਅੱਜ ਕੱਲ ਦੇਖੋ ਮੈਂ ਬੇਨਤੀ ਕਰ ਰਿਹਾ ਕਿ ਜਿਤਨੇ ਵੀ ਆਪਣੇ ਪ੍ਰਚਾਰਕ ਵੀਰ ਨੇ, ਚਾਹੇ ਉਹ ਰਾਗੀ ਹੋਣ, ਚਾਹੇ ਉਹ ਕਥਾਵਾਚਕ ਹੋਣ, ਚਾਹੇ ਲੈਕਚਰਾਰ ਹੋਣ ਜੀ, ਹਨਾ, ਉਹਨਾਂ ਦਾ ਇੱਕ ਇਹ ਹੁੰਦਾ ਹੈ ਕਿ ਸੱਚੇ ਪਾਤਸ਼ਾਹ ਦੀ ਬੜੀ ਬਖਸ਼ਿਸ਼ ਹੋਈ ਹੈ, ਗੁਰੂ ਗ੍ਰੰਥ ਸਾਹਿਬ ਜੀ ਦੀ ਬੜੀ ਬਖਸ਼ਿਸ਼ ਹੋਈ ਹੈ, ਅੱਜ ਸਾਡਾ ਕੈਨੇਡਾ ਦਾ ਵੀਜ਼ਾ ਲੱਗ ਗਿਆ। ਇਸ ਤੋਂ ਪਹਿਲਾਂ ਜਿਹੜਾ ਕੀਰਤਨ ਉਹ ਕਰ ਰਹੇ ਸਨ, ਉਹ ਗੁਰੂ ਦੀ ਬਖਸ਼ਿਸ਼ ਨਹੀਂ ਸੀ। ਠੀਕ ਹੈ ਗੱਲ। ਬਖਸ਼ਿਸ਼ ਉਦੋਂ ਹੋਈ ਜਦੋਂ ਕੈਨੇਡਾ ਦਾ ਵੀਜ਼ਾ ਲੱਗਿਆ, ਬਖਸ਼ਿਸ਼ ਉਦੋਂ ਹੋਈ ਜਦੋਂ ਇੰਗਲੈਂਡ ਦਾ ਵੀਜ਼ਾ ਲੱਗਿਆ। ਬਿਲਕੁਲ। ਬਾਣੀ ਤੇ ਗੁਰੂ ਦੀ ਉਸ ਸਮੇਂ ਤੋਂ ਪੜ ਰਹੇ ਨਾ, ਜਦੋਂ ਦੀ ਉਹਨਾਂ ਨੇ ਹਾਰਮੋਨੀਅਮ ਫੜਿਆ ਜਾਂ ਸਿੱਖਣਾ ਸ਼ੁਰੂ ਕੀਤਾ, ਬਖਸ਼ਿਸ਼ ਤੇ ਉਸ ਸਮੇਂ ਤੋਂ ਹੀ ਚਾਲੂ ਹੋ ਗਈ ਸੀ। ਸੋ ਪੈਮਾਨਾ ਕੀ ਹੈ ਸਾਡੇ ਕੋਲ? ਇੱਕ ਸਿੱਖ, ਪੰਜਾਬ ਦਾ ਇੱਕ ਕਿਰਤੀ ਸਿੱਖ ਆਪਣਾ ਪੂਰਾ ਜੀਵਨ ਜਿਹੜਾ ਹੈ ਉਹ ਖੇਤੀ ਵਿੱਚ ਲਗਾ ਦਿੰਦਾ ਹੈ ਜੀ, ਤੇ ਆਪਣੇ ਉਸ ਖੇਤੀ ਦੇ ਆਪਣੇ ਜੀਵਨ ਦੇ ਦੌਰਾਨ ਉਹਦੇ ਬੱਚੇ ਵੀ ਹੁੰਦੇ ਨੇ, ਫਿਰ ਉਹ ਆਪਣੇ ਬੱਚਿਆਂ ਨੂੰ ਪੜ੍ਹਾਉਂਦਾ ਲਿਖਾਉਂਦਾ ਵੀ ਹੈ, ਫਿਰ ਉਹਨਾਂ ਬੱਚਿਆਂ ਦੀ ਮੈਰਿਜ ਵੀ ਕਰਦਾ ਹੈ, ਔਰ ਇੱਕ ਨਵੀਂ ਪੀੜ੍ਹੀ ਵੀ ਖੜੀ ਹੋ ਜਾਂਦੀ ਹੈ, ਤੇ ਬਜ਼ੁਰਗ ਜਿਹੜਾ ਹੈ ਉਹ ਆਪਣਾ ਜੀਵਨ ਯਾਤਰਾ ਜਿਹੜਾ ਹੈ ਸੰਪੂਰਨ ਕਰਕੇ ਅੱਗੇ ਚਲਾ ਜਾਂਦਾ ਹੈ। ਉਸ ਨੂੰ ਕਦੇ ਅਸੀਂ ਸਕਸੈਸ ਨਹੀਂ ਕਹਿੰਦੇ ਜੀ, ਕੰਪਲੀਟ ਨਹੀਂ ਕਹਿੰਦੇ ਉਸ ਨੂੰ। ਤੋ ਸਾਡੇ ਕੋਲ ਜਿਹੜੇ ਪੈਮਾਨੇ ਨੇ, ਉਸ ਪੈਮਾਨੇ ਦੇ ਨਾਲ, ਅਮਰੀਕਨ ਪੈਮਾਨੇ ਦੇ ਨਾਲ ਨਾਨਕ ਦੀ ਦੁਨੀਆ ਨੂੰ ਨਹੀਂ ਦੇਖ ਸਕਦੇ। ਸਾਨੂੰ ਅਮਰੀਕਨ ਪੈਮਾਨੇ ਛੱਡਣੇ ਪੈਣਗੇ, ਨਾਨਕ ਦੇ ਪੈਮਾਨੇ ਸਾਨੂੰ ਲੱਭਣੇ ਪੈਣਗੇ ਜਿਹੜੇ ਸਾਡੇ ਤੋਂ ਗਵਾਚ ਗਏ ਨੇ। ਤੇ ਨਾਨਕ ਦੇ ਪੈਮਾਨੇ ਵਿੱਚੋਂ ਹੀ ਕੋਦਰਾ ਨਿਕਲਦਾ ਹੈ, ਨਾਨਕ ਦੇ ਪੈਮਾਨੇ ਵਿੱਚੋਂ ਹੀ ਰਵਾਬ ਨਿਕਲਦੀ ਹੈ। ਤੇ ਅਗਰ ਅਸੀਂ ਇਹ ਗੱਲ ਕਰੀਏ ਕਿ ਸਾਡੇ 500 ਸਾਲਾ ਅਸੀਂ ਗੁਰਪੁਰਬ ਮਨਾ ਰਹੇ ਹਾਂ, ਹੈ ਨਾ, ਤੁਸੀਂ ਦੇਖ ਲਓ ਸਾਡੇ ਕੋਲ ਨਾ ਰਵਾਬ ਹੈ ਨਾ ਕੋਦਰਾ ਹੈ। ਸਿੱਖੀ ਸੁਰਤ ਵਿੱਚ ਲਿਵ ਵਿੱਚ ਪਈ ਹੈ, ਲਿਵ ਵਿੱਚ ਰਵਾਬ ਵੀ ਪਿਆ, ਲਿਵ ਵਿੱਚ ਕੋਦਰਾ ਵੀ ਪਿਆ ਹੋਇਆ। ਸਿੱਖ ਲਿਵ ਵਿੱਚ ਹੈ ਪਿਆ ਹੋਇਆ, ਸਿੱਖ ਸੁਰਤ ਦੀ ਜਿਹੜੀ ਲਿਵ ਹੈ ਉਹਦੇ ਵਿੱਚ ਪਿਆ ਹੋਇਆ। ਪਰ ਪ੍ਰਤੱਖ ਸਾਨੂੰ ਪਤਾ ਨਹੀਂ ਕਿ ਰਵਾਬ ਕਿਸ ਤਰ੍ਹਾਂ ਦਾ ਹੈਗਾ ਤੇ ਕੋਦਰਾ ਕੀ, ਅਸੀਂ ਨਹੀਂ ਜਾਣਦੇ। ਸੋ ਸਾਨੂੰ ਜਦੋਂ ਅਸੀਂ ਕੋਦਰੇ ਦੀ ਗੱਲ ਕਰਾਂਗੇ ਤੇ ਫਿਰ ਸਿਸਟਮੈਟਿਕ ਢੰਗ ਨਾਲ ਅਸੀਂ ਸਮਝਾਂਗੇ ਕਿ ਕੋਦਰੇ ਨੂੰ ਸਾਡੇ ਤੋਂ ਕਿਵੇਂ ਅਲੱਗ ਕੀਤਾ ਗਿਆ। ਸਿਰਫ ਸਾਡੇ ਤੋਂ ਅਲੱਗ ਨਹੀਂ ਕੀਤਾ ਗਿਆ, ਜਿਹੜੇ ਵੀ ਲੋਕ ਸਾਰੀ ਦੁਨੀਆ ਦੇ ਵਿੱਚ ਆਪਣਾ ਰਾਜ ਕਰਨਾ ਚਾਹੁੰਦੇ ਨੇ, ਉਹ ਇਸ ਤਰ੍ਹਾਂ ਦੇ ਅਨਾਜ ਨੂੰ ਖਤਮ ਕਰਨਾ ਚਾਹੁੰਦੇ ਨੇ, ਜਿਸ ਨੂੰ ਆਮ ਆਦਮੀ ਪੈਦਾ ਕਰ ਸਕਦਾ ਹੈ। ਤੇ ਕੁਝ ਜਿਹੜੇ ਆਪਣੇ ਦੱਖਣ ਦੇ ਲੋਕ ਹੈਗੇ ਨੇ, ਹੈਨਾ, ਸਾਊਥ ਸਾਈਡ ਦੇ ਲੋਕ ਜੀ, ਉਹਨਾਂ ਨੇ ਆਪਣੀ ਵਿਰਾਸਤ ਨੂੰ ਸੰਭਾਲਿਆ। ਉਹਨਾਂ ਨੇ ਖਾਣੇ ਦੇ ਉੱਪਰ ਕੰਮ ਕੀਤਾ, ਉਹਨਾਂ ਨੇ ਪਾਣੇ ਦੇ ਉੱਪਰ ਕੰਮ ਕੀਤਾ। ਆਪ ਜੀ ਅੱਜ ਵੀ ਦੇਖੋ, ਜਿਹੜੀ ਸਾਊਥ ਦੀ ਮੂਵੀਆਂ ਹੁੰਦੀਆਂ ਨੇ, ਉਹਦੇ ਵਿੱਚ ਹੀਰੋ ਜਿਹੜਾ ਉਹ ਵਾਈਟ ਕਲਰ ਦੀ ਧੋਤੀ ਪਾ ਕੇ ਹੀ ਆਉਂਦਾ ਹੈਗਾ। ਉਹਨੇ ਫਾਈਟ ਵੀ ਧੋਤੀ ਪਾ ਕੇ ਹੀ ਕਰਨੀ ਹੈ ਜੀ, ਪਰ ਫਾਈਟ ਅਨੋਖੀ ਹੁੰਦੀ ਉਹਨਾਂ ਦੀ। ਹਾਂ, ਅਨੋਖੀ ਹੁੰਦੀ ਹੈ, ਪਰ ਉਹ ਧੋਤੀ ਨਹੀਂ, ਉਹ ਧੋਤੀ ਵਿੱਚ ਹੀ ਕਰਦੇ ਹੈ ਜੀ। ਠੀਕ ਹੈ ਜੀ। ਤੇ ਉਹਨਾਂ ਦਾ ਇੱਕ ਸਟਾਈਲ ਵੀ ਹੈ ਧੋਤੀ ਦਾ ਸਾਰਾ ਸਿਸਟਮ। ਤੇ ਇਹਦਾ ਮਤਲਬ ਹੈ ਕਿ ਉਹ ਆਪਣੇ ਕਲਚਰ ਨੂੰ, ਆਪਣੀ ਪਰੰਪਰਾਵਾਂ ਨੂੰ ਉਹ ਸੰਭਾਲਣ ਦਾ ਯਤਨ ਕਰ ਰਹੇ ਨੇ। ਤੇ ਅਸੀਂ ਲੋਕਾਂ ਨੇ ਸਾਰੇ ਦਾ ਸਾਰਾ ਜਿਹੜਾ ਵਿਦੇਸ਼ੀ ਕੂੜਾ ਹੈ ਉਸ ਨੂੰ ਅਸੀਂ ਆਪਣਾ ਕਲਚਰ ਸਮਝ ਕੇ, ਅਸੀਂ ਉਸ ਨੂੰ ਪਰੰਪਰਾ ਸਮਝ ਕੇ ਉਸ ਨੂੰ ਅਸੀਂ ਐਕਸੈਪਟ ਕਰਦੇ ਹਾਂ। ਤੇ ਇਸ ਤਰ੍ਹਾਂ ਦੇ ਨਾਲ ਚੀਜ਼ਾਂ ਜਿਹੜੀਆਂ ਨੇ ਬਹੁਤ ਗੜਬੜ ਹੋ ਰਹੀਆਂ ਨੇ ਇਸ ਸਮੇਂ ਸਮਾਜ ਦੇ ਵਿੱਚ। ਬਿਲਕੁਲ। ਸ਼ਬਦ ਵਰਤਿਆ ਤੁਸੀਂ ਲਿਵ। ਹੁਣ ਮਸਲਾ ਇਹ ਹੈਗਾ ਵੀ ਲਿਵ ਨੂੰ ਜਦੋਂ ਡਿਫਾਈਨ ਕਰਨ ਤੁਰ ਪੈਂਦੇ ਜੇ, ਜਦੋਂ ਅਸੀਂ ਲਿਵ ਨੂੰ ਡਿਫਾਈਨ ਕਰਦੇ ਹਾਂ ਸਿੱਖੀ ਦੇ ਦਾਇਰੇ ਅੰਦਰ, ਤੇ ਕੋਈ ਲਿਵ ਨੂੰ ਡਿਫਾਈਨ ਕਰਦਾ ਹੈ ਯੋਗਿਕ ਵਿਧੀ ਨਾਲ। ਇੱਕ ਨੁਕਰੇ ਲੱਗ ਕੇ, ਜਿਵੇਂ ਯੋਗੀ ਦਸ਼ਮ ਦੁਆਰ ਦੀ ਗੱਲ ਕਰਦੇ ਹੋ, ਉਸ ਐਸੇ ਹੀ ਦਸ਼ਮ ਦੁਆਰ ਦੀ ਸਾਡੇ ਅੰਦਰ ਗੱਲ ਆ ਗਈ। ਕੁਛ ਕਰਦਾ ਹੈ ਬ੍ਰਾਹਮਣਿਕ ਟਰਮਨੋਲੋਜੀ ਨਾਲ, ਤੇ ਕੁਛ ਰੱਦ ਹੀ ਕਰ ਦਿੰਦੇ ਨੇ। ਹੁਣ ਮਸਲਾ ਇਹ ਹੈਗਾ ਵੀ ਜਦੋਂ ਅਸੀਂ ਲਿਵ ਦੀ ਗੱਲ ਕਰਨੀ ਹੈ, ਜਾਂ ਗੁਰੂ ਨਾਨਕ ਸਾਹਿਬ ਦੇ ਕਲਚਰ ਦੀ ਗੱਲ ਕਰਨੀ ਹੈ, ਸੱਭਿਆਚਾਰ ਦੀ ਗੱਲ ਕਰਨੀ ਹੈ, ਤੇ ਉਹ ਗੁਰਬਾਣੀ ਅੰਦਰ ਹੀ ਸਮੋਇਆ। ਗੁਰ ਕੀ ਬਾਣੀ ਗੁਰ ਤੇ ਜਾਤੀ, ਉਹ ਗੁਰਬਾਣੀ ਦਾ ਜਵਾਬ ਗੁਰਬਾਣੀ ਚੋਂ ਮਿਲਦਾ ਹੈ। ਮੇਰਾ ਅਗਲਾ ਸਵਾਲ ਹੈ ਸਰਦਾਰ ਅਮਰਤਪਾਲ ਸਿੰਘ ਜੀ, ਤੁਹਾਨੂੰ ਭਾਰਤ ਵਿੱਚ ਤੁਸੀਂ 40 ਦੇਸ਼ਾਂ ਦਾ ਨਾਮ ਲਿਆ ਹੈ, ਵੀ 40 ਦੇਸ਼ਾਂ ਦੇ ਵਿੱਚ ਅੱਜ ਵੀ ਕੋਦਰੇ ਦੀ ਜਿਹੜੀ ਫਸਲ ਹੈ ਉਹਦੀ ਪੈਦਾਇਸ਼ ਕੀਤੀ ਜਾਂਦੀ ਹੈ। ਭਾਰਤ ਵਿੱਚ ਕੋਈ ਹੈ ਐਸੀ ਸਟੇਟ, ਐਸਾ ਇਲਾਕਾ ਜਿੱਥੇ ਕੋਦਰੇ ਦੀ ਖੇਤੀ ਹੋ ਰਹੀ ਹੋਵੇ ਤੇ ਬੜੀ ਸਕਸੈਸਫੁਲ ਹੋਵੇ, ਇਕਨੋਮਿਕਲੀ ਵੀ ਜਿਹੜੇ ਉੱਥੋਂ ਦੇ ਕਿਸਾਨ ਹੋਣ ਉਹਨਾਂ ਨੂੰ ਕੋਈ ਉਹਦਾ ਬੈਨੀਫਿਟ ਹੁੰਦਾ ਹੋਵੇ? ਕਿਉਂਕਿ ਅੱਜ ਹਰ ਇੱਕ ਚੀਜ਼ ਇਕਨੋਮਿਕਸ ਤੇ ਖੜੀ ਹੈ ਜੀ। ਬਿਲਕੁਲ ਬਿਲਕੁਲ। ਇਹਦੇ ਬਾਰੇ ਸਾਨੂੰ ਤਾਂ ਹੀ ਮੈਨੂੰ ਖੋਜ ਕਰਦੇ ਪਤਾ ਲੱਗਿਆ ਕਿ ਅਗਰ ਤੁਸੀਂ ਗੂਗਲ ਤੇ ਭਰੋ ਕਿ ਹੂ ਇਜ਼ ਦਾ ਮਿਲਟ ਮੈਨ ਆਫ ਇੰਡੀਆ, ਤਾਂ ਤੁਹਾਨੂੰ ਇੱਕੋ ਹੀ ਨਾਮ ਆਏਗਾ, ਮਿਸਟਰ ਖਾਦਰ ਵਲੀ।
ਜੀ। ਉਹ ਇੱਕ ਸਾਇੰਟਿਸਟ ਸੀ ਜਿਹੜਾ 25 ਸਾਲ ਪਹਿਲੇ ਅਮਰੀਕਾ ਗਿਆ ਤੇ ਉੱਥੇ ਉਹਨੇ ਦੇਖਿਆ ਕਿ ਇੱਕ 6 ਸਾਲ ਦੀ ਬੱਚੀ ਨੂੰ ਡੇਟ ਆਈ ਹੋਈ ਹੈ ਤੇ ਉਹ ਆਪਣੀ ਮਾਂ ਦੇ ਨਾਲ ਉੱਥੇ ਖੜੀ ਰਿਸੈਪਸ਼ਨ ਤੇ ਬੜੀ ਪਰੇਸ਼ਾਨ ਹੈ ਤੇ ਉਹਨੂੰ ਹੱਲ ਨਹੀਂ ਮਿਲਦਾ ਪਿਆ। ਖਾਦਰ ਵਲੀ ਆਪਣੀ ਸਟੀਰੋਇਡਸ ਦੀ PhD ਕਰਨ ਤੋਂ ਬਾਅਦ ਉੱਥੇ ਆਪਣੀ ਡਿਗਰੀ ਲੈਣ ਗਿਆ ਸੀ ਤੇ ਉਹਨੇ ਜਦ ਪੁੱਛਿਆ ਕਿ ਵੀ ਇਹ ਕਿਉਂ ਪਰੇਸ਼ਾਨ ਹੈ, ਬੱਚੀ ਕਿਉਂ ਰੋਂਦੀ ਪਈ ਹੈ, ਉਹਦੀ ਮਾਂ ਨੇ ਦੱਸਿਆ ਕਿ ਇਹਨੂੰ ਲਗਾਤਾਰ 7 ਹਫ਼ਤੇ ਸਟੀਰੋਇਡਸ ਦਿੱਤੇ ਗਏ ਨੇ ਤੇ ਮਰਨ ਕਿਨਾਰੇ ਹੈਗੀ ਹੈ ਤੇ ਮੈਨੂੰ ਕੋਈ ਰਾਹ ਨਹੀਂ ਲੱਭਦਾ ਪਿਆ। ਹੁਣ ਉਸ ਬੰਦੇ ਨੇ ਸਟੀਰੋਇਡਸ ਤੇ PhD ਕੀਤੀ ਹੋਈ ਸੀ, ਉਹ ਹੈਰਾਨ ਹੋ ਗਿਆ ਕਿ ਇੱਕ ਛੋਟੀ ਜਿਹੀ ਨਿੱਕੀ ਜਿਹੀ ਜਾਨ ਨੂੰ ਸਟੀਰੋਇਡਸ ਦੇ ਇੰਜੈਕਸ਼ਨ ਲਗਾਤਾਰ 7 ਹਫ਼ਤੇ ਤੋਂ ਦਿੰਦੇ ਪਏ ਨੇ, ਕਿੱਥੇ ਦੀ ਸਮਝ ਹੈਗੀ ਹੈ। ਕੱਟ ਸ਼ਾਰਟ ਉਹਨੂੰ ਇਹ ਸਮਝ ਲੱਗੀ, ਉਹਨੇ ਰਿਪੋਰਟਾਂ ਪੜ੍ਹੀਆਂ ਤੇ ਉਹਨੇ ਜਾ ਕੇ ਆਪਣੇ ਸੀਨੀਅਰ ਡਾਕਟਰ ਨੂੰ ਪੁੱਛਿਆ ਕਿ ਤੁਸੀਂ ਇਹ ਕੀ ਕਰਦੇ ਪਏ ਹੋ, ਤੇ ਉਹਨੇ ਕਿਹਾ ਕਿ ਬਈ ਸਾਡੇ ਕੋਲ ਕੋਈ ਜਵਾਬ ਨਹੀਂ ਹੈਗਾ ਤੇ ਇੱਥੇ ਇਸ ਤਰ੍ਹਾਂ ਹੀ ਚੱਲਦਾ ਹੈਗਾ, ਅਸੀਂ ਦਵਾਈ ਦੇਣੀ ਹੈ, ਬੱਚੀ ਠੀਕ ਹੁੰਦੀ ਹੋਏ ਨਹੀਂ ਹੋਏ ਨਾ ਹੋਏ ਅਸੀਂ ਕੀ ਕਰ ਸਕਦੇ ਹਾਂ, ਸਾਡੇ ਕੋਲ ਹੋਰ ਕੋਈ ਹੱਲ ਹੀ ਨਹੀਂ ਹੈਗਾ। ਤੇ ਉਹ ਕਹਿੰਦੇ ਨਹੀਂ ਇਹ ਕੋਈ ਹੱਲ ਨਹੀਂ ਹੁੰਦਾ, ਮੈਂ ਸਟੀਰੋਇਡਸ ਦੀ PhD ਕੀਤੀ ਹੈ। ਕੱਟ ਸ਼ਾਰਟ ਉਹਨੇ ਫਿਰ ਪੂਰੀ ਖੋਜ ਕੀਤੀ ਤਾਂ ਉਹਨੂੰ ਸਮਝ ਲੱਗ ਗਈ ਕਿ ਸਾਰੀ ਬਿਮਾਰੀਆਂ ਦੀ ਜਿਹੜੀ ਜੜ ਹੈ ਉਹ ਸਾਡਾ ਫੂਡ ਹੈਗਾ ਤੇ ਜਿਹੜੀ ਫੂਡ ਪੋਲਿਟਿਕਸ ਹੈ ਇਹ ਪੂਰੇ ਵਰਲਡ ਦੀ ਇਕਨੋਮੀ ਨੂੰ ਕੰਟਰੋਲ ਕਰਦੀ ਪਈ ਹੈ ਜੀ। ਤੇ ਇਸ ਤੇ ਉਹਨੇ ਪ੍ਰੂਵ ਕਰਤਾ ਵਿਦਿਨ ਫਿਊ ਡੇਜ਼ ਕਿ ਭਾਈ ਇਹ ਜਿਹੜਾ ਰੂਟ ਕਾਜ਼ ਹੈਗਾ ਇਹਦੇ ਵਿਚਕਾਰ ਦੁੱਧ ਵੀ ਸ਼ਾਮਲ ਹੈ ਤੇ ਫੂਡ ਪੋਲਿਟਿਕਸ ਵੀ ਸ਼ਾਮਲ ਹੈ। ਤੇ ਉਹਨੇ ਸਾਰੀ ਰਿਪੋਰਟ ਕਰਕੇ ਆਪਣੇ ਸੀਨੀਅਰਸ ਨੂੰ ਦਿੱਤੀ ਤੇ ਉਹਨਾਂ ਨੇ ਕਿਹਾ ਕਿ ਭਾਈ ਇਹ ਤਾਂ ਬੜੀ ਵੱਡੀ ਮਿਲਕ ਲੌਬੀ ਹੈਗੀ ਹੈ, ਮਾਫੀਆ ਹੈਗੀ ਹੈ, ਫੂਡ ਪੋਲਿਟਿਕਸ ਦਾ ਜਿਹੜੇ ਇਹ ਪਾਲਿਸੀਆਂ ਬਣਾਉਂਦੇ ਨੇ ਤਾਂ ਪੂਰੀ ਦੁਨੀਆ ਨੂੰ ਕੰਟਰੋਲ ਕਰਦੇ ਨੇ। ਤੇਰੀ ਗੱਲਾਂ ਜਿੱਥੇ ਅਰਬਾਂ ਖਰਬਾਂ ਰੁਪਏ ਦਾ ਰੋਜ਼ ਦਾ ਕਾਰੋਬਾਰ ਹੈ, ਰੋਜ਼ ਦਾ ਟੈਕਸ ਆਉਂਦਾ ਹੈ, ਅਸੀਂ ਤੇਰੀ ਗੱਲਾਂ ਮੰਨ ਕੇ ਮਰਨਾ, ਅਸੀਂ ਕੁਝ ਨਹੀਂ ਕਰ ਸਕਦੇ। ਮੁੱਕਦੀ ਗੱਲ ਕਿ ਵੀ ਉਹਨੇ ਆਪਣੀ ਜ਼ਮੀਰ ਦੀ ਆਵਾਜ਼ ਸੁਣੀ, ਉਹ ਬੱਚੀ ਦਾ ਦਰਦ ਆਪਣੇ ਹਿਰਦੇ 'ਚ ਲਿੱਤਾ। ਸੱਚਾ ਸੁੱਚਾ ਮੁਸਲਮਾਨ ਸੀ, ਗੁਰੂ ਨਾਨਕ ਦੀ 5 ਨਮਾਜ਼ਾਂ ਪੜ੍ਹਨ ਵਾਲਾ ਸੀ ਤੇ ਉਹਦਾ ਹਿਰਦਾ ਜਾਗਿਆ, ਉਹਦੀ ਜ਼ਮੀਰ ਜਾਗੀ ਤੇ ਉਹ ਆਪਣੀ ਨੌਕਰੀ ਛੱਡ ਕੇ ਕਰੋੜਾਂ ਰੁਪਏ ਦੀ ਛੱਡ ਕੇ ਆਪਣੇ ਘਰ ਵਾਪਸ ਆ ਗਿਆ। ਜਦੋਂ ਵਾਪਸ ਆ ਗਿਆ ਤੇ ਉੱਥੇ ਆ ਕੇ ਵੀ ਉਹਨੇ ਇਹੀ ਰੌਲਾ ਪਾਇਆ ਕਿ ਸ਼ਾਇਦ ਚਲੋ ਫੌਰਨ 'ਚ ਮੇਰੀ ਗੱਲ ਨਹੀਂ ਸੁਣੀ ਗਈ, ਇੱਥੇ ਲੋਕ ਸੁਣਨਗੇ, ਲੇਕਿਨ ਧਰਮ ਸੱਤਾ ਤੇ ਰਾਜ ਸੱਤਾ ਦੀ ਜਿਹੜੀ ਲੜਾਈ ਹੈ ਇਹ ਤਾਂ ਲੱਖਾਂ ਸਾਲਾਂ ਤੋਂ ਗੁਰੂ ਨਾਨਕ ਪਾਤਸ਼ਾਹ ਵੱਲੋਂ ਹੀ ਉਹੀ ਚੱਲਦੀ ਆਈ ਪੈਂਦੀ ਪਈ ਹੈ। ਤੇ ਉਹੀ ਹਾਲ ਹੋਇਆ ਇੱਥੇ ਵੀ, ਉਹਦੀ ਸੁਣਵਾਈ ਕਿਸੇ ਨੇ ਨਾ ਹੋਈ। ਉਹ ਮੀਡੀਆ ਕੋਲ ਗਿਆ, ਕਿਸੇ ਨੇ ਨਹੀਂ ਸੁਣਿਆ, ਕਾਲਜਾਂ 'ਚ ਗਿਆ, ਕਿਸੇ ਨੇ ਨਹੀਂ ਸੁਣਿਆ। ਮੁੱਕਦੀ ਗੱਲ ਜਦੋਂ ਹਾਰ ਗਿਆ, ਨਿਰਾਸ਼ ਹੋ ਗਿਆ, ਉਹਨੇ ਸੋਚਿਆ ਕਿ ਮੈਂ ਹੁਣ ਕਰਾਂ ਕੀ। ਫਿਰ ਉਹਨੇ ਕਿਹਾ ਕਿ ਚਲੋ ਮੈਂ ਕਿਸਾਨਾਂ ਨੂੰ ਕਹਿਣਾ ਵਾ। ਜੇ ਉਹਨੇ ਕਿਸਾਨ ਨੂੰ ਕਿਹਾ ਕਿ ਵੀ ਆਹ ਲੈ ਬੀਜ ਤੇ ਤੂੰ ਇਹਦੀ ਖੇਤੀ ਕਰ ਤੇ ਮੈਨੂੰ ਕੋਦਰੇ ਦੇ ਬੀਜ ਤੋਂ ਉਗਾ ਕੇ ਦੇ, ਮਿਲਟਸ ਦੀ ਖੇਤੀ ਕਰ ਤੂੰ, ਜਿਹਨੂੰ ਅਸੀਂ ਮਿਲਟਸ ਕਹਿੰਦੇ ਆ, ਕੋਡੋ ਮਿਲਟ ਕਹਿੰਦੇ ਆ। ਤੇ ਜਦ ਉਹ ਉਗਾ ਕੇ ਲਿਆ ਆ ਤੇ ਫਿਰ ਉਹ ਕਹੇ ਕਿ ਵੀ ਮੈਂ ਹੁਣ ਕਿੰਨਾ ਕੁ ਖਾ ਲਵਾਂਗਾ। ਮੁੱਕਦੀ ਗੱਲ ਫਿਰ ਉਹਨੇ ਜਿਹੜੀ ਜ਼ਮੀਨ ਸੀ ਜ਼ਮੀਨ ਤੇ ਸੁੱਟਤਾ। ਹੁਣ ਜੇ ਜ਼ਮੀਨ ਤੇ ਸੁੱਟਤਾ ਤੇ ਉਹ ਜਿਸ ਤਰ੍ਹਾਂ ਵੀਰ ਜੀ ਨੇ ਸਮਝਾਇਆ ਹੈ ਕਿ ਇਹਨੂੰ ਆਮ ਆਦਮੀ ਵੀ ਬੜੇ ਆਰਾਮ ਨਾਲ ਉਗਾ ਸਕਦਾ ਹੈ ਤੇ ਉਹ ਉੱਥੇ ਉੱਗ ਪਿਆ। ਜਦ ਉੱਗ ਪਿਆ ਤੇ ਉਹ ਕਿੰਨਾ ਖਾਂਦਾ ਤੇ ਫਿਰ ਉਹਨੂੰ ਸਮਝ ਲੱਗਿਆ ਕਿ ਯਾਰ ਇਹਨੂੰ ਉਗਾਉਣ ਦਾ ਵੀ ਇੰਨਾ ਸੌਖਾ ਤਰੀਕਾ ਹੈਗਾ ਹੈ ਤੇ ਕਿਉਂ ਨਾ ਮੈਂ ਇਹੀ ਕੰਮ ਕਰਾਂ। ਮੁੱਕਦੀ ਗੱਲ ਕਿ ਉਹਨੂੰ ਪਰਮੇਸ਼ਰ ਕੁਦਰਤ ਵੱਲੋਂ ਆਪ ਹੀ ਬਿਧ ਬੰਦੀ ਗਈ ਤੇ ਅੱਜ ਤਕਰੀਬਨ 20 ਸਾਲ ਤੋਂ ਉਹ 1500 ਤੋਂ 2000 ਪਿੰਡਾਂ ਵਿੱਚ ਕਿਸਾਨਾਂ ਨੂੰ ਜਾਗਰੂਕ ਕਰਾ ਕੇ ਇਹ ਸਾਰੇ ਮਿਲਟਸ ਦੀ ਖੇਤੀ ਕਰਾਉਂਦਾ ਪਿਆ ਹੈ। ਅਗਰ ਤੁਸੀਂ ਅੱਜ ਲੈਣਾ ਹੈ ਤਾਂ ਤਕਰੀਬਨ ਆਂਧਰਾ ਪ੍ਰਦੇਸ਼, ਕਰਨਾਟਕਾ, ਮੈਸੂਰ, ਤਮਿਲਨਾਡੂ, ਇਹ 4-5 ਸਟੇਟਸ ਵਿੱਚ ਇਹਦੀ ਖੇਤੀ ਹੁੰਦੀ ਪਈ ਹੈ। ਤੇ ਇੰਡੀਆ ਵਿੱਚ ਅਗਰ ਕੋਈ ਵੀ ਮਿਲਟਸ ਦਾ ਕੋਡੋ ਦਾ ਕੰਮ ਕਰਦਾ ਹੈ, ਸਾਰੇ ਅਨਾਜ ਇਹ ਉੱਥੋਂ ਹੀ ਆਉਂਦਾ ਹੈ, ਇਹਦੇ ਬੀਜ ਵੀ ਉੱਥੋਂ ਆਉਂਦੇ ਹੈ, ਇਹਦੀ ਪ੍ਰੋਸੈਸਿੰਗ ਵੀ ਉੱਥੇ ਹੁੰਦੀ ਹੈ। ਤੇ ਜਿੰਨਾ ਵੀ ਪ੍ਰੋਸੈਸਿੰਗ ਵਾਲਾ ਮਾਲ ਹੈਗਾ ਤੇ ਸਭ ਤੋਂ ਵੱਡੀ ਗੱਲ ਕਿ ਜਿਹੜਾ ਮਾਲ ਖਰੀਦਦੇ ਪਏ ਨੇ ਉਹ ਮਾਲ ਵੀ ਠੀਕ ਨਹੀਂ ਦਿੰਦੇ ਪਏ, ਕਿਉਂਕਿ ਉਹ ਜਿਹੜਾ ਸਮਾਨ ਆਉਂਦਾ ਪਿਆ ਹੈ ਉਹ ਕੰਪਨੀਆਂ ਥਰੂ ਪ੍ਰੋਸੈਸਿੰਗ ਹੋ ਕੇ ਆਉਂਦਾ ਹੈ। ਲੇਕਿਨ ਜਦ ਮੈਂ ਇਹਦੀ ਖੋਜ ਕੀਤੀ, ਪੂਰੀ ਪੜ੍ਹਾਈ ਕੀਤੀ ਤਾਂ ਮੈਨੂੰ ਸਮਝ ਲੱਗਿਆ ਕਿ ਖਾਦਰ ਵਲੀ ਦੀ ਕੋਰ ਟੀਮ ਨਾਲ ਮੇਰੇ ਬੜੇ ਨੇੜੇ ਦੇ ਸੰਬੰਧ ਨੇ। ਮੈਂ ਪੂਰੀ ਜੜ ਤੱਕ ਗਿਆ, ਉਹਨੂੰ ਸਮਝਿਆ ਤੇ ਉਹਨਾਂ ਨੇ ਸਮਝਾਇਆ ਕਿ ਵੀ ਜਿਹੜੇ ਵੀ ਤੁਸੀਂ ਮਿਲਟਸ ਖਾਣੇ ਨੇ ਇਹ ਹਮੇਸ਼ਾ ਤੁਸੀਂ ਜਿਹੜੇ ਹੈਂਡ ਪ੍ਰੋਸੈਸਡ ਮਿਲਟ ਨੇ, ਜਿੱਥੇ ਉੱਥੇ ਦੀ ਭਾਸ਼ਾ ਵਿੱਚ ਉਹਨੂੰ ਕਿਹਾ ਜਾਂਦਾ ਹੈ ਬੁੱਚੀ ਮੈਥਡ, ਤੁਸੀਂ ਉਹ ਵਾਲੀ ਚੀਜ਼ ਖਾਣੀ ਹੈ। ਕਿਉਂਕਿ ਇਹਦੇ ਵਿਚਕਾਰ ਇੱਕ ਟੌਪ ਲੇਅਰ ਹੁੰਦਾ ਜਿਹਨੂੰ ਕਹਿੰਦੇ ਆ ਲਿਗਨਨ। ਉਹ ਲਿਗਨਨ ਟੁੱਟਦਾ ਨਹੀਂ ਹੈਗਾ ਤੇ ਉਹਦੇ ਨਾਲ ਫਿਰ ਇਹਦੇ ਜਿਹੜੇ ਰਿਜ਼ਲਟਸ ਨੇ ਉਹ ਬਾ ਕਮਾਲ ਆਉਂਦੇ ਨੇ। ਲੇਕਿਨ ਜਦ ਅਗਰ ਅਸੀਂ ਪ੍ਰੋਸੈਸਿੰਗ ਕਰਦੇ ਹਾਂ ਤੇ ਉਹਦੇ 60% ਨਿਊਟ੍ਰੀਸ਼ਨ ਵੈਲਿਊ ਘਟ ਜਾਂਦੀ ਹੈ। ਸੋ ਕੱਟ ਸ਼ਾਰਟ ਉਹਨੇ ਪਿਛਲੇ 20 ਸਾਲਾਂ ਤੋਂ ਬੜੀ ਹੀ ਮਿਹਨਤ ਨਾਲ ਇਹ ਮਿਲਟਸ ਦੀ ਫਾਰਮਿੰਗ ਕੀਤੀ, ਉਹਦੀ ਪ੍ਰੋਸੈਸਿੰਗ ਕੀਤੀ ਤੇ ਪ੍ਰੋਸੈਸਿੰਗ ਕਰਨ ਤੋਂ ਬਾਅਦ ਕਿਸਾਨਾਂ ਨੂੰ ਖੜੇ ਕੀਤਾ। ਫਿਰ ਉਹਦੀ ਵੈਬਸਾਈਟ ਬਣਾਈ ਤੇ ਉਹਦੀ ਵਡਿਆਈ ਦੇਖੋ ਕਿ ਉਹਨੇ ਸਾਰੀ ਵੈਬਸਾਈਟ ਵਿੱਚ ਕਦੀ ਉਹਦੀ ਸੁਰਤ ਵਿੱਚ ਲਾਲਚ ਨਹੀਂ ਸੀ। ਉਹਨੇ ਕਿਹਾ ਕਿ ਇਹ ਮਨੁੱਖਤਾ ਵਾਸਤੇ ਸਮਰਪਿਤ ਹੈ, ਸਾਰਾ ਸੰਸਾਰ ਇਸ ਵੈਬਸਾਈਟ ਨੂੰ ਦੇਖੇ, ਇਹ ਤੋਂ ਸਿੱਖੇ। ਉਹਦੀ ਸਪਲਾਇਰ ਲਿਸਟ ਬਣਾਈ, ਕਿਸਾਨਾਂ ਨੂੰ ਖੜੇ ਕੀਤਾ ਤੇ ਅੱਜ ਉਹ ਸਟੇਟਾਂ ਵਿੱਚ ਉਹਨੂੰ ਰੱਬ ਦਾ ਦਰਜਾ ਦਿੱਤਾ ਜਾਂਦਾ ਹੈ। ਇੰਨਾ ਲੋਕੀ ਉਹਦਾ ਸਤਿਕਾਰ ਕਰਦੇ ਨੇ ਤੇ ਉਹ ਮੈਂ ਉਹਦੇ ਨਾਲ ਜਦ ਸਾਰੀ ਕੋਰ ਟੀਮ ਨਾਲ ਜੁੜਿਆ ਹੋਇਆ ਵਾਂ ਤੇ ਉਹਨਾਂ ਨੇ ਮੈਨੂੰ 100% ਸਪੋर्ट किया कि सरदार जी आप बाबा नानक के नाम पे काम कर रही है, हम आपको पूरा सपोर्ट देगी। मैं कहा ठीक है सर। ਫਿਰ ਉਹਨਾਂ ਨੇ ਮੈਨੂੰ ਪੂਰੀ A to Z ਪੂਰੀ ਇਹਦੀ ਗਾਈਡੈਂਸ, ਜੋ ਵੀ ਡਾਟਾ, ਪ੍ਰੋਟੋਕਾਲਸ, ਜੋ ਵੀ ਬੁੱਲ ਡਰਿਵਨ ਆਇਲ ਸੀ, ਹੋਰ ਵੀ ਸਾਰੀ ਚੀਜ਼ਾਂ ਨੇ ਉਹ ਹੌਲੀ ਹੌਲੀ ਦੱਸਾਂਗਾ। ਉਹ ਸਾਰੀ ਮੇਰੇ ਕੋਲ 100% ਐਕਸਪਰਟਾਈਜ਼ ਗਾਈਡੈਂਸ ਹੈਗੀ ਹੈ ਕਿ ਇਹਦੀ ਖੇਤੀ ਕਿਵੇਂ ਕਰਨੀ ਹੈ। ਮਹਾਰਾਜ ਦੀ ਕਿਰਪਾ ਨਾਲ
ਇੱਕ ਭੈਣ ਹੈਗੀ ਹੈ ਆਇਰਲੈਂਡ ਤੋਂ, ਸੁਖਦੀਪ ਕੌਰ ਭੈਣ ਜੀ, ਉਹਨਾਂ ਨੇ ਪ੍ਰਵਾਨਗੀ ਦਿੱਤੀ ਹੈ ਕਿ ਅਪ੍ਰੈਲ ਤੋਂ ਜਿਹੜੀ ਕੋਡੋ ਫਾਰਮਿੰਗ ਖੇਤੀ ਹੈ ਖਰੜ ਲਾਗੇ ਅਸੀਂ ਸ਼ੁਰੂ ਕਰਨ ਲੱਗੇ ਹਾਂ। ਹੂ ਬਹੂ ਕਾਦਰਵਲੀ ਦੀ ਇੰਸਟਰਕਸ਼ਨਸ ਨਾ ਕਰਾਂਗੇ, ਕਿਉਂਕਿ 25 ਸਾਲ ਤੋਂ ਉਹਨੇ ਪ੍ਰਮਾਣ ਦੇ ਦਿੱਤਾ ਹੈ ਕਿ ਅਗਰ 1 ਕਿਲੋ ਕਣਕ ਉਗਾਣੀ ਹੋਏ ਪੰਜਾਬ ਵਿੱਚ ਤਾਂ 7000 ਲੀਟਰ ਪਾਣੀ ਲੱਗਦਾ ਹੈ, ਲੇਕਿਨ ਅਗਰ 1 ਕਿਲੋ ਕੋਡੋ ਦੀ ਖੇਤੀ ਕਰਨੀ ਹੋਏ, ਕੋਦਰੇ ਦੀ ਖੇਤੀ ਕਰਨੀ ਹੋਏ ਤਾਂ ਸਿਰਫ 300 ਲੀਟਰ ਪਾਣੀ ਚਾਹੀਦਾ ਹੈ। ਅਗਰ ਉਹ ਵੀ ਨਹੀਂ ਹੈਗਾ ਤੇ ਜੂਨ ਜੁਲਾਈ ਵਿੱਚ ਇਹਦੀ ਖੇਤੀ ਸ਼ੁਰੂ ਹੁੰਦੀ ਹੈ, 1 ਏਕੜ ਵਿੱਚ ਤਕਰੀਬਨ 4 ਕਿਲੋ ਬੀਜ ਲੱਗਦਾ ਹੈ ਤੇ 8 ਤੋਂ ਲੈ ਕੇ 12 ਕੁਇੰਟਲ ਤੱਕ ਇਹਦੀ ਝਾੜ ਹੋ ਜਾਂਦੀ ਹੈ ਤੇ ਉਹ ਸਿਰਫ 12 ਸੈਂਟੀਮੀਟਰ ਦੀ 4 ਬਾਰਿਸ਼ਾਂ ਨਾਲ ਹਰ ਕਿਸਾਨ ਆਰਾਮ ਨਾਲ ਇਹਦੀ ਖੇਤੀ ਕਰ ਸਕਦਾ ਹੈ ਤੇ ਨਾ ਇਹਨੂੰ ਪੈਸਟੀਸਾਈਡ ਦੀ ਲੋੜ ਹੈ, ਨਾ ਸਪਰੇਅ ਦੀ ਲੋੜ ਹੈ, ਨਾ ਯੂਰੀਆ ਦੀ ਲੋੜ ਹੈ, ਨਾ DAP ਦੀ ਲੋੜ ਹੈ। ਆਟੋਮੈਟਿਕਲੀ ਪੰਜਾਬ ਦੇ ਪਾਣੀਆਂ ਦਾ ਮਸਲਾ ਵੀ ਹੱਲ ਹੋ ਜਾਏਗਾ। ਪੰਜਾਬ ਤੋਂ ਜਿਹੜੀ ਧਰਤੀ ਨੂੰ ਅਸੀਂ ਜ਼ਹਿਰ ਪਾਉਂਦੇ ਪਏ ਹਾਂ, ਬਠਿੰਡਾ ਟ੍ਰੇਨ ਚਲਾਤੀ ਹੈ, ਉਹ ਵੀ ਮਸਲਾ ਹੱਲ ਹੋ ਜਾਏਗਾ ਤੇ ਪੰਜਾਬ ਦੇ ਕਿਸਾਨ ਜਿਹੜੇ ਆਪ ਕਣਕ ਉਗਾ ਕੇ ਆਪ ਹੀ ਨਹੀਂ ਖਾਣਾ ਚਾਹੁੰਦੇ ਉਹ ਵੀ ਸੁਖੀ ਵਸ ਜਾਣਗੇ। ਤੇ ਸਾਡੇ ਗੁਰਦੁਆਰਿਆਂ ਵਿੱਚ ਜਿਹੜੀ ਦੇਗਬੰਦੀ ਪਈ ਹੈ ਕਣਕ ਦੀ, ਉਹਦੇ ਵਿੱਚ ਗਲੂਟਿਨ ਹੁੰਦਾ। ਹੁਣ ਜਿਹੜਾ ਵੀ ਬੰਦਾ ਗਲੂਟਿਨ ਖਾਏਗਾ ਉਹਦੀ ਡਾਇਬੀਟਿਸ ਕਦੀ ਠੀਕ ਨਹੀਂ ਹੋ ਸਕਦੀ। ਸੋ ਕੋਦਰਾ ਜਿਹੜਾ ਹੈ ਮਹਿਸੂਸ ਕਰਦੇ ਜੇ ਵੀ ਜਿਹੜੇ ਸਾਡੇ ਭਾਈ ਬਾਬੇ ਰਾਗੀ ਢਾਡੀ ਖਾਲਸਾ ਅਕਾਲ ਪੁਰਖ ਕੀ ਫੌਜ ਤੇ ਅਨਫਿਟ ਫੌਜ ਜਿੰਨੀ ਵੀ ਹੈ, ਇਹ ਉਸੇ ਮਿਹਰਬਾਨੀ ਨਾਲ ਹੈ ਵੀ ਇਹ ਗਲੂਟਨ ਤੇ ਫੈਟ ਜਿਹੜੀ ਆ ਫੈਟ ਰੱਜ ਕੇ ਖਾ ਰਹੇ ਨੇ ਤੇ ਬਾਅਦ ਇਹ ਕਹਿੰਦੇ ਨੇ ਅਕਾਲ ਪੁਰਖ ਦੀ ਫੌਜ ਜਿਹੜੀ ਆ ਓਵਰਵੇਟ ਹੋ ਗਈ ਜੀ। ਉਹ ਵੀ ਦੇਖੋ, ਮਨ ਕਰਕੇ ਤਾਂ ਅਸੀਂ ਸਾਰਿਆਂ ਨੂੰ ਪਤਾ ਹੈ ਕਿ ਵੀ ਸਾਰੇ ਅੰਮ੍ਰਿਤ ਵੇਲੇ ਉੱਠਦੇ ਆ, ਪਾਠ ਕਰਦੇ ਆ, ਨਿਤਨੇਮ ਕਰਦੇ ਆ, ਲੇਕਿਨ ਜਿਹੜੀ ਤਨ ਦੀ ਖੇਤੀ ਹੈ ਉਹ ਸੱਚੇ ਪਾਤਸ਼ਾਹ ਨੇ ਸਾਨੂੰ ਸਮਝਾਇਆ ਹੋਇਆ ਹੈ ਕਿ ਹਰਮੰਦਰ ਇਹ ਸਰੀਰ ਹੈ। ਹੁਣ ਹਰਮੰਦਰ ਵਿੱਚ ਗੈਰ ਕੁਦਰਤੀ ਭੋਜਨ ਦਾ ਭੋਗ ਨਹੀਂ ਲਗਾਈਦਾ, ਲੇਕਿਨ ਅੱਜ ਤੁਸੀਂ ਚਾਹੇ ਆਪਣੀ ਡਾਈਟ ਚੈੱਕ ਕਰ ਲਓ, ਚਾਹੇ ਮੇਰੀ ਡਾਈਟ ਚੈੱਕ ਕਰ ਲਓ, ਜਦ ਤੱਕ ਮੈਨੂੰ ਨਹੀਂ ਸੋਝੀ ਸੀ ਮੈਂ ਖੁਦ ਖੰਡ ਖਾਂਦਾ ਰਿਹਾ ਵਾਂ। ਜਦ ਹੁਣ ਪਤਾ ਲੱਗਿਆ ਕਿ ਸ਼ੂਗਰ ਇਜ਼ ਪੋਇਜ਼ਨ, ਹੁਣ ਜਿਹੜੀ ਚੀਜ਼ ਪੋਇਜ਼ਨ ਹੈ, ਚਾਹੇ ਉਹ ਕੜਾਹ ਪ੍ਰਸ਼ਾਦ ਵਰਤੀ ਜਾਏ, ਚਾਹੇ ਉਹ ਆਈਸਕ੍ਰੀਮ ਚ ਵਰਤੀ ਜਾਏ, ਚਾਹੇ ਉਹ ਕੋਲਡ ਡਰਿੰਕ ਚ ਵਰਤੀ ਜਾਏ, ਪੋਇਜ਼ਨ ਹੁੰਦਾ ਹੈ। ਸੋ ਕੜਾਹ ਪ੍ਰਸ਼ਾਦ ਵਿੱਚ ਵੀ ਅਸੀਂ ਚੀਨੀ ਨਹੀਂ ਵਰਤ ਸਕਦੇ, ਕਿਉਂਕਿ ਪ੍ਰਾਤਨ ਜਿਹੜੇ ਸਾਡੇ ਗੁਰਸਿੱਖ ਕੜਾਹ ਪ੍ਰਸ਼ਾਦ ਬਣਾਉਂਦੇ ਸੀ ਉਹਦੇ ਵਿੱਚ ਗੁੜ ਵਰਤਿਆ ਜਾਂਦਾ ਸੀ ਤੇ ਉਹ ਨਿਊਟ੍ਰੀਸ਼ਨਲ ਸੀ। ਘਰ ਦਾ ਘਿਓ ਵਰਤਿਆ ਜਾਂਦਾ ਸੀ, ਉਹ ਨਿਊਟ੍ਰੀਸ਼ਨਲ ਸੀ ਤੇ ਮੋਟਾ ਅਨਾਜ ਵਰਤਿਆ ਜਾਂਦਾ ਸੀ ਜਿਹੜਾ ਨਿਊਟ੍ਰੀਸ਼ਨਲ ਸੀ। ਅੱਜ ਜਿਹੜੀ ਕਣਕ ਹੈਗੀ ਹੈ ਇਹਦੇ ਵਿੱਚ ਗਲੂਟਿਨ ਹੈਗਾ, ਗਲੂਟਿਨ ਖਾ ਕੇ ਕਦੀ ਵੀ ਕਿਸੇ ਦੀ ਡਾਇਬੀਟਿਸ ਠੀਕ ਨਹੀਂ ਹੋ ਸਕਦੀ ਤੇ ਅੱਜ ਪੂਰੇ ਪੰਜਾਬ ਦੀ ਡਾਇਬੀਟਿਸ ਇਸ ਗੱਲ ਦਾ ਪ੍ਰਮਾਣ ਹੈ ਕਿ ਸਵੇਰੇ ਜਿਹੜੇ ਅਸੀਂ ਉਹਦੇ ਚ ਖਾਣੇ ਪਏ ਆ, ਸਭ ਤੋਂ ਪਹਿਲੇ ਸ਼ੂਗਰ ਪਾਉਂਦੇ ਪਏ ਜਿਹੜਾ ਪੋਇਜ਼ਨ ਹੈ, ਕਣਕ ਪਾਉਂਦੇ ਪਏ ਆ ਜਿਹਦੇ ਚ ਗਲੂਟਿਨ ਹੈ, ਤੇ ਜਿਹੜਾ ਘਿਓ ਪਾਉਂਦੇ ਪਏ ਆ ਉਹ ਸਾਰੀ ਅਖਬਾਰਾਂ ਭਰੀਆਂ ਪਈਆਂ ਨੇ ਕਿ ਇਹ ਸਾਰਾ ਅਡਲਟਰੇਟਡ ਹੈਗਾ। ਸੋ 3 ਚੀਜ਼ਾਂ ਗਲਤ ਖਾ ਕੇ ਤੁਸੀਂ ਕਿਵੇਂ ਆਸ ਰੱਖ ਸਕਦੇ ਹੋ ਕਿ ਸੱਚੇ ਪਾਤਸ਼ਾਹ ਕਿਰਪਾ ਕਰੇਗਾ? ਮਤਲਬ ਗਲਤੀਆਂ ਮੈਂ ਖਾਵਾਂ, ਗਲਤੀਆਂ ਚੀਜ਼ ਮੈਂ ਖਾਵਾਂ, ਸੰਗਤ ਨੂੰ ਛਕਾਵਾਂ ਵੀ, ਤੇ ਉਹ ਫਿਰ ਤੁਸੀਂ ਕਹਿੰਦੇ ਹੋ ਸੱਚੇ ਪਾਤਸ਼ਾਹ ਕਿਰਪਾ ਕਰੇਗਾ। ਇਹ ਕਿਸ ਤਰ੍ਹਾਂ ਹੋ ਸਕਦਾ ਹੈ? ਕਿਉਂਕਿ ਮਹਾਰਾਜ ਦਾ ਸਿੱਧੀ ਚਪੇੜ ਹੈ, ਬੀਜੈ ਬਿਖ ਮੰਗੈ ਅੰਮ੍ਰਿਤ ਵੇਖੋ ਆਓ। ਭਜਨ ਸਾਹਿਬ ਚ ਅਸੀਂ ਪੜ੍ਹਦੇ ਹਾਂ, ਐਸਾ ਕੰਮ ਮੁਲੇ ਨਾ ਕੀਚੈ ਜਦ ਅੰਤ ਪਛੋਤਾਈ ਹੈ, ਉਲਾਹ ਨੂੰ ਮੈਂ ਕਾਹੂ ਨਾ ਦਿਓ। ਸਾਰੇ ਗੁਰਬਾਣੀ ਦੇ ਵਾਕ ਸਾਨੂੰ ਸਾਰਿਆਂ ਨੂੰ ਪਤਾ ਨੇ, ਲੇਕਿਨ ਉਹ ਜ਼ਿੰਦਗੀ ਚ ਅਸੀਂ ਪੜ੍ਹਨ ਵਾਸਤੇ ਰੱਖ ਲਏ। ਉਹ ਬਾਬੇ ਨਾਨਕ ਦੇ ਬਚਨਾਂ ਨੂੰ ਅਸੀਂ ਗੁਰਬਾਣੀ ਨੂੰ ਜੀ ਕੇ ਨਹੀਂ ਜੋੜਦੇ ਪਏ। ਜਿਸ ਦਿਨ ਅਸੀਂ ਉਹਨੂੰ ਜੀ ਕੇ ਜੋੜਾਂਗੇ ਤਾਂ ਸਿੱਧੀ ਗੱਲ ਸਮਝ ਆਉਂਦੀ ਹੈ ਕਿ ਵੀ ਜੋ ਗੁਰੂ ਕਹਿੰਦਾ ਹੈ ਅਸੀਂ ਉਹ ਕਰਨਾ ਹੈ। ਗੁਰਬਾਣੀ ਪੜ੍ਹਨੀ ਵੀ ਹੈ, ਸੁਣਨੀ ਵੀ ਹੈ, ਗਾਣੀ ਵੀ ਹੈ, ਲਿਖਣੀ ਵੀ ਹੈ, ਲੇਕਿਨ ਐਟ ਦਾ ਐਂਡ ਆਫ ਦਾ ਡੇ ਅਸੀਂ ਗੁਰਬਾਣੀ ਬਣਨਾ ਹੈ, ਭਾਵ ਉਸ ਰਸਤੇ ਤੇ ਤੁਰਨਾ ਹੈ। ਗੁਰ ਕਹਿਆ ਸਾ ਜਿਹੜੇ ਕਾਰ ਕਮਾਵੇ, ਹਾਂ, ਜੋ ਗੁਰੂ ਸਾਹਿਬ ਕਹਿੰਦੇ ਨੇ ਅਸੀਂ ਉਹ ਕਾਰ ਕਮਾਣੀ ਹੈ ਜੀ, ਉਹ ਹੁਕਮ ਰਜਾਈ ਚੱਲਣਾ ਵਾਲੀ ਗੱਲ ਹੈ। ਹੁਣ ਅਸੀਂ ਦੇਖ ਲਈਏ ਕਿ ਅੱਖਾਂ ਤੋਂ ਕਿੰਨਾ ਕੁ ਹੁਕਮ ਕਮਾਉਂਦੇ ਪਏ ਆ, ਰਸਨਾ ਤੇ ਕਿੰਨਾ ਕੁ ਹੁਕਮ ਕਮਾਉਂਦੇ ਪਏ ਆ, ਸੁਰਤ ਨਾਲ ਕਿੰਨਾ ਕੁ ਗੁਰ ਦਾ ਹੁਕਮ ਕਮਾਉਂਦੇ ਪਏ ਆ, ਤੇ ਫਿਰ ਉਹ ਆਪੇ ਪਤਾ ਲੱਗ ਜਾਂਦਾ ਕਿ ਅਸੀਂ ਤਾਂ ਹਰ ਪਾਸੇ ਫੇਲ ਹੈਗੇ ਆ। ਨਿਰਵੈਰ ਤੇ ਨਿਰਭਉ ਦਾ ਪਾਠ ਪੜਾਉਣ ਵਾਲੀ ਕੌਮ ਅੱਜ ਆਪਣੇ ਆਪ ਨਾਲ ਹੀ ਵੈਲ ਕਰਦੀ ਪਈ ਹੈ ਤੇ ਉਹਨੂੰ ਖੁਦ ਹੀ ਨਹੀਂ ਪਤਾ ਕਿ ਮੈਂ ਆਪਣਾ ਹੀ ਵੈਰੀ ਹੋਇਆ ਪਿਆ ਵਾਂ। ਚੀਨੀ ਖਾ ਕੇ ਮੈਂ ਆਪਣਾ ਹੀ ਵੈਰੀ ਬਣ ਗਿਆ, ਕਣਕ ਖਾ ਕੇ ਮੈਂ ਆਪਣਾ ਹੀ ਵੈਰੀ ਬਣ ਗਿਆ, ਜ਼ਹਿਰ ਹੋ ਕੇ ਮੈਂ ਆਪਣਾ ਹੀ ਵੈਰੀ ਬਣ ਗਿਆ। ਤੇ ਮਹਾਰਾਜ ਤਾਂ ਕਹਿੰਦੇ ਨੇ ਤੂੰ ਕਿਸੇ ਨਾਲ ਵੈਰ ਨਾ ਕਮਾ। 84 ਲੱਖ ਜੀਵ ਜੰਤੂ, ਹਰਮੰਦਰ ਇਹ ਜਗਤ ਹੈ, ਗੁਰਬਿਨ ਘੋਰ ਅੰਧਾਰ। ਇਹ ਜਗਤ ਹਰਮੰਦਰ ਹੈ ਤੇ ਹਰਮੰਦਰ ਵਿੱਚ ਉਹ ਪਾਤਸ਼ਾਹ ਦਾ ਲੰਗਰ ਚੱਲਦਾ ਪਿਆ ਜਿੱਥੇ 84 ਲੱਖ ਜੀਵ ਜੰਤੂ ਖਾ ਕੇ ਸੁਖੀ ਵਸਦਾ ਪਿਆ ਹੈ। ਅਸੀਂ ਉਸ ਲੰਗਰ ਵਿੱਚ ਵੀ ਵਿਘਨ ਪਾਉਂਦੇ ਆ ਕਿ ਜ਼ਹਿਰ ਪਾਤਾ। ਸਾਡੇ ਹੀ ਬੱਚੇ, ਉਹ ਸਾਡੇ ਹੀ ਬੱਚੇ ਨੇ, ਸਾਡੇ ਹੀ ਭੈਣ ਭਰਾ ਨੇ ਜਿਨ੍ਹਾਂ ਨੂੰ ਅਸੀਂ ਪੜ੍ਹਾ ਲਿਖਾ ਕੇ ਵਿਦੇਸ਼ਾਂ 'ਚ ਭੇਜਿਆ, ਲੇਕਿਨ ਉਹ ਉੱਥੋਂ ਆ ਕੇ, ਚਾਹੇ ਉਹ ਮਨਸੈਂਟੋ ਕੰਪਨੀ ਹੈ, ਚਾਹੇ ਉਹ GMO ਕੰਪਨੀ ਹੈ, ਚਾਹੇ ਉਹ ਪੈਸਟਿਸਾਈਡ ਦੀ ਕੰਪਨੀ ਹੈ, ਉਹ ਪੜ੍ਹ ਕੇ ਆ ਕੇ ਉੱਥੇ ਪਾਲਿਸੀਆਂ ਬਣਾ ਕੇ ਸਾਡੇ ਹੀ ਪੰਜਾਬ ਨੂੰ ਜਾਂ ਪੂਰੀ ਧਰਤੀ ਨੂੰ ਉਹ ਜ਼ਹਿਰੀਲਾ ਬਣਾਉਂਦੇ ਪਏ ਨੇ। ਇਹ ਕਿੱਥੇ ਦੀ ਸਿਆਣਪ ਹੈ? ਐਗਜ਼ੈਕਟਲੀ ਜੀ। ਸਾਊਂਡ ਮਾਈਂਡ ਲਾਈਜ਼ ਇਨ ਅ ਸਾਊਂਡ ਬਾਡੀ। ਜੇ ਸਾਡਾ ਸਰੀਰ ਸਾਊਂਡ ਨਹੀਂ ਤੇ ਤੁਸੀਂ ਤੰਦਰੁਸਤ ਮਨ ਲੱਭਣ ਤੁਰੇ ਫਿਰਦੇ ਜੀ। ਸਰੀਰ ਤੇ ਸਥੂਲ ਹੈ, ਦਿਖਦਾ ਹੈ, ਮਨ ਸੂਖਮ ਹੈ, ਸੂਖਸ਼ਮ ਹੈ, ਦਿਖਦਾ ਵੀ ਨਹੀਂ। ਤੇ ਮਨ ਨੂੰ ਸੋਧਣ ਤੁਰ ਪਏ ਜੇ ਤੇ ਸਰੀਰ ਜਿਹੜਾ ਤੁਹਾਡੇ ਤੋਂ ਬਾਹਰ ਭੱਜਾ ਫਿਰਦਾ ਹੈ। ਮੈਂ
ਕੈਨੇਡਾ ਇੱਕ ਸੈਮੀਨਾਰ ਸੀ, ਉੱਥੇ ਮੈਨੂੰ ਸੱਦਿਆ ਵੀਰਾਂ ਨੇ। ਉੱਥੇ ਮੈਂ ਇੱਕ ਗੱਲ ਕੀ ਸੀ, ਅਜੇ ਤੱਕ ਵੀ ਮੇਰੇ ਨਾਲ ਦੇਖ ਰਹੇ ਨੇ ਪ੍ਰੋਗਰਾਮ, ਸਰਦਾਰ ਬਖਸ਼ੀਸ਼ ਸਿੰਘ। ਮੇਰੀ ਆਰਮੀ ਦੀ ਬੈਕਗਰਾਊਂਡ ਹੈ, ਬ੍ਰਿਟਿਸ਼ ਆਰਮੀ 'ਚ ਮੈਂ 12 ਸਾਲ ਸਰਵ ਕੀਤਾ। ਦੁਨੀਆ ਦੀ ਹਰ ਆਰਮੀ ਦੇ ਨਾਲ ਵਾਹ ਪਿਆ, ਹਰ ਆਰਮੀ ਮੈਂ ਵੇਖੀ ਹੈ, ਪਰ ਮੈਂ ਇੰਨੀ ਅਨਫਿਟ ਆਰਮੀ ਨਹੀਂ ਵੇਖੀ। ਤੇ ਹੈ ਵੀ ਕਾਲਪੁਰਖ ਦੀ ਆ, ਖਾਲਸਾ ਕਾਲਪੁਰਖ ਦੀ ਫੌਜ, ਖਾਲਸਾ ਕਾਲਪੁਰਖ ਦੀ ਫੌਜ। ਤੇ ਜਦੋਂ ਅਕਾਲ ਪੁਰਖ ਦੀ ਫੌਜ ਨੂੰ 100 ਬੰਦੇ ਅਕਾਲ ਪੁਰਖ ਦੀ ਫੌਜ ਦੇ ਖੜੇ ਹੋਣ ਤੇ ਉਹਦੇ 'ਚੋਂ 70 ਅਨਫਿਟ ਹੋਣ, ਤੇ ਜਿਹੜੇ ਰਹਿੰਦੇ ਖੂੰਦੇ ਉਹਨਾਂ 'ਚ ਕਈ ਬਿਮਾਰੀਆਂ ਦੇ ਖਾਧੇ ਹੋਣ, ਤੇ ਫਿਰ ਜਾਂ ਤੇ ਅਸੀਂ ਝੂਠ ਬੋਲਦੇ ਹਾਂ, ਤੇ ਜਾਂ ਫਿਰ ਅਕਾਲ ਪੁਰਖ ਦੀ ਫੌਜ ਦਾ ਐਡਾ ਬੁਰਾ ਹਾਲ ਹੈ ਵੀ ਇਹ ਇੰਡੀਆ ਵਾਲੀ ਫੌਜ, ਬੰਗਲਾਦੇਸ਼ ਵਾਲੀ ਫੌਜ ਵੀ ਇਹਨਾਂ ਦੇ ਸਾਹਮਣੇ ਆ ਜੇ ਤੇ ਅਕਾਲ ਪੁਰਖ ਵਾਲੀ ਫੌਜ ਜਿਹੜੀ ਹੈ ਇਹਨਾਂ ਨੂੰ ਭੱਜਣ ਨੂੰ ਰਾਹ ਨਹੀਂ ਮਿਲਣਾ। ਇਸ ਕਰਕੇ ਝੂਠ ਨਾ ਬੋਲੋ। ਅਕਾਲ ਪੁਰਖ ਦੀ ਫੌਜ ਅਸੀਂ ਬਣ ਸਕਦੇ ਹਾਂ, ਓਪਰਚੁਨਿਟੀ ਹੈ, ਕਿਉਂਕਿ ਸਾਡੇ ਕੋਲ ਗੁਰੂ ਸਾਹਿਬ ਨੇ ਸੰਵਿਧਾਨ, ਵਿਧਾਨ ਐਸਾ ਕੁਰਬਾਨੀ ਦਾ ਦਿੱਤਾ ਹੈ ਜੋ ਸਾਨੂੰ ਸਰੀਰਕ ਸੱਭਿਆਚਾਰ ਬਾਰੇ ਵੀ ਗੱਲ ਕਰਦਾ ਹੈ। ਬਾਬਾ ਹੋਰ ਖਾਣਾ ਖੁਸ਼ੀ ਖਵਾਰ, ਜਿਤ ਖਾਧੇ ਤਨ ਪੀੜੀਏ, ਮਨ ਮੈਂ ਚਲੇ ਵਿਕਾਰ, ਹੋਰ ਲੋੜੋਂ ਵੱਧ ਜਿਹੜਾ ਤੈਨੂੰ ਸੂਟ ਨਹੀਂ ਕਰਦਾ। ਪ੍ਰੀਵੈਂਸ਼ਨ ਦੀ ਗੱਲ ਵੀ ਕਰਦੀ ਹੈ ਬਾਣੀ, ਸਰੀਰਕ ਸੱਭਿਆਚਾਰ ਦੀ। ਘਰ ਘਰ ਖਾਇਆ, ਪਿੰਡ ਵਧਾਇਆ, ਖਿੰਥਾ ਮੁੰਦਾ ਮਾਇਆ, ਭੂਮ ਮਸਾਨ ਕੀ ਭਸਮ ਲਗਾਈ, ਗੁਰਬਿਨ ਤਤ ਨਾ ਪਾਇਆ। ਤੁਹਾਡੇ ਸਰੀਰਕ ਸੱਭਿਆਚਾਰ ਦੀ ਵੀ ਗੱਲ ਕਰਦੀ ਹੈ। ਫਿਰ ਗੱਲ ਹੀ ਨਹੀਂ ਕੀਤੀ ਪ੍ਰੈਕਟੀਕਲ ਰੂਪ ਦੇ ਵਿੱਚ ਖਡੂਰ ਸਾਹਿਬ ਦੀ ਧਰਤੀ ਤੇ ਖਾੜੇ, ਜਦੋਂ ਮੱਲ ਅਖਾੜੇ ਖੁੱਲੇ ਖਡੂਰ ਦੀ ਧਰਤੀ ਤੇ, ਜਦੋਂ ਹੁਮਾਯੂੰ ਪਹੁੰਚਿਆ ਉੱਥੇ, ਉਹ ਐਵੇਂ ਨਹੀਂ ਚਲਾ ਗਿਆ ਵੀ ਲਓ ਜੀ ਗੁਰੂ ਸਾਹਿਬ ਨੇ ਬਚਨ ਕਰ ਦਿੱਤਾ। ਉਹਨੂੰ ਜਿਹੜੇ ਕੰਨ ਟੁੱਟਿਆਂ ਵਾਲੇ ਹੁੰਦੇ ਨੇ ਪਹਿਲਵਾਨ, ਜਿਹੜੇ ਪਹਿਲਵਾਨ ਪਹਿਲਵਾਨੀ ਕਰਦੇ, ਕੰਨ ਉਹਨਾਂ ਦੇ ਭੱਜੇ ਹੁੰਦੇ ਨੇ। ਹੁਮਾਯੂੰ ਨੂੰ ਦੀਦੇ ਸੀ ਪਿਆ ਜਿਹੜੇ ਕੰਨ ਭੱਜਿਆਂ ਵਾਲੇ ਆ ਨਾ, ਇਹਨਾਂ ਨੇ ਸਾਡੀ ਧੌਣ ਤੇ ਗੋਡਾ ਰੱਖਣਾ ਹੈ ਜੀ। ਗੁਰੂ ਨਾਨਕ ਸਾਹਿਬ ਦੇ ਜਿਹੜੇ ਹੱਥ 'ਚ ਆਸਾ ਸੀ ਨਾ, ਯਾਦ ਰੱਖਿਓ, ਉਹ ਆਸਾ ਹੀ ਗਾਂਹ ਜਾ ਕੇ ਕਿਰਪਾਨ ਦਾ ਰੂਪ ਲੈਂਦੀ ਹੈ। ਤੁਸੀਂ ਕਹਿੰਦੇ ਜੇ ਬਾਬਾ ਬੁੱਢਾ ਜੀ ਗੁਰੂ ਹਰਗੋਬਿੰਦ ਪਾਤਸ਼ਾਹ ਨੂੰ ਸ਼ਸਤਰ ਵਿਦਿਆ ਦਿੰਦੇ ਨੇ, ਤੇ ਬਾਬਾ ਬੁੱਢਾ ਜੀ ਨੇ ਕਿੱਥੋਂ ਲਈ ਸ਼ਸਤਰ ਵਿਦਿਆ? ਉਹ ਤੇ ਜਿਹੜੀ 10 ਸਾਲ ਦੀ 11 ਸਾਲ ਦੀ ਉਮਰ ਦੇ ਵਿੱਚ ਗੁਰੂ ਨਾਨਕ ਪਾਤਸ਼ਾਹ ਦੀ ਸ਼ਰਨ 'ਚ ਆ ਗਏ। ਇਹਦਾ ਮਤਲਬ ਜਿਹੜੀ ਸ਼ਸਤਰ ਵਿਦਿਆ ਦਾ ਕਲਚਰ ਸੀ, ਉਹ ਪਹਿਲੇ ਦਿਨ ਤੋਂ ਸੀ ਗੁਰੂ ਦੇ ਘਰ ਦੇ ਅੰਦਰ। ਕਿਤੇ ਉਹ ਡਾਂਗ ਦੇ ਰੂਪ 'ਚ ਸਾਡੇ ਸਾਹਮਣੇ ਆਉਂਦਾ, ਕਿਤੇ ਉਹ ਕਿਰਪਾਨ ਦੇ ਰੂਪ ਸਾਹਮਣੇ ਆਉਂਦਾ। ਏਡੀਆਂ ਵੱਡੀਆਂ ਫੌਜਾਂ ਇੱਕਦਮ ਨਹੀਂ ਖੜੀਆਂ ਕਰ ਦਿੱਤੀਆਂ ਜਾਂਦੀਆਂ ਗੁਰੂ ਹਰਗੋਬਿੰਦ ਪਾਤਸ਼ਾਹ ਦੇ ਟਾਈਮ ਦੇ, ਤੇ ਉਸ ਟਾਈਮ ਦੀ ਐਸਟੈਬਲਿਸ਼ਮੈਂਟ ਨੂੰ ਲਕਾਰ ਦਿੱਤਾ ਜਾਂਦਾ। ਇਹ ਸਾਡਾ ਔਨਗੋਇੰਗ ਟ੍ਰੈਡੀਸ਼ਨ ਸੀ। ਸਾਡਾ ਭੋਜਨ ਗਵਾਚ ਗਿਆ, ਸਾਡਾ ਪਹਿਰਾਵਾ ਗਵਾਚ ਗਿਆ, ਸਾਡੀ ਭਾਸ਼ਾ ਗਵਾਚ ਗਈ, ਤੇ ਸਾਡੀ ਰਹਿਣੀ ਸਹਿਣੀ ਜਿਹੜੀ ਬਾਣੀ ਅਨੁਸਾਰ ਅਸੀਂ ਰਹਿਣੀ ਰੱਖਣੀ ਸੀ, ਉਹ ਵੀ ਗਵਾਚ ਗਈ। ਤੇ ਹੁਣ ਆ ਜਿਹੜਾ ਖਾਣਾ ਪੀਣਾ ਵਾ, ਜੋ ਕਣਕ ਸਾਡੇ ਅੰਦਰ ਵਾੜ ਦਿੱਤੀ ਹੈ, ਜੋ ਅੰਮ੍ਰਿਤਪਾਲ ਸਿੰਘ ਜੀ ਦੱਸ ਰਹੇ ਨੇ ਸਾਨੂੰ ਵੀ ਕਿੱਡੀ ਹਾਨੀਕਾਰਕ, ਜਿਹੜਾ ਅਸੀਂ ਕੜਾਹ ਦੀ ਦੇਗ, ਵੈਸੇ ਉਹਦਾ ਨਾਮ ਆ ਦੇਗ, ਤਾਈਓ ਅਸੀਂ ਕਹਿੰਦੇ ਦੇਗ ਤੇਗ ਫਤਿਹ, ਇਕਨੋਮਿਕਲ ਪਾਵਰ ਤੇ ਪੋਲੀਟੀਕਲ ਪਾਵਰ। ਉਹ ਦੇਗ ਜਿਹੜੀ ਸਾਡੀ ਹੈ, ਉਹ ਵੀ ਉਹਦੇ ਵਿੱਚ ਵੀ ਵਿਗਾੜ ਪਾਤਾ। ਜਿਹੜਾ ਇੱਕ ਪ੍ਰਸ਼ਾਦ ਸੀ, ਉਹਦੇ ਵਿੱਚ ਜਿਹੜੀ ਚੀਜ਼ ਮਿਕਸ ਕਰ ਦਿੱਤੀ, ਉਹ ਜ਼ਹਿਰ ਰੂਪੀ ਸ਼ੂਗਰ ਵਿੱਚ ਮਿਕਸ ਕਰਕੇ ਉਹ ਪ੍ਰਸ਼ਾਦ ਨੂੰ ਅਸੀਂ ਹੋਰ ਹੀ ਰੂਪ ਦੇ ਦਿੱਤਾ। ਸੋ ਆਓ ਵਾਪਸ ਆਪਣੇ ਉਸ ਸੱਭਿਆਚਾਰ ਨਾਲ ਜੁੜੀਏ, ਜਿਹੜੇ ਸੱਭਿਆਚਾਰ ਨਾਲ, ਗੁਰਮਤਿ ਸੱਭਿਆਚਾਰ ਨਾਲ, ਪੰਜਾਬੀ ਸੱਭਿਆਚਾਰ ਨਹੀਂ ਜੇ ਕੋਈ ਹੈਗਾ ਐਵੇਂ ਨਾ ਪੰਜਾਬ ਸੱਭਿਆਚਾਰ, ਪੰਜਾਬੀ ਸੱਭਿਆਚਾਰ। ਪੰਜਾਬ ਦਾ ਇਤਿਹਾਸ ਕੱਢ ਕੇ ਵੇਖ ਲਓ 1469 ਤੋਂ ਪਹਿਲਾਂ ਕੀ ਇੱਥੇ ਹਾਲਾਤ ਸਨ। ਸੱਭਿਆਚਾਰ, ਗੁਰਮਤਿ ਸੱਭਿਆਚਾਰ, ਉਹਦੇ ਨਾਲ ਜੁੜੀਏ ਵਾਪਸ। ਅਗਲਾ ਸਵਾਲ ਮੈਂ ਲੈ ਕੇ ਆ ਰਿਹਾ ਸਰਦਾਰ ਜਗਦਰ ਸਿੰਘ ਨਾਲ। ਜਗਦਰ ਸਿੰਘ ਜੀ, ਤੁਹਾਨੂੰ ਮੈਂ ਕੇਵਲ ਉਸੇ ਦਾਇਰੇ ਦੇ ਵਿੱਚ ਰੱਖਣਾ ਜਿਹੜਾ ਸਵਾਲ ਤੁਹਾਨੂੰ ਮੈਂ ਪਹਿਲਾਂ ਪੁੱਛਿਆ। ਜਿਹੜੀ ਗੱਲ ਤੁਸੀਂ ਕੀਤੀ ਹੈ ਵੀ ਸਾਡੇ ਅੰਦਰ ਕਈ ਐਸੀਆਂ ਸੰਸਥਾਵਾਂ, ਕਿਉਂਕਿ ਜਿਹੜੀ ਗੱਲ ਨਵੀਂ ਉੱਠਦੀ ਹੈ, ਨੋ ਡਾਊਟ ਵੀ ਜਿਹੜੀ ਜਿੰਨੀ ਵੀ ਵਿਪਰੀ ਵਿਚਾਰਧਾਰਾ ਹੈ, ਜੋ ਸਿੱਖਾਂ ਨੂੰ ਨਿਗਲਣਾ ਚਾਹੁੰਦੀ ਹੈ, ਉਹ ਆਪਣੇ ਰੂਪ, ਕਈ ਰੂਪਾਂ ਦੇ ਵਿੱਚ ਸਾਡੇ ਅੰਦਰ ਆ ਜਾਂਦੀ ਹੈ। ਹੁਣ ਇਹ ਦੱਸੋ ਵੀ ਜਿਹੜੀ ਵਿਧੀ ਨਾਲ ਇਹ ਲੋਕ ਖੇਤੀ ਕਰਦੇ ਨੇ, ਜਿਨ੍ਹਾਂ ਦੀ ਪਿੱਠ ਪਿੱਛੇ ਲੱਗਦੀ ਹੈ, ਤੁਸੀਂ ਦੱਸ ਦਿੱਤਾ, ਕੀ ਇਹਨਾਂ ਦੀ ਵਿਧੀ ਪ੍ਰਣਾਲੀ 'ਚ ਕੋਈ ਦੋਸ਼ ਹੈ ਕਿ ਕੇਵਲ ਦੋਸ਼ ਇਹਨਾਂ ਹੈ ਵੀ ਇਹਨਾਂ ਦੇ ਪ੍ਰਮੋਟਰ ਉਹ ਨੇ? ਕੀ ਵਿਧੀ ਪ੍ਰਣਾਲੀ ਦੇ ਵਿੱਚ ਵੀ ਕੋਈ ਦੋਸ਼ ਹੈਗਾ ਜਿਸ ਵਿਧੀ ਨਾਲ ਖੇਤੀ ਕਰਦੇ ਨੇ?
ਕਿ ਕੇਵਲ ਇਹ ਆ ਵੀ ਪਿੱਛੋਂ ਜਿਹੜੇ ਆ ਫੰਡਡ ਨੇ, ਪਿੱਛੋਂ ਜਿਹੜਾ ਕਿਸੇ ਮਕਸਦ ਤਹਿਤ ਕੰਮ ਕਰ ਰਹੇ ਨੇ, ਕੇਵਲ ਇਹ ਦੋਸ਼ ਹੈ ਜੀ। ਹਾਂਜੀ, तो कोई भी संस्था जिहड़ी है ना वो पूरी तरह नाल नेगेटिव काम नहीं करदी आ। जिवें कोई भी फार्मेसी हैगी है वो कोड़ी टैबलेट्स बनांदियां ने ते ओहदे उत्ते शुगर कोटिंग भी करदियां ने। ते इस तरह ही जिहड़ी भी संस्थावां ने है ना, इन्हां दा चेहरा अलग हुंदा है जिहड़ा दिखा रहीआं हुंदियां ने, है ना। इहदे पिछे इन्हां दे मकसद कुछ होर हुंदे है, ठीक है जी। ਤੇ ਜਿਹੜੇ ਐਸੇ ਵੀਰ ਨੇ ਜਿਹੜੇ ਨੈਚੁਰਲ ਖੇਤੀ ਕਰ ਰਹੇ ਹੈ, ਉਹਦੇ ਵਿੱਚ ਵਾਕਈ ਹੀ ਬਹੁਤ ਸਾਰੇ ਐਸੇ ਲੋਕ ਹੈ ਨੇ ਜੋ ਇਸ ਤਰ੍ਹਾਂ ਇਸ ਨੂੰ ਸਮਝੀਏ ਕਿ ਬਹੁਤ ਸਾਰੇ ਐਸੇ ਹਿੰਦੂ ਵੀਰ ਹੈਗੇ ਨੇ ਜਿਨ੍ਹਾਂ ਨੇ ਸੱਚੇ ਮਨ ਤੋਂ ਤਨ ਤੋਂ ਉਹਨਾਂ ਨੇ ਕੁਦਰਤੀ ਖੇਤੀ ਸਟਾਰਟ ਕੀਤੀ। ਉਹਨਾਂ ਨੇ ਮਿਹਨਤ ਕੀਤੀ, ਮਿਹਨਤ ਕਰਕੇ ਜਦੋਂ ਉਹ ਇੱਕ ਐਸਟੈਬਲਿਸ਼ਮੈਂਟ ਵਿੱਚ ਪਹੁੰਚਦੇ ਹੈ, ਠੀਕ ਹੈ ਜੀ, ਤੇ ਪ੍ਰਸ਼ਾਸਨ ਹੋਰ ਸ਼ਾਸਨ ਉਹਨੂੰ ਖਰੀਦ ਲੈਂਦੀ ਹੈ, ਫਿਰ ਉਹਨਾਂ ਨੂੰ ਸਹੂਲਤਾਂ ਦਿੰਦੀਆਂ ਨੇ, ਉਹਨਾਂ ਨੂੰ ਫੰਡਿੰਗ ਕਰਦੀਆਂ ਨੇ, ਤੇ ਉਹਨਾਂ ਨੂੰ ਇਹਦੇ ਨਾਲ ਕੋਈ ਪਰੇਸ਼ਾਨੀ ਨਹੀਂ ਹੈ ਕਿਉਂਕਿ ਉਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ ਕਿ ਸ਼ਾਸਨ ਪ੍ਰਸ਼ਾਸਨ ਉਹਨਾਂ ਦੇ ਪਿੱਛੇ ਕੀ ਕੰਮ ਕਰ ਰਹੀ ਹੈ। ਜਦੋਂ ਉਹਨਾਂ ਨੂੰ ਫੰਡਿੰਗ ਮਿਲਣ ਲੱਗ ਜਾਂਦੀ ਹੈ, ਉਹਨੂੰ ਲੱਗਦਾ ਚਲੋ ਕੰਮ ਤੇ ਅਸੀਂ ਇਹੀ ਕਰ ਰਹੇ ਸੀ, ਤੇ ਇਹਦੇ ਨਾਲ ਅਗਰ ਆਪਣੇ ਪਿੱਛੇ ਆਕਾਵਾਂ ਜਿਹੜੇ ਉਹਨਾਂ ਦੇ ਆਕਾ ਨੇ ਜਾਂ ਜਿਹੜੀ ਏਜੰਸੀਆਂ ਨੇ ਉਹਨਾਂ ਦਾ ਵੀ ਕੁਝ ਮਨੋਰਥ ਹੱਲ ਹੁੰਦਾ ਤੇ ਸਾਨੂੰ ਕੀ ਪਰੇਸ਼ਾਨੀ ਹੈ, ਠੀਕ ਹੈ। ਪਰ ਸਾਨੂੰ ਪਰੇਸ਼ਾਨੀ ਹੁੰਦੀ ਹੈ ਕਿਉਂਕਿ ਅਸੀਂ ਉਸ ਏਜੰਸੀਆਂ ਉਹ ਜਿਹੜੀ ਏਜੰਸੀਆਂ ਨੇ ਉਹ ਸਾਡੇ ਵਿਰੋਧ ਵਿੱਚ ਕੰਮ ਕਰ ਰਹੀਆਂ ਹੁੰਦੀਆਂ ਨੇ। ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਉਹਨਾਂ ਨੂੰ ਨਾਨਕ ਨਾਮ ਦੇ ਨਾਲ ਹੀ ਢਿੱਡ ਵਿੱਚ ਪੀੜ ਹੋਣ ਲੱਗ ਪਈ ਸੀ, ਠੀਕ ਹੈ। ਜਦੋਂ ਉਹਨਾਂ ਨੇ ਕੰਮ ਨੂੰ ਸਟਾਰਟ ਕੀਤਾ ਹੋਣਾ, ਮੈਨੂੰ ਐਸਾ ਲੱਗਦਾ ਕਿ ਉਸ ਸਮੇਂ ਉਹਨਾਂ ਨੂੰ ਇਹ ਪਰੇਸ਼ਾਨੀ ਨਹੀਂ ਹੋਵੇਗੀ, ਲੇਕਿਨ ਬਾਅਦ ਵਿੱਚ ਜਦੋਂ ਏਜੰਸੀਆਂ ਦਾ ਪ੍ਰੈਸ਼ਰ ਬਣਦਾ ਹੈਗਾ ਔਰ ਉਹਨਾਂ ਨੂੰ ਲਾਲਚ ਮਿਲਦਾ, ਇੱਕ ਵੱਡਾ ਲਾਲਚ ਮਿਲ ਜਾਂਦਾ ਹੈ ਕਿ ਚਲੋ ਤੁਹਾਨੂੰ ਅਸੀਂ ਤੁਹਾਡੇ ਇਸ ਪ੍ਰੋਡਕਟ ਨੂੰ ਇਹ ਸਬਸਿਡੀ ਦੇ ਦਾਂਗੇ, ਅਸੀਂ ਤੁਹਾਨੂੰ ਜਿਹੜਾ ਹੈਗਾ ਫੋਰਨ ਅਗਰ ਤੁਹਾਡੇ ਕੋਲ ਆ ਰਹੇ ਨੇ ਆਪਣੇ ਡੋਨੇਸ਼ਨਸ ਆ ਰਹੇ ਨੇ ਉਹ ਅਸੀਂ ਤੁਹਾਨੂੰ ਕਰ ਦਿੰਦੇ ਹਾਂ, ਤੇ ਇਸ ਤਰ੍ਹਾਂ ਫਿਰ ਜ਼ਮੀਰ ਜਿਹੜੀ ਹੈ ਵਿਕਦੀ ਹੈ ਔਰ ਇਸ ਤਰ੍ਹਾਂ ਦੇ ਨਾਲ ਫਿਰ ਉਹ ਦੂਸਰੇ ਵਾਲੇ ਪਾਸੇ ਵੀ ਚਲੇ ਜਾਂਦੇ ਨੇ। ਲੇਕਿਨ ਅਸੀਂ ਇਹ ਨਹੀਂ ਕਹਿ ਸਕਦੇ ਕਿ 100% ਉਹ ਲੋਕ ਜੋ ਲੋਕ ਕੁਦਰਤੀ ਖੇਤੀ ਦੇ ਵਾਸਤੇ ਕੰਮ ਕਰ ਰਹੇ ਨੇ ਉਹ ਸਾਰੇ ਹੀ ਇਸ ਤਰ੍ਹਾਂ ਦੇ ਹੋਣਗੇ, ਠੀਕ ਹੈ। ਕਿਉਂਕਿ ਕੁਦਰਤ ਦੇ ਨਾਲ ਜੁੜ ਕੇ ਜਿਹੜਾ ਮਨੁੱਖ ਜੀ ਰਿਹਾ ਕੁਛ ਤੇ ਅੱਛਾਈ ਦੇਖੀ, ਉਹਦੇ ਅੰਦਰ ਕੁਛ ਤੇ ਵਧੀਆ ਗੱਲ ਹੋਈ ਜੋ ਉਸਨੇ ਆਪਣੇ ਪੂਰੇ ਕੈਰੀਅਰ ਨੂੰ ਛੱਡ ਕੇ, ਹੈ ਨਾ, ਜ਼ਹਿਰ ਨੂੰ ਛੱਡ ਕੇ ਉਸਨੇ ਕੁਦਰਤੀ, ਹੋਰ ਜਦਕਿ ਇਹ ਬਹੁਤ ਟਫ ਪ੍ਰੋਸੈਸ ਹੈ, ਇਹ ਸਟਾਰਟਿੰਗ ਵਿੱਚ ਪ੍ਰੋਫਿਟੇਬਲ ਨਹੀਂ ਹੁੰਦਾ, ਇਹ 3 ਸਾਲ 4 ਸਾਲ ਤੁਹਾਨੂੰ ਨੁਕਸਾਨ ਵੀ ਦਿੰਦਾ, ਠੀਕ ਹੈ ਜੀ। ਤੇ ਐਸੇ ਰਾਸਤੇ ਵਿੱਚ ਆਉਣ ਵਾਲੇ ਅਸੀਂ ਕਈ ਲੋਕਾਂ ਨੂੰ ਮਿਲੇ ਆ ਜਿਨ੍ਹਾਂ ਨੇ ਮਤਲਬ ਫੋਰਨ ਕੰਟਰੀ ਦੀਆਂ ਜੌਬ ਛੱਡੀਆਂ ਨੇ, ਹੈ ਨਾ, ਵੱਡੇ ਵੱਡੇ IITs ਦੇ ਪ੍ਰੋਫੈਸਰਸ ਆਪਣੀ ਜੌਬ ਛੱਡ ਕੇ ਇਸ ਕੰਮ ਨੂੰ ਕਰਨ ਲੱਗ ਪਏ। ਇਹ ਗੱਲ ਬਿਲਕੁਲ ਵੱਖਰੀ ਹੈ ਕਿ ਜਦੋਂ ਉਹ ਸਕਸੈਸ ਹੋਏ, ਜਦੋਂ ਉਹਨਾਂ ਦਾ ਨਾਮ ਚਾਰੋਂ ਤਰਫ ਫੈਲ ਗਿਆ, ਹੈ ਨਾ, ਉਸ ਸਮੇਂ ਏਜੰਸੀਆਂ ਨੇ ਉਹਨਾਂ ਨੂੰ ਆਪਣੀ ਗੋਦ ਵਿੱਚ ਬਿਠਾ ਲਿਆ ਜੀ, ਕਿਉਂਕਿ ਇਹ ਏਜੰਸੀ ਉਹਦੇ ਪਿੱਛੇ ਕੰਮ ਕਰਦੀ ਹੈ, ਉਹਨਾਂ ਦੇ ਫਿਰ ਸਾਹਮਣੇ ਆ ਕੇ ਕੰਮ ਕਰਨ ਦੀ ਲੋੜ ਉਹਨਾਂ ਨੂੰ ਨਹੀਂ ਹੁੰਦੀ ਹੈ। ਪਰ ਇਹ ਆਪਾਂ ਬਿਲਕੁਲ ਨਹੀਂ ਕਹਿ ਸਕਦੇ ਕਿ ਜਿਤਨੇ ਵੀ ਲੋਕ ਜਿਹੜੇ ਨੇ ਉਹ ਇਸ ਕੰਮ ਨੂੰ ਕਰ ਰਹੇ ਹੈ ਉਹ ਬਿਲਕੁਲ ਪੂਰੀ ਤਰ੍ਹਾਂ ਨਾਲ ਸਾਰੇ ਹੀ ਏਜੰਸੀਆਂ ਨਾਲ ਜੁੜੇ ਹੋਏ ਨੇ, ਐਸਾ ਨਹੀਂ ਕਹਿ ਸਕਦੇ। ਪਰ ਜਦੋਂ ਉਹ ਲੈਵਲ ਤੱਕ ਪਹੁੰਚ ਜਾਂਦੇ ਹੈ ਉਹ ਬਕਾਇਦਾ ਖਰੀਦ ਲਿੱਤੇ ਜਾਂਦੇ ਆ, ਉਹਨਾਂ ਨੂੰ ਹਰ ਤਰ੍ਹਾਂ ਦਾ ਦਬਾਅ ਬਣਾ ਕੇ ਉਹਨਾਂ ਨੂੰ ਆਪਣੇ ਅੰਡਰ ਕਰ ਲਿੱਤਾ ਜਾਂਦਾ ਹੈ। ਕਿਉਂਕਿ ਅਗਰ ਉਹ ਸੰਸਥਾਵਾਂ ਏਜੰਸੀਆਂ ਅਗਰ ਅੱਛੇ ਕੰਮ ਨਹੀਂ ਕਰਨਗੀਆਂ ਤਾਂ ਐਸਟੈਬਲਿਸ਼ ਨਹੀਂ ਹੋ ਪਾਣਗੀਆਂ, ਇਸ ਲਈ ਉਹਨਾਂ ਨੂੰ ਆਪਣਾ ਚਿਹਰਾ ਜਿਹੜਾ ਹੈ ਅੱਛੇ ਕੰਮ ਵਾਲਾ ਦਿਖਾਣਾ ਪੈਂਦਾ ਹੈ। ਜਿਤਨੀ ਵੀ ਸੰਸਥਾਵਾਂ ਨੂੰ ਉਹ ਫੰਡਿੰਗ ਕਰ ਰਹੀਆਂ ਨੇ, ਮੰਨ ਲਓ ਇੱਕ ਸੰਸਥਾ ਨੂੰ ਉਹ ਫੰਡਿੰਗ ਕਰ ਰਹੇ ਨੇ ਕਿ ਤੁਸੀਂ ਆਰਗੈਨਿਕ ਫਾਰਮਿੰਗ ਦੇ ਵਿੱਚ ਕੰਮ ਕਰੋ, ਅਸੀਂ ਤੁਹਾਨੂੰ ਫੰਡਿੰਗ ਕਰ ਰਹੇ ਹਾਂ, ਪਰ ਐਜ਼ ਵੈਲ ਜਿਵੇਂ ਇੰਡੀਅਨ ਗਵਰਨਮੈਂਟ ਜਿਹੜੀ ਹੈ ਆਰਗੈਨਿਕ ਫਾਰਮਿੰਗ ਵਾਸਤੇ ਫੰਡਿੰਗ ਕਰ ਰਹੀ ਹੈ, ਠੀਕ ਹੈ, ਆਰਗੈਨਿਕ ਫਾਰਮਿੰਗ ਵਾਸਤੇ ਫੰਡਿੰਗ ਕਰਦੀ ਹੈ ਸਭ ਕੁਝ, ਪਰ ਐਜ਼ ਵੈਲ ਐਜ਼ ਮੌਨਸੈਂਟੋ ਨੂੰ ਵੀ ਉਹ ਜਿਹੜਾ ਹੈਗਾ ਉਹ ਮੌਨਸੈਂਟੋ ਦੇ ਜਿਤਨੇ ਵੀ ਪ੍ਰੋਜੈਕਟ ਨੇ ਉਹਨਾਂ ਨੂੰ ਵੀ ਗ੍ਰੀਨ ਝੰਡੀ ਦੇਈ ਜਾਂਦੀ ਹੈ। ਬ੍ਰਿੰਜਲ ਬੈਂਗਨ ਵੀ ਆ ਜਾਂਦਾ ਹੈਗਾ, ਹੈ ਨਾ, ਔਰ ਕੈਨੋਲਾ ਬੀਜ ਵੀ ਆ ਜਾਂਦਾ, ਬਕਾਇਦਾ ਵੀਡੀਓ ਲੇਬਲ ਦੇ ਵਿੱਚ ਉਹ ਬੀਜ ਵੰਡੇ ਜਾਂਦੇ ਹੈ, ਯੂਨੀਵਰਸਿਟੀਜ਼ ਵੱਲੋਂ ਉਹਨਾਂ ਨੂੰ ਮਤਲਬ ਸਟੱਡੀ ਪੈਟਰਨ ਵੀ ਸ਼ਾਮਲ ਕੀਤਾ ਜਾਂਦਾ ਹੈਗਾ ਜੀ। ਤੇ ਦੋਵੇਂ ਕੰਮ ਇਕੱਠੇ ਕਿਉਂ ਚੱਲ ਰਹੇ ਨੇ? ਕਿਉਂਕਿ ਇੱਕ ਪਾਸੇ ਉਹਨਾਂ ਨੂੰ ਮਨੁੱਖੀ ਚਿਹਰਾ ਦਿਖਾਣਾ ਪੈਂਦਾ ਹੈ, ਠੀਕ ਹੈ, ਦੂਸਰੇ ਪਾਸੇ ਉਹਨਾਂ ਨੂੰ ਜਿਹੜਾ ਹੈਗਾ ਉਹ ਜਿਹੜੇ ਕਾਰਪੋਰੇਟ ਵਰਲਡ ਨੇ ਉਹਨਾਂ ਦਾ ਵੀ ਪੱਖ ਉਹਨਾਂ ਨੂੰ ਪੂਰਨਾ ਪੈਂਦਾ ਹੈ, ਕਿਉਂਕਿ ਉੱਥੋਂ ਜਦੋਂ ਉਹਨਾਂ ਨੂੰ ਚੁਣਾਵ ਲੜਨਾ ਹੈ
ਉਹਨਾਂ ਨੇ ਪੈਸਾ ਤੇ ਗਰੀਬ ਕਿਸਾਨਾਂ ਤੋਂ ਨਹੀਂ ਲੈਣਾ ਜੀ। ਗਰੀਬ ਕਿਸਾਨਾਂ ਨੂੰ ਸਿਰਫ ਵੋਟ ਦੇਣਾ, ਉਹਨਾਂ ਨੂੰ ਸਿਰਫ ਅੰਗੂਠਾ ਚਾਹੀਦਾ ਹੈ। ਉਹਨਾਂ ਨੂੰ ਗਰੀਬ ਬੰਦਿਆਂ ਦਾ ਸਿਰਫ ਅੰਗੂਠਾ ਚਾਹੀਦਾ ਹੈ। ਉਹ ਅੰਗੂਠਾ ਲੈਣ ਲਈ ਪੈਸਾ ਤੇ ਉਹਨਾਂ ਨੂੰ ਕਾਰਪੋਰੇਟ ਵਰਲਡ ਹੀ ਦਿੰਦਾ ਹੈ ਨਾ ਜੀ। ਉਹੀ ਕਾਰਪੋਰੇਟ ਵਰਲਡ ਜਿਹੜਾ ਹੈਗਾ ਉਹ ਅਨਾਜ ਦਾ ਮਾਫੀਆ ਹੈਗਾ। ਉਹੀ ਕਾਰਪੋਰੇਟ ਵਰਲਡ ਜਿਹੜਾ ਹੈ ਸ਼ੂਗਰ ਦਾ ਮਾਫੀਆ ਹੈਗਾ। ਉਹੀ ਕਾਰਪੋਰੇਟ ਵਰਲਡ ਜਿਹੜਾ ਹੈ ਫਾਰਮੇਸੀ ਦਾ ਮਾਫੀਆ ਹੈਗਾ। ਠੀਕ ਹੈ, ਜਿਵੇਂ ਹੁਣ ਕੋਰੋਨਾ ਵੀ ਜਿਹੜਾ ਹੈਗਾ ਇਹ ਉਸ ਤਰ੍ਹਾਂ ਦੀ ਬਿਮਾਰੀ ਨਹੀਂ ਹੈ ਜਿਸ ਤਰ੍ਹਾਂ ਦਾ ਇਹਨੂੰ ਕੀਤਾ ਜਾ ਗਿਆ ਹੈਗਾ। ਇਹ ਇੱਕ ਥਰਡ ਵਰਲਡ ਵਾਰ ਹੈ। ਜੀ ਜੀ, ਚਲੋ ਆਪਾਂ ਇੱਧਰ ਜਿਹੜਾ ਸਾਡਾ ਵਿਸ਼ਾ ਇਹ ਨਹੀਂ, ਮੈਂ ਤੁਹਾਨੂੰ ਦੁਬਾਰਾ ਵਾਪਸ ਲੈ ਕੇ ਆਉਣਾ ਵਾ ਤੁਹਾਡੇ ਉਸੇ ਸਵਾਲ ਤੇ ਵੀ ਵਿਧੀ ਦੇ ਸੰਬੰਧ 'ਚ ਮੈਂ ਤੁਹਾਨੂੰ ਸਵਾਲ ਕੀਤਾ ਹੈ ਵੀ ਵਿਧੀ ਜਿਹੜੇ ਤੁਹਾਨੂੰ ਲੱਗਦੇ ਨੇ ਤੁਹਾਡੀ ਸ਼ੰਕਾ ਦੇ ਨਜ਼ਰ 'ਚ ਨੇ ਕਿ ਉਹ ਵਿਧੀ ਵੀ ਉਹਨਾਂ ਨੇ ਆਪਣੀ ਚੇਂਜ ਕੀਤੀ ਹੈ ਖੇਤੀ ਦੀ, ਕਿ ਕੇਵਲ ਜਿਹੜੀ ਡਾਇਰੈਕਸ਼ਨ ਆ ਰਹੀ ਹੈ ਪਿੱਛੋਂ ਤੁਸੀਂ ਮਹਿਸੂਸ ਕਰਦੇ ਜੇ ਤੇ ਵਿਧੀ ਉਹੋ ਹੀ ਹੈ ਜਿਹੜੀ ਜਿਸ ਵਿਧੀ ਨਾਲ ਜਿਹੜੀ ਐਕਸੈਪਟਡ ਵਿਧੀ ਹੈ, ਜਿਹੜੀ ਚਾਹੀਦੀ ਵਿਧੀ ਹੈ, ਉਹੋ ਹੀ ਵਿਧੀ ਹੈ? ਹਾਂ, ਲਗਭਗ ਇੱਕੋ ਹੀ ਹੈ, ਲਗਭਗ ਇੱਕੋ ਹੀ ਹੈ। ਲੇਕਿਨ ਉਹਨਾਂ ਨੇ ਇੱਕ ਕੰਮ ਜ਼ਰੂਰ ਇਹਦੇ ਵਿੱਚ ਬਹੁਤ ਵੱਡਾ ਕੀਤਾ ਹੈਗਾ ਕਿ ਉਹਨਾਂ ਨੇ ਸਿਰਫ ਗਾਂ ਨੂੰ ਇਹਦੇ ਨਾਲ ਜੋੜਿਆ, ਗਾਂ ਨੂੰ ਜੋੜ ਦਿੱਤਾ ਇਹਦੇ ਨਾਲ। ਅੱਛਾ, ਗਾਂ ਵਿੱਚ ਜਦਕਿ ਗਾਂ ਦਾ ਗੋਬਰ ਹੋਵੇ, ਹਾਂ, ਜਦਕਿ ਗਾਂ ਦਾ ਗੋਬਰ ਹੋਵੇ, ਮੱਝ ਦਾ ਗੋਬਰ ਹੋਵੇ, ਬੱਕਰੀ ਦੀ ਮਤਲਬ ਵੇਸਟ ਹੋਵੇ, ਮੁਰਗੀ ਦਾ ਵੇਸਟ ਹੋਵੇ, ਬਤਖ ਦੀ ਵੇਸਟ ਹੋਵੇ, ਬਰਾਬਰ ਇਕੁਅਲੀ ਉਸਨੂੰ ਯੂਜ਼ ਕੀਤਾ ਜਾ ਸਕਦਾ ਹੈ। ਪਰ ਉਹਨਾਂ ਨੇ ਬੇਸਿਕਲੀ ਮਤਲਬ ਗਾਂ ਫੇਰ ਵਿੱਚ ਆ ਗਈ ਹੈ ਜੋ ਬੇਸਿਕਲੀ ਮੈਂ ਇੱਥੇ ਤੁਹਾਨੂੰ ਕਹਿਣਾ ਚਾਹੁੰਦਾ ਸੀ। ਤੁਸੀਂ ਇਹੋ ਮੇਰਾ ਪੁੱਛਣ ਦਾ ਮਕਸਦ ਇਹ ਸੀ ਵੀ ਕੋਈ ਨਾ ਕੋਈ ਉਹਨਾਂ ਦਾ ਜਿਹੜਾ ਮੋਟਿਵ ਹੈ, ਉਹਨਾਂ ਦਾ ਕੋਈ ਨਾ ਕੋਈ ਟੀਚਾ ਇਹਦੇ ਵਿੱਚੋਂ ਪੂਰਾ ਹੁੰਦਾ ਹੋਏਗਾ ਤੇ ਉਹ ਪਿੱਛੋਂ ਡਾਇਰੈਕਟ ਕਰ ਰਹੇ ਨੇ। ਅਦਰਵਾਈਜ਼ ਉਹਨਾਂ ਨੂੰ ਕੀ ਲੋੜ ਪੈ ਗਈ ਵੀ ਜਿੱਦਾਂ ਟਮਾਟਰ ਤੁਸੀਂ ਬੀਜਦੇ ਜੇ ਉੱਦਾਂ ਉਹ ਆਪਣੇ ਬੰਦੇ ਗਾੜੀ ਲਾ ਕੇ ਬਜਾਈ ਜਾਣ ਤੇ ਟਮਾਟਰ ਤੇ ਸੈਕੂਲਰ ਹੈ, ਟਮਾਟਰ ਤੇ ਆਰਐਸਐਸ ਦਾ ਹੋ ਨਹੀਂ ਸਕਦਾ, ਟਮਾਟਰ ਤੇ ਟਮਾਟਰ ਹੁੰਦਾ ਹੈ। ਸੋ ਇਸ ਕਰਕੇ ਇਸ ਦੇ ਪਿੱਛੇ ਇੱਕ ਹੋਰ ਵੀ ਚੀਜ਼ ਕੰਮ ਕਰਦੀ ਹੈ, ਜਿਹੜੇ ਅਮੀਰ ਲੋਕ ਨੇ ਜੀ, ਜਿਹੜੇ ਅਮੀਰ ਲੋਕ ਨੇ, ਜਿਹੜੇ ਐਲਾਈਟ ਪੀਪਲਸ ਨੇ, ਉਹਨਾਂ ਨੂੰ ਆਰਗੈਨਿਕ ਚਾਹੀਦਾ ਹੈਗਾ ਤੇ ਉਹ ਖਾਸ ਲੋਕ ਪੈਦਾ ਕਰਨਗੇ, ਖਾਸ ਲੋਕ ਜਿਹੜੇ ਨੇ ਬਹੁਤ ਉੱਚੇ ਰੇਟ ਵਿੱਚ ਵੇਚਣਗੇ ਤੇ ਉਹ ਉਹਨਾਂ ਦਾ ਕੰਮ ਬਣੇਗਾ। ਮੋਨੋਪੋਲੀ ਤਾਂ ਤੁਸੀਂ ਮਹਿਸੂਸ ਕਰ ਰਹੇ ਜੇ ਵੀ ਆਉਣ ਵਾਲੇ ਸਮੇਂ ਦੇ ਵਿੱਚ ਮੋਨੋਪੋਲੀ ਹਾਂਜੀ, ਠੀਕ ਹੈ, ਬਿਲਕੁਲ। ਤੁਹਾਡਾ ਉਹ ਖਾਸ ਵਰਗ ਦਾ ਵੀ ਕੰਮ ਹੈਗਾ ਕਿ ਖਾਸ ਵਰਗ ਨੂੰ ਜਿਹੜਾ ਆਰਗੈਨਿਕ ਮਿਲੇ। ਬਿਲਕੁਲ। ਬਾਕੀ ਜਿਹੜਾ ਹੈਗਾ ਉਹ ਆਮ ਕਿਸਾਨ ਨੂੰ ਜਿਹੜਾ ਹੈਗਾ ਉਹ ਤੇ ਉਹਨਾਂ ਨੇ ਜਿਹੜੇ ਉਹ ਦਵਾਈ ਦੇ ਗੇੜ ਵਿੱਚ ਪਾ ਦਿੱਤਾ ਹੈ, ਉਸ ਤੋਂ ਨਿਕਲਣ ਨਹੀਂ ਦੇ ਰਹੇ। ਐਗਜ਼ੈਕਟਲੀ, ਜੋ ਕਿ ਪੋਇਜ਼ਨ ਇੱਕ ਜ਼ਹਿਰ ਬਣ ਚੁੱਕਾ ਹੈ ਪੰਜਾਬ ਦੇ ਵਿੱਚ। ਵੱਡਾ ਕੈਂਸਰ ਦਾ ਕਾਰਨ ਜੋ ਸਾਡੀ ਗੋਭੀ ਜੋ ਕਿ ਡਾਇਰੈਕਟ ਸਪਰੇਅ ਅੰਦਰ ਆਉਂਦੀ ਹੈ, ਟਮਾਟਰ ਡਾਇਰੈਕਟ ਸਪਰੇਅ ਦੇ ਅੰਦਰ ਆਉਂਦਾ ਵਾ। ਹਾਲਾਂਕਿ ਜਿਹੜੀ ਗਾਜਰ ਹੈ, ਆਲੂ ਨੇ ਜੋ ਧਰਤੀ ਦੇ ਅੰਦਰ ਨੇ, ਉਹਨਾਂ ਦਾ ਤਾਂ ਥੋੜ੍ਹਾ ਜਿਹਾ ਬਚਾਅ ਹੋ ਜਾਂਦਾ ਹੈ, ਪਰ ਜਿਹੜੀ ਸਬਜ਼ੀ ਡਾਇਰੈਕਟ ਸਪਰੇਅ ਦੇ ਅੰਦਰ ਆਉਂਦੀ ਹੈ ਉਹ ਸਾਨੂੰ ਵੱਡੀਆਂ ਵੱਡੀਆਂ ਬਿਮਾਰੀਆਂ ਤੱਕ ਲੈ ਕੇ ਜਾਂਦੀ ਹੈ। ਪੰਜਾਬ ਦੇ ਵਿੱਚ ਜਿਹੜਾ ਮੈਂ ਪਿੱਛੇ ਜਿਹੀ ਰਿਪੋਰਟ ਪੜ੍ਹ ਰਿਹਾ ਸੀ ਵੀ 2025 ਤੱਕ 70% ਲੋਕਾਂ ਨੂੰ ਜਿਹੜੀ ਕੈਂਸਰ ਹੋਣ ਜਾ ਰਹੀ ਹੈ, ਉਹਦਾ ਕਾਰਨ ਵੱਡਾ ਜਿਹੜਾ ਵਾ ਉੱਥੇ ਕੰਟੈਮੀਨੇਟਡ ਮਿਲਕ, ਜਿਹੜਾ ਕਿ ਐਵੇਂ ਬਣਾਈ ਜਾਂਦੇ ਨੇ। ਵੇਰਕ ਵਾਲਿਆਂ ਨੇ ਡਿਕਲੇਅਰ ਕਰ ਦਿੱਤਾ ਵੀ ਸਾਡੇ ਕੋਲ ਇਹਨਾਂ ਦੁੱਧ ਹੀ ਨਹੀਂ ਜਿੰਨਾ ਪੰਜਾਬ ਦੇ ਵਿੱਚ, ਜਾਂ ਜਿੰਨਾ ਇਸ ਵੇਲੇ ਦੁੱਧ ਲੱਗ ਰਿਹਾ ਹੈ ਉਹਨਾਂ ਦੁੱਧ ਅਸੀਂ ਪੈਦਾ ਹੀ ਨਹੀਂ ਕਰਦੇ। ਕਿੱਥੋਂ ਆ ਰਿਹਾ ਦੁੱਧ? ਡਿਟਰਜੈਂਟ ਪਾਊਡਰ ਤੋਂ ਤਰ੍ਹਾਂ ਤਰ੍ਹਾਂ ਦੇ ਕੈਮੀਕਲ ਮਿਲਾ ਕੇ। ਜਿਹੜੀ ਸਾਡੀ ਇੱਕ ਤੇ ਲੋੜ ਹੈ, ਇੱਕ ਆਸ਼ਾ ਤੇ ਦਿਖਾਵਾ ਹੈ। ਅਸੀਂ ਜਿਹੜਾ ਦਿਖਾਵਾ ਕਰਨਾ ਹੁੰਦਾ ਵਿਆਹਾਂ ਦੇ ਵਿੱਚ, ਜਾਂ ਅਸੀਂ ਆਪਣੇ ਧਾਰਮਿਕ ਮੌਕਿਆਂ ਤੇ, ਈਵਨ ਜਦੋਂ ਕੋਈ ਬੁੱਢਾ ਵੀ ਚੜ੍ਹਾਈ ਕਰ ਜਾਂਦਾ ਉਦੋਂ ਵੀ ਸਾਨੂੰ ਵੱਡਾ ਦਿਖਾਵਾ ਕਰਨ ਦੀ ਲੋੜ ਪੈਂਦੀ ਵੀ ਇਹਨੂੰ ਵੱਡਾ ਕਰ ਦਿਓ। ਉਹ ਵੱਡਾ ਵਿਚਾਰਾ ਹੋ ਗਿਆ, ਚਲਾ ਗਿਆ ਦੁਨੀਆ ਤੋਂ ਪਹਿਲਾਂ ਹੀ, ਅਸੀਂ ਹੋਰ ਵੱਡਾ ਕਰ ਦਿੰਦੇ ਹਾਂ ਮਗਰੋਂ ਵੀ ਜਿਹੜੇ 2-4 ਪਿੱਛੇ ਬੈਠੇ ਨੇ ਉਹ ਵੀ ਨਾਲ ਹੀ ਤੁਰ ਜਾਣ ਖਾ ਕੇ ਕੰਟੈਮੀਨੇਟਡ ਚੀਜ਼ਾਂ। ਮੇਰਾ ਸਵਾਲ ਹੈ ਜੀ ਤੁਹਾਨੂੰ, ਸਰਦਾਰ ਅਮਰਪਾਲ ਸਿੰਘ ਜੀ, ਸਪਸ਼ਟ ਜੇ ਮੈਂ ਤੁਹਾਨੂੰ ਸਵਾਲ ਪੁੱਛਣ ਲੱਗਾ, ਮੈਂ ਚਾਹਾਂਗਾ ਤੁਸੀਂ ਇਹਦਾ ਜਵਾਬ ਦਿਓ ਖੁੱਲ੍ਹ ਕੇ ਜੀ। ਇੱਕ ਹੁੰਦੀ ਹੈ ਆਈਡੀਓਲੋਜੀ, ਆਦਰਸ਼ ਜੀ। ਆਦਰਸ਼ ਪ੍ਰੇਰਨਾ ਸਰੋਤ ਤੇ ਹੋ ਸਕਦਾ ਹੈ ਜਿੰਨਾ ਚਿਰ ਉਸ ਆਦਰਸ਼ ਦੇ ਉੱਤੇ ਕੋਈ ਢਾਂਚਾ ਖੜਾ ਨਹੀਂ ਕੀਤਾ ਜਾਂਦਾ ਜੀ। ਜੇ ਢਾਂਚਾ ਖੜਾ ਨਹੀਂ ਕੀਤਾ ਜਾਂਦਾ, ਆਦਰਸ਼ ਕੇਵਲ ਪ੍ਰੇਰਨਾ ਸਰੋਤ ਹੁੰਦਾ, ਕੋਈ ਇਨਕਲਾਬ ਨਹੀਂ ਆਉਂਦਾ, ਕੇਵਲ ਇੱਕ ਪ੍ਰੇਰਨਾ ਮਿਲੇਗੀ। ਤੁਸੀਂ ਜਿੱਦਾਂ ਪੁਰਾਣੇ ਗ੍ਰੰਥ ਕੱਢ ਕੇ ਆਪਾਂ ਵੇਖ ਲੈਂਦੇ ਹਾਂ, ਢਾਂਚਾ ਖੜਾ ਨਹੀਂ ਹੈ ਤੇ ਪ੍ਰੇਰਨਾ ਸਰੋਤ ਨੇ, ਤੇ ਆਉਣ ਵਾਲੇ ਸਮੇਂ ਦੇ ਵਿੱਚ ਉਹ ਗ੍ਰੰਥ ਵੀ ਜਿਹੜੇ ਅਲੋਪ ਹੋ ਜਾਂਦੇ ਨੇ। ਸੋ ਇੱਦਾਂ ਹੀ ਇੱਕ ਬੜਾ ਤੁਹਾਡੀ ਜਿਹੜੀ ਤੁਸੀਂ ਗੱਲ ਲੈ ਕੇ ਚੱਲੇ ਜੇ, ਬੜੀ ਆਦਰਸ਼ਕ, ਬੜੀ ਸਾਫ਼ ਸੁਥਰੀ ਜੀ, ਇਹਦੇ ਟੀਚੇ ਬੜੇ ਸਾਰਥਿਕ ਲੋਕ ਹਿੱਤ ਨਜ਼ਰ ਆ ਰਹੇ ਨੇ। ਪਰ ਕਾਰਨ ਹੈਗਾ ਵੀ ਜਿਹੜੀ ਕਿਸਾਨੀ ਹੈ,
ਉਹ ਇੱਕ ਕਿਰਤ ਹੈ, ਕਿਸਾਨ ਲਈ ਇੱਕ ਧੰਦਾ ਹੈ। ਹੁਣ ਜਿਹੜਾ ਧੰਦਾ ਹੈ ਉਹ ਰਿਲੇਟਡ ਹੁੰਦਾ ਹੈ ਤੁਹਾਡਾ ਜਿਹੜਾ ਇਕਨੋਮੀ ਦੇ ਨਾਲ, ਵੀ ਉਹਨੂੰ ਨਿਕਲੇਗਾ ਕਿ ਉਹਦੀ ਟਰਨਓਵਰ ਕੀ ਹੋਏਗੀ। ਜੇ 10 ਕਿੱਲੇ ਆ ਕਿਸੇ ਦੇ ਕੋਲੋਂ ਕਣਕ ਬੀਜਦਾ ਵਾ ਤਾਂ ਉਹਨੂੰ ਆਈਡੀਆ ਹੈ ਵੀ 10 ਕਿੱਲਿਆਂ ਦੀ ਕਣਕ ਬੀਜ ਕੇ ਮੈਂ ਜਿਹੜਾ ਵਾ ਇਸ ਫਸਲ ਤੋਂ ਇੰਨੇ ਪੈਸੇ ਲੈ ਲੈਣੇ ਆ। ਹੁਣ ਜਿਹੜੀ ਅਸੀਂ ਰਿਪਲੇਸਮੈਂਟ ਕਰਨਾ ਚਾਹੁੰਦੇ ਆ ਇਸ ਫਸਲ ਦੇ ਵਿੱਚ, ਇਸ ਖੇਤੀ ਦੇ ਵਿੱਚ, ਕੋਧਰੇ ਦੀ ਖੇਤੀ ਦੇ ਵਿੱਚ, ਇਹਨੂੰ ਕੀ ਕਿਸਾਨੀ ਦੇ ਉਸ ਜਿਹੜਾ ਇਕਨੋਮਿਕਲ ਬਦਲਿਆ ਉਹ ਵੀ ਇਹ ਪੇਸ਼ ਕਰੇਗੀ, ਤਾਂ ਕਿ ਕਿਸਾਨ ਉਸ ਪੱਖ ਤੋਂ ਵੀ ਇਹ ਗੱਲ ਜਿਹੜਾ ਵਾ ਸੋਚਣ ਤੋਂ ਮੁਕਤ ਹੋ ਜਾਵੇ ਵੀ ਨਹੀਂ, ਮੈਨੂੰ ਮਾਇਕ ਤੌਰ ਤੇ ਵੀ ਜਿਹੜੀ ਹੈ ਕੋਈ ਆਉਣ ਵਾਲੇ ਸਮੇਂ 'ਚ ਮੁਸ਼ਕਲ ਨਹੀਂ ਆਏਗੀ। ਜੀ ਐਕਚੁਅਲੀ ਅਸੀਂ ਬੜੇ ਆਰਾਮ ਨਾਲ ਦੇਖ ਸਕਦੇ ਹਾਂ ਕਿ ਜਿਹੜਾ ਕਮਰੇ 'ਚ ਪੱਖਾ ਲੱਗਿਆ ਹੋਇਆ ਮੇਰੇ ਜੀ, ਉਹ ਕਮਰੇ ਦਾ ਪੱਖਾ ਜਿਹੜੇ ਕੰਪਨੀ ਕੋਈ ਬਣਾਉਂਦੀ ਹੈ ਤੇ ਉਹਦਾ ਮੁੱਲ ਕੌਣ ਤੈਅ ਕਰਦਾ ਹੈ? ਬੜੀ ਸਿੰਪਲ ਜੀ ਗੱਲ ਹੈ, ਜਿਹੜੀ ਕੰਪਨੀ ਬਣਾਉਂਦੀ ਹੈ ਉਹਦਾ ਮੁੱਲ ਉਹ ਤੈਅ ਕਰਦਾ ਹੈ। ਐਗਜ਼ੈਕਟਲੀ। ਲੇਕਿਨ ਕਦੀ ਅਸੀਂ ਇਹ ਨਹੀਂ ਸੋਚਿਆ ਕਿ ਜਦ ਮੈਂ ਖੇਤੀ ਕਰਦਾ ਪਿਆ ਵਾਂ ਤੇ ਮੇਰੀ ਖੇਤੀ ਦੇ ਜਿਹੜੇ ਬੀਜ ਨੇ ਜਾਂ ਜਿਹੜੀ ਫਸਲ ਹੈ ਉਹਦਾ ਮੁੱਲ ਵੀ ਮੈਂ ਤੈਅ ਕਰਾਂ। ਲੇਕਿਨ ਇੱਥੇ ਅਸੀਂ ਟਪਲਾ ਖਾ ਗਏ। ਉਹ ਮੁੱਲ ਤੈਅ ਕਰਦੀਆਂ ਸਰਕਾਰਾਂ, ਤੇ ਹੁਣ ਜਦ ਸਰਕਾਰਾਂ ਮੁੱਲ ਤੈਅ ਕਰਨਗੀਆਂ ਤੇ ਉਹ ਪੂਰੀ ਦੁਨੀਆ ਦਾ ਸਿਧਾਂਤ ਹੈ ਕਿ ਬਾਬਰ ਨੂੰ ਜਾਬਰ ਕਹਿਣਾ ਪੈਣਾ ਹੈ, ਕਿਉਂਕਿ ਉਹਨਾਂ ਨੇ ਕਦੀ ਵੀ ਕਿਸਾਨਾਂ ਦਾ ਹੱਕ ਨਹੀਂ ਪੂਰਨਾ। ਇਹ ਦੁਨੀਆ ਦਾ ਇਤਿਹਾਸ ਹੈ, ਇਕੱਲੇ ਪੰਜਾਬ ਤੇ ਇੰਡੀਆ ਦੀ ਗੱਲ ਨਹੀਂ ਹੈਗੀ, ਇਹ ਸਾਰੀ ਦੁਨੀਆ ਦਾ ਹੀ ਮਸਲਾ ਹੈਗਾ। ਤੇ ਆਉਣ ਵਾਲੇ ਟਾਈਮ ਵਿੱਚ ਜਿੰਨੀਆਂ ਵੀ ਐਗਰੀਕਲਚਰਲ ਪਾਲਿਸੀਜ਼ ਬੰਦੀਆਂ ਪਈਆਂ ਨੇ ਉਹ ਕਿਸਾਨਾਂ ਦੇ ਹੱਕ ਦੀਆਂ ਨਹੀਂ ਹੈਗੀਆਂ। ਲੇਕਿਨ ਅਸੀਂ ਜਦ ਦੇਖਦੇ ਹਾਂ ਕਿ ਹਰ ਅੱਧੇ ਘੰਟੇ ਬਾਅਦ ਇੱਕ ਕਿਸਾਨ ਆਤਮ ਹੱਤਿਆ ਕਰਨ ਡਿਆ ਹੈ, ਕਿਸਾਨੀ ਸਾਨੂੰ ਉਹਨਾਂ ਦੀਆਂ ਪਾਲਿਸੀਆਂ ਤੋਂ ਇਹ ਸਮਝ ਆਉਣ ਡਿਆ ਕਿ ਕਿਸਾਨੀ ਘਾਟੇ ਦਾ ਸੌਦਾ ਹੈ। ਲੇਕਿਨ ਟਰੈਕਟਰ ਬਣਾਉਣ ਵਾਲੀ ਕੰਪਨੀ, ਬੀਜ ਬਣਾਉਣ ਵਾਲੀ ਕੰਪਨੀ, ਯੂਰੀਆ ਵਾਲੀ, ਸਪਰੇ ਕਰਨ ਵਾਲੀ, ਉਹ ਤਾਂ ਰਾਜ ਕਰਦੀਆਂ ਪਈਆਂ ਨੇ। ਜਿਹੜੀ ਉਹਦੀ ਸ਼ੇਅਰ ਮਾਰਕੀਟ ਕਰਦੀਆਂ ਨੇ, ਟ੍ਰੇਡਿੰਗ ਕਰਦੀਆਂ ਨੇ, ਪੈਕਿੰਗ ਕਰਦੀਆਂ ਨੇ, ਉਹ ਤਾਂ ਅਰਬਾਂ ਖਰਬਾਂ ਰੁਪਏ ਰੋਜ਼ ਦਾ ਟਰਨਓਵਰ ਕਰਦੀਆਂ ਪਈਆਂ ਨੇ, ਉਹ ਤਾਂ ਬਾਦਸ਼ਾਹ ਬਣ ਗਏ ਨੇ। ਲੇਕਿਨ ਜਿਹੜਾ ਕਿਸਾਨ ਹੈਗਾ ਉਹ ਰੋਟੀ ਖਾਣ ਜੋਗੇ ਵੀ ਨਹੀਂ ਰਹਿ ਗਿਆ। ਸੋ ਬੜਾ ਸਾਫ਼ ਸਮਝ ਆਉਂਦਾ ਹੈ ਕਿ ਕਿਸਾਨੀ ਘਾਟੇ ਦਾ ਸੌਦਾ ਨਹੀਂ ਹੈਗਾ। ਜਿਹੜੇ ਹਾਕਮ ਨੇ ਉਹ ਚਾਹੁੰਦੇ ਨਹੀਂ ਕਿ ਕਿਸਾਨੀ ਇਹ ਬਣੇ, ਤੇ ਆਉਣ ਵਾਲੇ ਟਾਈਮ ਵਿੱਚ ਬੜੀ ਜਲਦੀ ਬੀਜ ਲਾਅ ਆਉਣ ਲੱਗਾ, ਸੀਡ ਲਾਅ, ਕਿ ਕੋਈ ਕਿਸਾਨ ਬੀਜ ਹੀ ਨਹੀਂ ਰੱਖ ਪਾਏਗਾ, ਕਿਉਂਕਿ ਜਿਹੜਾ ਰੱਖੇਗਾ ਉਹਨੂੰ ਸਿੱਧਾ 7-8 ਸਾਲ ਦੀ ਕੈਦ ਹੋਏਗੀ। ਇਹ ਜੀਐਮਓ ਦੇ ਨਾਂ ਤੇ ਇਹ ਅਸੀਂ ਕਰਦੇ ਪਏ ਆ, ਇਹ ਉਹ ਨਹੀਂ ਕਰਦੇ ਪਏ। ਪੜ੍ਹ ਲਿਖ ਕੇ ਵੱਡੀ ਪੰਜਾਬ ਦੀਆਂ ਜਾਂ ਦੁਨੀਆ ਦੀ ਯੂਨੀਵਰਸਿਟੀਆਂ ਵਿੱਚ ਪੜ੍ਹ ਕੇ ਜੀਐਮਓ ਦੇ ਨਾਂ ਤੇ ਉਹਨੂੰ, ਚਾਹੇ ਤੁਸੀਂ ਜਿਹੜਾ ਆਰਟੀਫਿਸ਼ੀਅਲ ਇੰਟੈਲੀਜੈਂਸ ਦੇ ਨਾਂ ਤੇ ਕਹਿ ਲਓ, ਜਿਹੜੀਆਂ ਮੌਨਸੈਂਟੋ ਕੰਪਨੀਆਂ, ਬਾਇਰ ਕੰਪਨੀਆਂ ਹੈਗੀਆਂ, ਇਹਨਾਂ ਨੇ ਤਾਂ ਆਪਣੇ ਟਰੈਕਟਰ ਵਿੱਚ ਸੈਟੇਲਾਈਟ ਨਾਲ ਇੱਥੇ ਤੱਕ ਟੈਕਨੋਲੋਜੀ ਕਰ ਲਈ ਹੈ ਕਿ ਜਦ ਵੀ ਟਰੈਕਟਰ ਚੱਲੇਗਾ ਉਹ ਟਰੈਕਟਰ ਤੋਂ ਡਾਟਾ ਸਿੱਧਾ ਸੈਟੇਲਾਈਟ ਤੇ ਜਾਏਗਾ ਕਿ ਕਿਹੜਾ ਬੀਜ ਬੋਇਆ ਜਾਂਦਾ ਪਿਆ। ਇਸ ਲੈਵਲ ਦੀ ਟੈਕਨੋਲੋਜੀ ਨੂੰ ਯੂਜ਼ ਕਰਦੀਆਂ ਪਈਆਂ ਨੇ ਤਾਂ ਕਿ ਉਹਨਾਂ ਨੂੰ ਪਤਾ ਲੱਗ ਜੇ ਕਿ ਕਿਹੜੀ ਕੰਟਰੀ 'ਚ ਕਿਹੜਾ ਜਿਹੜਾ ਬੀਜ ਲੱਗੇਗਾ। ਇਸ ਲੈਵਲ ਤੱਕ ਉਹਨਾਂ ਦੀ ਚਾਲ ਤੱਕ ਕਿੰਨੀ ਅੱਗੇ ਤੱਕ ਚਲੀ ਗਈ ਹੈ। ਸਾਨੂੰ ਸਾਡਾ ਬੀਜ ਵੀ ਨਹੀਂ ਸੰਭਾਲਣ ਦਿੰਦੇ ਪਏ। ਸੋ ਖੇਤੀ ਤਾਂ ਹੋਏਗੀ, ਕਿਉਂਕਿ ਬੰਦੇ, ਚਾਹੇ ਤੁਸੀਂ ਕਮਰੇ 'ਚ ਬੈਠੇ ਹੋ, ਚਾਹੇ ਮੈਂ ਬੈਠਾ ਵਾਂ, ਚਾਹੇ ਦੁਨੀਆ ਦੇ ਕੋਈ ਵੀ ਕਿਸੇ ਵੀ ਫੈਕਟਰੀ 'ਚ ਬੰਦਾ ਬੈਠਾ ਹੈ, ਆਖਿਰਕਾਰ ਬੰਦੇ ਨੇ ਰੋਟੀ ਤਾਂ ਖਾਣੀ ਹੈ। ਸੋ ਖੇਤੀ ਤਾਂ ਹੋਏਗੀ, ਲੇਕਿਨ ਖੇਤੀ ਕਿਸਾਨ ਨਹੀਂ ਕਰੇਗਾ, ਖੇਤੀਆਂ ਕੰਪਨੀਆਂ ਕਰਨਗੀਆਂ। ਤੇ ਕੰਪਨੀਆਂ ਨੂੰ ਧੰਦਾ ਕਿਵੇਂ ਕਰਨਾ ਹੈ, ਇਹ ਬਸ ਉਹਦਾ ਹੀ ਪ੍ਰੋਗਰਾਮ ਚੱਲਦਾ ਪਿਆ ਹੈ ਕਿ ਕਿਸਾਨ ਨੂੰ ਉਹਦੀ ਕੰਜ਼ਿਊਮਰ ਬਣਾਤਾ ਹੈ, ਜਦ ਕਿ ਕਿਸਾਨੀ ਇੱਕ ਜੀਵਨ ਜਾਚ ਸੀ। ਅੱਜ ਪੰਜਾਬ ਦਾ ਕਿਸਾਨ ਜਾਂ ਆਪਣੇ ਵਾਸਤੇ ਥੋੜੀ ਜਿਹੀ ਵੱਖਰੀ ਰੱਖ ਲੈਂਦਾ ਹੈ, ਬਾਜ਼ਾਰ ਵਾਸਤੇ ਵੱਖਰੀ ਰੱਖਦਾ ਪਿਆ ਹੈ। ਬਿਲਕੁਲ, ਖੇਤੀ ਕਰਨੀ ਹੈ ਉਹ ਵੱਖਰੀ ਕਰਨੀ ਹੈ, ਬਾਜ਼ਾਰ ਵਾਲੇ ਮਰਦੇ ਮਰਨ। ਇਹ ਕਿਹੜੀ ਗੁਰੂ ਨਾਨਕ ਦੀ ਸਿੱਖੀ ਹੋਈ? ਸੋ ਉਹਦਾ ਮਤਲਬ ਉਹਨੂੰ ਪਤਾ ਹੈ ਕਿ ਵੀ ਇਹ ਜ਼ਹਿਰ ਹੈਗਾ ਤੇ ਮੈਂ ਇਹਨੂੰ ਨਹੀਂ ਖਾ ਸਕਦਾ, ਲੇਕਿਨ ਉਹ ਲਾਲਚ ਵਿੱਚ ਅੰਨਾ ਹੋ ਗਿਆ, ਉਹਦੀ ਜ਼ਮੀਰ ਮਰ ਚੁੱਕੀ ਹੈ। ਇਹ ਗੁਰੂ ਨਾਨਕ ਖੇਤੀ ਨਹੀਂ ਹੋ ਸਕਦੀ। ਤਾਂ ਹੀ ਇਸ ਦਾ ਹਾਰਾ ਨਾਰਾ ਮਾਰਦੇ ਪਏ ਆ ਕਿ ਇਹ ਅਹੰਕਾਰ ਦਾ ਧਾਰਨੀ ਇਹ ਨਹੀਂ ਹੋ ਸਕਦਾ ਕਿ ਆਪਣੇ ਵਾਸਤੇ ਤਾਂ ਅੰਮ੍ਰਿਤ ਖਾ ਲਿਆ ਤੇ ਦੂਜਿਆਂ ਨੂੰ ਜ਼ਹਿਰ ਦੇਵੇ। ਇਹ ਕਿਹੜੀ ਗੁਰੂ ਨਾਨਕ ਦੀ ਸਿੱਖੀ ਹੋਈ? ਇਹ ਕਿਹੜਾ ਗੁਰੂ ਨਾਨਕ ਦੇ ਸਿੱਖ ਦਾ ਕਿਰਦਾਰ ਹੋਇਆ? ਸੋ ਕਿਸਾਨੀ ਘਾਟੇ ਦਾ ਸੌਦਾ ਨਹੀਂ ਹੈ। ਕਿਸਾਨੀ ਦੀ ਜਿਹੜੀ ਸਿਧਾਂਤ ਬਣਾਏ ਹੋਏ ਨੇ, ਜਿਹੜੀ ਪਾਲਿਸੀਜ਼ ਨੇ, ਉਹ ਕਿਸਾਨੀ ਦਾ ਸੌਦਾ ਸਾਨੂੰ ਘਾਟੇ 'ਚ ਪਾਇਆ ਜਾਂਦਾ ਪਿਆ, ਜਿਹਦੇ ਵਾਸਤੇ ਅਸੀਂ ਦੇਖਦੇ ਹਾਂ ਕਿ ਕਿਸਾਨ ਜਦ ਬੈਂਕ 'ਚ ਲੋਨ ਲੈਣ ਜਾਂਦਾ ਹੈ ਉਸ ਚੱਕਰੀ ਵਿੱਚੋਂ ਕਦੀ ਨਿਕਲ ਹੀ ਨਹੀਂ ਪਾਉਂਦਾ। ਟਰੈਕਟਰ ਲੈਣ ਜਾਂਦਾ ਹੈ ਉਹ ਚੱਕਰ ਵਿੱਚੋਂ ਨਿਕਲ ਹੀ ਨਹੀਂ ਪਾਉਂਦਾ। ਯੂਰੀਆ ਲੈਣ ਜਾਂਦਾ ਹੈ ਉਹ ਨਿਕਲ ਹੀ ਨਹੀਂ ਪਾਉਂਦਾ। ਪੈਸਟੀਸਾਈਡ ਲੈਣ ਜਾਂਦਾ ਹੈ ਨਿਕਲ ਹੀ ਨਹੀਂ ਪਾਉਂਦਾ। ਸਪਰੇ ਲੈਣ ਜਾਂਦਾ ਹੈ ਨਿਕਲ ਹੀ ਨਹੀਂ ਪਾਉਂਦਾ। ਤੁਸੀਂ ਉਹਦਾ ਬੈਲੈਂਸ ਸ਼ੀਟ ਕੱਢੋ, ਸਾਰਾ ਪੈਸਾ ਤਾਂ ਇਹਦੇ 'ਚ ਹੀ ਨਿਕਲ ਜਾਂਦਾ ਉਹਦਾ। ਤੇ ਫਿਰ ਅੱਛਾ, ਇੰਨਾ ਕੁਝ ਕਰਨ ਦੇ ਬਾਵਜੂਦ ਅਗਲੇ ਸਾਲ ਫਿਰ ਬੀਜ ਲੈਣ ਫਿਰ ਕੰਪਨੀਆਂ ਕੋਲ ਜਾਂਦਾ ਪਿਆ। ਅਸੀਂ ਕਿੰਨੇ ਬੇਵਕੂਫ ਹਾਂ ਕਿ ਵੀ ਕੁਦਰਤ ਦੀ ਬਣਾਈ ਹੋਈ ਰਮਜ਼, ਜਦ ਪਾਤਸ਼ਾਹ ਨੇ ਕਹਿਤਾ ਹੈ ਹਰਮੰਦਰ ਇਹ ਜਗਤ ਹੈ ਗੁਰ ਬਿਨ ਘੋਰ ਅੰਧਾਰ, ਵੀ ਇਹ ਜਗਤ ਹਰਮੰਦਰ ਹੈ। ਹੁਣ ਹਰਮੰਦਰ ਵਿੱਚ ਜ਼ਹਿਰ ਤਾਂ ਨਹੀਂ ਨਾ ਪਾਈਦਾ ਵੀਰ ਜੀ। ਹਰਮੰਦਰ ਵਿੱਚ ਜ਼ਹਿਰ ਨਹੀਂ ਪਾਈਦਾ। ਉਸ ਹਰਮੰਦਰ ਵਿੱਚ 84 ਲੱਖ ਜੀਵ ਜੰਤੂ ਬੜੇ ਸੁਖ ਸ਼ਾਂਤੀ ਨਾਲ ਵਸਦਾ ਪਿਆ ਹੈ, ਖਾਂਦਾ ਪਿਆ ਹੈ, ਸੌਂਦਾ ਪਿਆ ਹੈ। ਲੇਕਿਨ ਅੱਜ ਅਸੀਂ ਉਹ ਘਰ ਪ੍ਰਮਾਤਮਾ ਦਾ, ਇਹ ਜਗ ਸੱਚੇ ਕੀ ਹੈ ਕੋਠਰੀ, ਸੱਚੇ ਕਾ ਵਿਸ਼ਵਾਸ,
ਉਹ ਤੇ ਸੱਚੇ ਦਾ ਆਵਾਸ ਹੈ, ਕੰਨ ਕੰਨ ਵਿੱਚ ਰਮਿਆ ਹੋਇਆ ਪ੍ਰਮਾਤਮਾ ਹੈਗਾ ਤੇ ਅਸੀਂ ਲੰਗਰ ਲਗਾਉਣ ਵਾਲੀ ਕੌਮ, ਅਸੀਂ ਉਹਨਾਂ ਦੇ ਲੰਗਰ ਵਿੱਚ ਕਿਵੇਂ ਵਿਘਨ ਪਾ ਸਕਦੇ ਹਾਂ? ਲੇਕਿਨ ਅਸੀਂ ਜਾਣੇ ਅਣਜਾਣੇ ਵਿਘਨ ਪਾਉਂਦੇ ਪਏ ਹਾਂ। ਤਾਂ ਹੀ ਤਾਂ ਬਾਦਸ਼ਾਹ ਕਹਿੰਦੇ ਨੇ ਨਰ ਅਚੇਤ ਪਾਪ ਤੇ ਡਰ ਰਹੇ। ਇਹ ਲੋਕਾਂ ਨੂੰ ਚੇਤੇ ਵੀ ਨਹੀਂ ਹੈ ਕਿ ਕਿਹੜਾ ਪਾਪ ਕਰਨ ਦੇ ਨੇ, ਤੇ ਉਹ ਫਿਰ ਅੱਜ ਉਹ ਕਿਸਾਨੀ ਦੇ ਰੂਪ ਵਿੱਚ ਕੈਂਸਰ ਬਣ ਕੇ ਬਠਿੰਡਾ ਟ੍ਰੇਨ ਚੱਲ ਕੇ ਸਾਡੇ ਘਰਾਂ 'ਚ ਹੀ ਆ ਗਿਆ ਹੈ। ਤੇ ਫਿਰ ਅਸੀਂ ਰੋਂਦੇ ਪਏ ਹਾਂ ਕਿ ਸੱਚੇ ਪਾਤਸ਼ਾਹ ਕਿਰਪਾ ਕਰ। ਬੀਜੈ ਬਿਖ ਮੰਗੈ ਅੰਮ੍ਰਿਤ ਵੇਖੋ ਇਹ ਨਿਆਓ। ਤੇ ਪਾਤਸ਼ਾਹ ਦਾ ਹੋਰ ਫਰਮਾਨ ਹੈ, ਜਪੀਐ ਨਾਮ ਜਪੀਐ ਅੰਨ। ਜਿੰਨਾ ਨਾਮ ਜਪਣਾ ਇੰਪੋਰਟੈਂਟ ਹੈ, ਅੰਨ ਨੂੰ ਵੀ ਸਮਝਣਾ, ਉਹਨੂੰ ਜਪਣਾ ਓਨਾ ਹੀ ਇੰਪੋਰਟੈਂਟ ਹੈ। ਭਾਵ ਉਹ ਅੰਨ ਦੀ ਖੇਤੀ ਕਰਨੀ, ਭਾਵ ਹੁਕਮ ਰਜਾਈ ਚੱਲਣਾ। ਅਗਰ ਕਾਦਰ ਦੀ ਬਣਾਈ ਹੋਈ ਕੁਦਰਤ ਵਿੱਚ ਅਸੀਂ ਗੈਰ ਕੁਦਰਤੀ ਬੀਜ ਪਾਵਾਂਗੇ ਤਾਂ ਇਹ ਹੁਕਮ ਰਜਾਈ ਚੱਲਣਾ ਨਹੀਂ ਹੋਇਆ, ਗੱਲ ਖਤਮ। ਤੇ ਅਗਰ ਹੁਕਮ ਰਜਾਈ ਚੱਲਣਾ ਤਾਂ ਹੀ ਹੋਏਗਾ ਜਿਹੜਾ ਕੁਦਰਤੀ ਬੀਜ ਹੋਏਗਾ। ਤੁਸੀਂ ਇਹ ਸਰਵੇ ਕਰਾ ਲਓ, ਚੰਡੀਗੜ੍ਹ ਯੂਨੀਵਰਸਿਟੀ ਵਿੱਚ ਮੈਂ ਬੱਚਿਆਂ ਨੂੰ ਪੁੱਛਿਆ ਸੀ, ਪਰਸੋਂ ਹੀ ਮੇਰੇ ਘਰ ਆਏ ਸੀ, ਤੇ PhD ਵਾਲੇ ਬੱਚਿਆਂ ਨੂੰ ਹਜੇ ਤੱਕ ਇਹ ਨਹੀਂ ਪਤਾ ਕਿ GMO ਦਾ ਫੁੱਲ ਫਾਰਮ ਕੀ ਹੈ। PhD ਜਿਹੜੇ ਬੱਚੇ ਕਰਦੇ ਪਏ ਨੇ ਉਸ ਯੂਨੀਵਰਸਿਟੀ ਦੇ, ਮੈਂ ਨਾਂ ਨਹੀਂ ਲੈਣਾ ਚਾਹੁੰਦਾ, ਤੇ ਲੇਕਿਨ ਹੁਣ ਬੱਚਿਆਂ ਨੂੰ ਇਹ ਨਹੀਂ ਪਤਾ ਕਿ GMO ਦਾ ਫੁੱਲ ਫਾਰਮ ਕੀ ਹੈ, ਕਿਉਂਕਿ ਉਹ ਸਿਰਫ ਆਪਣੇ ਕਿੱਤੇ ਤੱਕ ਹੀ ਸਹਿਮਤ ਨੇ। ਜਦ ਕਿ ਖਾਣਾ, ਅੰਨ ਤੇ ਮਨ ਦੋ ਹੀ ਤਾਂ ਕੰਮ ਕਰਨੇ ਨੇ, ਕਿ ਆਪਣੀ ਸੁਰਤ ਵਿੱਚ ਕੰਮ ਕਰਨਾ ਹੈ, ਮਨ ਦੀ ਖੇਤੀ ਕਰਨੀ ਹੈ, ਫਿਰ ਤਨ ਦੀ ਖੇਤੀ ਕਰਨੀ ਹੈ, ਫਿਰ ਇਸ ਧਰਤੀ ਤੇ ਖੇਤੀ ਕਰਨੀ ਹੈ ਤਾਂ ਕਿ ਇਹ ਧਰਤੀ ਵੀ ਖੁਸ਼ਹਾਲ ਰਹੇ। ਤੇ ਅੱਜ ਅਸੀਂ ਮਨ ਰੂਪੀ ਖੇਤੀ ਵਿੱਚ ਵੀ ਵੈਰ ਕਮਾਈ ਜਾਂਦੇ ਆ, ਤਨ ਰੂਪੀ ਖੇਤੀ ਵਿੱਚ ਵੀ ਜ਼ਹਿਰ ਪਾਈ ਜਾਂਦੇ ਆ, ਤੇ ਧਰਤੀ 'ਚ ਵੀ ਜ਼ਹਿਰ ਪਾਈ ਜਾਂਦੇ ਆ। ਫਿਰ ਕਹਿੰਦੇ ਸੱਚੇ ਪਾਤਸ਼ਾਹ ਕਿਰਪਾ ਕਰੇ, ਕਮਾਲ ਹੋ ਗਈ। ਇਹ ਤਾਂ ਕਮਾਲ ਹੀ ਹੋ ਗਈ। ਸਰਬੱਤ ਦਾ ਭਲਾ ਕਹਿਣ ਵਾਲੀ ਕੌਮ ਅੱਜ ਆਪਣੀ ਹੀ ਵੈਰੀ ਬਣੀ ਪਈ ਹੈ। ਖਾਣ ਵਿੱਚ ਵੀ ਆਪਣੀ ਵੈਰੀ ਬਣੀ ਪਈ ਹੈ, ਸੁਰਤ ਵਿੱਚ ਵੀ ਆਪਣੀ ਵੈਰੀ ਬਣੀ ਪਈ ਹੈ, ਖੇਤੀ ਕਰਨ ਵਿੱਚ ਵੀ ਆਪਣੀ ਵੈਰੀ ਬਣੀ ਪਈ ਹੈ। ਇਹ ਕਿੱਥੇ ਦੀ ਸਿੱਖੀ ਹੈ? ਪੁਰਾਤਨ ਗੁਰਸਿੱਖਾਂ ਦੀ ਰਹਿਣੀ ਬਹਿਣੀ ਸਹਿਣੀ ਕਰਨੀ ਕਥਨੀ ਐਸੀ ਝਲਕਾਰੇ ਮਾਰਦੀ ਸੀ ਕਿ ਦੂਜੇ ਪੀਰ ਬੁੱਧੂ ਸ਼ਾਹ ਵੀ ਆ ਗਿਆ, ਮੋਤੀ ਮਹਿਰਾ ਵੀ ਆ ਗਿਆ, ਟੋਡਰ ਮੱਲ ਵੀ ਆ ਗਿਆ, ਤੇ ਉਹ ਸ਼ਹੀਦੀਆਂ ਦੇ ਗਏ। ਅੱਜ ਆਪਣੇ ਹੀ ਸਿੱਖ ਭਰਾ ਇੱਕ ਦੂਜੇ ਤੇ ਵਿਸ਼ਵਾਸ ਕਰਨ ਨੂੰ ਡਰਦੇ ਪਏ ਆ। ਸਿੱਖ ਨਾਲ ਗੱਲ ਕਰਨ ਲੱਗੇ ਡਰਦਾ ਕਿ ਹਾਈ ਮੈਨੂੰ ਧੋਖਾ ਨਾ ਦੇ ਦੇਵੇ, ਹਾਈ ਪਤਾ ਨਹੀਂ ਕੀ ਮੇਰੇ ਕੋਲ ਲੈ ਜਾਏਗਾ। ਇਹ ਕਿਹੜਾ ਸਿੱਖਾਂ ਦਾ ਕਿਰਦਾਰ ਹੋਇਆ? ਸੋ ਇਹ ਸਵਾਲ ਅਗਰ ਅਸੀਂ, ਜਿਹੜੀ ਮੈਂ ਤੁਹਾਨੂੰ ਇਹ 'ਚ ਗੱਲ ਪੁੱਛਣਾ ਚਾਹੁੰਦਾ ਸੀ, ਜਿਹੜਾ ਮੇਰਾ ਮੇਨ ਸਵਾਲ ਹੈ, ਮੈਂ ਵਾਪਸ ਫਿਰ ਉੱਥੇ ਲੈ ਕੇ ਆਉਣਾ ਚਾਹੁੰਦਾ, ਤੁਹਾਨੂੰ ਪੁਆਇੰਟ ਤੇ ਮਿਸ ਨਾ ਹੋ ਜਾਏ। ਵੀ ਜਿਵੇਂ ਕਣਕ ਦੀਆਂ ਬੋਰੀਆਂ ਨੇ, ਕਿਸਾਨ ਦਾ ਜੇ MSP ਦੇ ਹਿਸਾਬ ਨਾਲ ਲਾਈਏ ਤੇ ਉਹਦਾ ਮੁੱਲ ਤੈਅ ਹੁੰਦਾ ਵੀ ਇੱਕ ਬੋਰੀ ਬਦਲੇ ਮੈਨੂੰ ਇੰਨੇ ਪੈਸੇ ਆ ਜਾਣੇ ਆ। ਉਹਦੇ ਆਧਾਰ ਤੇ ਹੀ ਉਹਨੇ ਆਪਣੇ ਆਉਣ ਵਾਲੇ ਫਿਊਚਰ ਦੇ ਭਵਿੱਖ ਦੇ ਜਿਹੜੇ ਆ ਟੀਚੇ ਮਿੱਥ ਲਏ ਹੁੰਦੇ ਨੇ, ਵੀ ਮੈਂ ਵਿਆਹ ਕਰਨਾ ਵਾ, ਮੈਂ ਘਰ ਬਣਾਉਣਾ ਵਾ, ਟਰੈਕਟਰ ਲਿਆਉਣਾ ਵਾ, ਜੋ ਵੀ ਕੰਮ ਕਰਨਾ ਉਹ ਮਿੱਥ ਲੈਂਦਾ ਹੈ। ਜੇ ਕਿਸਾਨ ਮੰਨ ਲਓ ਵੀ ਕਿਵੇਂ ਇੰਪ੍ਰੈਸ ਕਰੋਗੇ, ਮੈਂ ਤੁਹਾਡੇ ਸਾਹਮਣੇ ਕਿਸਾਨ ਬੈਠਾ, ਮੈਨੂੰ ਕਿਵੇਂ ਇੰਪ੍ਰੈਸ ਕਰੋਗੇ? ਮੈਨੂੰ ਆਦਰਸ਼ ਦੀਆਂ ਗੱਲਾਂ ਸਮਝ ਆਉਂਦੀਆਂ ਨੇ ਤੁਹਾਡੇ, ਪਰ ਮੈਂ ਨਾਲ ਤੁਹਾਨੂੰ ਇਹ ਪੁੱਛਣਾ ਚਾਹੁੰਦਾ ਵਾਂ ਵੀ ਲੋੜਾਂ ਜਿਹੜੀਆਂ ਨੇ, ਜੋ ਮਨੁੱਖੀ ਲੋੜਾਂ ਨੇ, ਜਿਸ ਲੋੜ ਦੀ ਜਿਹਨੂੰ ਪੰਜਾਬੀ ਦੀ ਅਸੀਂ ਆਮ ਕਰਕੇ ਕਹਾਵਤ ਹੈ ਵੀ ਪੇਟ ਨਾ ਗਈਆਂ ਰੋਟੀਆਂ ਤੇ ਸਭੇ ਗੱਲਾਂ ਖੋਟੀਆਂ, ਜਾਂ ਆਪਣਾ ਗੁਰਬਾਣੀ ਦੇ ਵਿੱਚ ਵੀ ਸਾਨੂੰ ਸਪਸ਼ਟ ਰੂਪ ਦੇ ਵਿੱਚ ਮਿਲਦਾ ਹੈ ਵੀ ਮੈਨੂੰ ਆਹ ਲੋੜ ਮੇਰੀ ਜਿਹੜੀ ਹੈ ਇਹ ਪੂਰਨ ਰੂਪ ਦੇ ਵਿੱਚ ਪੂਰੀ ਕਰ, ਫਿਰ ਮੈਂ ਤੇਰੀ ਭਗਤੀ ਕਰਦਾ। ਸੋ ਕਾਰਨ ਇਹ ਹੈ ਵੀ ਜਦੋਂ ਲੋੜਾਂ ਦੀ ਗੱਲ ਕਰਾਂਗੇ ਤਾਂ ਲੋੜਾਂ ਪੂਰੀਆਂ ਹੋਣੀਆਂ ਨੇ ਪੈਸੇ ਨਾਲ। ਕਿਵੇਂ ਅਸੀਂ ਇੰਪ੍ਰੈਸ ਕਰਾਂਗੇ ਕਿਸਾਨਾਂ ਨੂੰ ਕਿ ਇਹਦੀ ਖੇਤੀ ਕਰੋ, ਇਹ ਆਉਣ ਵਾਲੇ ਸਮੇਂ ਦੇ ਵਿੱਚ ਜਾਂ ਆਲਰੇਡੀ ਬੜਾ ਬੈਨੀਫੀਸ਼ੀਅਲ ਸੌਦਾ ਹੈ, ਜਿੱਥੇ ਇਹਦੇ ਆਦਰਸ਼ਕ ਤੌਰ ਤੇ ਜਾਂ ਹੈਲਥ ਤੌਰ ਤੇ ਜਾਂ ਸੱਭਿਆਚਾਰਕ ਤੌਰ ਤੇ ਇਹਦੇ ਪਹਿਲੂ ਨੇ, ਉੱਥੇ ਸਾਨੂੰ ਇਕਨੋਮਿਕਲੀ ਵੀ ਇਹ ਬੈਨੀਫਿਟ ਦੇਗੀ। ਸਵਾਲ ਮੇਰਾ ਇਹ ਹੈ ਜੀ, ਸਭ ਤੋਂ ਵੱਡਾ ਟਪਲਾ ਹੀ ਅਸੀਂ ਇਹ ਖਾ ਗਿਆ ਹੈ ਕਿ ਸਾਡੀ ਹਰ ਚੀਜ਼ ਦਾ ਪੈਮਾਨਾ ਹੀ ਇਕਨੋਮਿਕਸ ਹੈ। ਜਿਸ ਤਰ੍ਹਾਂ ਵੀਰੀ ਨੇ ਸਮਝਾਇਆ ਸੀ ਕਿ ਅੱਜ ਸਾਡੀ ਮਜਬੂਰੀ ਇਹ ਬਣ ਚੁੱਕੀ ਹੈ ਕਿ ਹਰ ਚੀਜ਼ ਨੂੰ ਅਸੀਂ ਪੈਸੇ ਨਾਲ ਜੋੜਦੇ ਪਏ ਹਾਂ। ਅਗਰ ਅਸੀਂ ਇਕਨੋਮਿਕ ਮਾਡਲ ਤੋਂ ਇਕੋਲੋਜੀਕਲ ਮਾਡਲ ਵੱਲ ਸ਼ਿਫਟ ਹੋ ਜਾਂਦੇ ਹਾਂ ਤੇ ਸਾਨੂੰ ਬੜਾ ਸੌਖਾ ਸਮਝ ਆਉਂਦਾ ਹੈ ਕਿ ਮੇਰੇ ਜਿਹੜਾ ਮੈਂ ਬੀਜ ਬੋਇਆ ਪਹਿਲੇ ਮੈਂ ਆਪ ਖਾਣਾ ਹੈ, ਜਿਹੜੇ ਉਹਨੂੰ ਮੈਂ ਸਟਾਕ ਆਪ ਕਰਨਾ ਹੈ। ਕੋਦਰੇ ਦਾ ਜਿਹੜਾ ਬੀਜ ਹੈ 8 ਸਾਲ ਤੱਕ ਖਰਾਬ ਨਹੀਂ ਹੁੰਦਾ। ਇਹਦਾ ਮਤਲਬ ਤੁਸੀਂ 8 ਸਾਲ ਵਾਸਤੇ ਤਾਂ ਆਪਣਾ ਸਟਾਕ ਰੱਖ ਹੀ ਸਕਦੇ ਹੋ, ਮੁੱਕੀ ਗੱਲ। ਸੋ 8 ਸਾਲ ਦੀ ਅਗਰ ਰੋਜ਼ੀ ਰੋਟੀ ਜਿਹੜੇ ਦਾਣੇ ਤੁਹਾਡੇ ਘਰ ਪਏ ਨੇ, ਇਹ ਕਿੱਡੀ ਵੱਡੀ ਖੁਸ਼ਹਾਲੀ ਹੈ। ਤੁਹਾਡਾ ਪੰਜਾਬ ਦਾ ਪਾਣੀਆਂ ਦਾ ਜਿਹੜਾ 400 ਫੁੱਟ ਪਾਣੀ ਚਲੇ ਗਿਆ ਹੈ, ਹੌਲੀ ਹੌਲੀ ਅਗਰ ਅਸੀਂ ਕੋਦਰੇ ਦੀ ਖੇਤੀ ਕਰਕੇ ਅਗਲੇ 5-10 ਸਾਲਾਂ ਵਿੱਚ ਉਹਨੂੰ ਬਰਾਬਰ ਤੇ ਟੌਪ ਤੇ ਲਿਆਈਏ, ਇਹਨੂੰ ਖੁਸ਼ਹਾਲੀ ਨਾਲ ਨਹੀਂ ਜੋੜਾਂਗੇ ਅਸੀਂ। ਯੂਰੀਆ ਖਤਮ ਹੋ ਜਾਏਗਾ, ਤੁਹਾਡੀ ਧਰਤੀ ਕੈਂਸਰ ਫ੍ਰੀ ਹੋ ਜਾਏਗੀ, ਇਹਨੂੰ ਖੁਸ਼ਹਾਲੀ ਨਾਲ ਨਹੀਂ ਜੋੜਾਂਗੇ। ਸੋ ਕਹਿਣ ਦਾ ਭਾਵ ਹੈ ਕਿ ਸਾਡੀ ਧਰਤੀ ਜਿਹੜੀ ਹੈਗੀ ਹੈ ਉਹਨੂੰ ਅਗਰ ਸਿਰਫ ਅਸੀਂ ਪੈਸੇ ਨਾਲ ਜੋੜਾਂਗੇ ਤਾਂ ਟਪਲਾ ਖਾ ਜਾਵਾਂਗੇ, ਕਿਉਂਕਿ ਹਰ ਚੀਜ਼ ਨੂੰ ਅਸੀਂ ਕੰਜ਼ਿਊਮਰ ਸੋਚਣਾ ਸੋਚਦੇ ਪਏ ਹਾਂ। ਲੇਕਿਨ ਜਦ ਉਹਨੂੰ ਖੁਸ਼ਹਾਲੀ ਨਾਲ ਸੋਚਾਂਗੇ ਕਿ ਮੈਂ ਖੁਸ਼ਹਾਲ ਹੋਣਾ ਹੈ, ਮੈਂ ਸਿਹਤਮੰਦ ਰਹਿਣਾ ਹੈ, ਮੇਰੇ ਖੇਤ ਬੰਜਰ ਨਾ ਬਣਨ, ਮੈਂ ਸਿਰਫ ਮਨੁੱਖ ਵਾਸਤੇ ਨਹੀਂ ਸੋਚਣਾ। ਗੁਰੂ ਨਾਨਕ ਦਾ ਸਿਧਾਂਤ ਹੈ ਬ੍ਰਹਮੰਡੀ ਸੋਚ ਹੈ, ਸਭੇ ਸਾਂਝੀ ਵਾਲ ਸਦਾਇਨ ਕੋਈ ਨਾ ਦਿਸੈ ਬਾਹਰਾ ਜੀਓ।
ਹਨਾ। ਤੇ ਉਸ ਖੇਤੀ ਵਿੱਚ ਫਿਰ ਨਾ ਕੁਦਰਤ ਦਾ ਬੁਰਾ ਹੋਏਗਾ, ਨਾ ਆਪਣਾ ਬੁਰਾ ਹੋਏਗਾ, ਨਾ ਸਮਾਜ ਦਾ ਬੁਰਾ ਹੋਏਗਾ। ਅੱਜ ਕਿਸਾਨ ਜਿਹੜੀ ਖੇਤੀ ਕਰਦਾ ਪਿਆ ਉਹਨੂੰ ਕੋਈ ਲੈਣਾ ਦੇਣਾ ਨਹੀਂ, ਉਹਨੂੰ ਸਿਰਫ ਪੈਦਾ ਕਰਨ ਤੋਂ ਪਹਿਲੇ ਇਹ ਹੁੰਦਾ ਕਿ ਬਾਜ਼ਾਰ ਦਾ ਮੁੱਲ ਕੀ ਹੈਗਾ, ਇਸ ਤੋਂ ਇਲਾਵਾ ਉਹਦੀ ਸੂਰਤ ਵਿੱਚ ਕੁਝ ਹੈ ਹੀ ਨਹੀਂ। ਇਹ ਟਪਲਾ ਹੈਗਾ, ਇਹ ਗਲਤੀ ਹੈਗੀ ਹੈ। ਬਾਕੀ ਜਗਦਰ ਜੀ ਦੀ ਇਸੇ ਬਾਰੇ ਤੁਹਾਨੂੰ ਹੋਰ ਡਿਟੇਲਸ ਦੱਸਣਗੇ। ਜੀ ਜਗਦਰ ਸਿੰਘ ਜੀ, ਤੁਸੀਂ ਇੱਥੋਂ ਹੀ ਕਰ ਦਿਓ ਸ਼ੁਰੂ। ਮੇਰਾ ਸਵਾਲ ਫਿਰ ਅਜੇ ਉੱਥੇ ਹੈ। ਬਿਲਕੁਲ ਆਦਰਸ਼ ਸਿੱਖ ਨੇ ਆਦਰਸ਼ ਲੈ ਕੇ ਚੱਲਣਾ ਹੈ ਨਾਲ। ਆਦਰਸ਼ ਤੋਂ ਬਿਨਾਂ ਆਦਰਸ਼ਹੀਣਾ ਸਿੱਖ ਨਹੀਂ ਹੋ ਸਕਦਾ। ਸਾਨੂੰ ਜ਼ਹਿਰ ਤੋਂ ਬਚਣਾ ਪੈਣਾ ਹੈ। ਪਰ ਜਦੋਂ ਅਸੀਂ ਨਗਰ ਵਸਾਉਣਾ ਹੈ ਨਾ ਚੱਕ ਰਾਮਦਾਸਪੁਰ, ਉਦੋਂ ਨਾਲ 52 ਕਿੱਤਿਆਂ ਦਾ ਸੋਚਣਾ ਪੈਣਾ ਵੀ ਮਨੁੱਖੀ ਲੋੜਾਂ ਕਿੱਥੋਂ ਪੂਰੀਆਂ ਹੋਣਗੀਆਂ। ਬਿਲਕੁਲ ਠੀਕ ਹੈ ਜੀ। ਜਿਹੜੀਆਂ ਮਨੁੱਖੀ ਲੋੜਾਂ ਨੇ ਉਹ ਇੱਕ ਜੀਵਨ ਦਾ ਵੱਡਾ, ਅਸੀਂ ਆਸ਼ਾ ਦੀ ਗੱਲ ਛੱਡ ਦਿਓ, ਅਸੀਂ ਗੱਲ ਉੱਥੇ ਮੈਂ ਆਪ ਜੀ ਦੇ ਨਾਲ ਇੱਕ ਸਲਾਈਡ ਜਿਹੜੇ ਉਹ ਸ਼ੇਅਰ ਕਰਨ ਜਾ ਰਿਹਾ ਜੀ, ਉਹ ਆਪ ਜੀ ਜ਼ਰੂਰ ਦੇਖੋ, ਉਹਦੇ ਨਾਲ ਕਾਫੀ ਚੀਜ਼ਾਂ ਕਲੀਅਰ ਹੋਣਗੀਆਂ। ਦੱਸੋ। ਇਹ ਤੁਹਾਡੇ ਇਦਾਂ ਆਉਣੇ ਨਹੀਂ ਸਲਾਈਡ, ਕਿਉਂਕਿ ਕੈਮਰੇ ਦੇ ਵਿੱਚ ਸਾਡੇ ਕੋਲ ਕੋਈ ਐਸਾ ਸਿਸਟਮ ਨਹੀਂ ਵੀ ਅਸੀਂ ਇਹਨੂੰ ਦਿਖਾ ਸਕੀਏ, ਪਰ ਤੁਸੀਂ ਪੜ੍ਹ ਦਿਓ। ਕੋਈ ਨਹੀਂ ਜੀ, ਓਕੇ ਜੀ। ਤੇ ਮੈਂ ਨਾ ਪਹਿਲਾਂ ਤੁਹਾਡਾ ਕੈਮਰਾ ਆਫ ਹੋ ਗਿਆ, ਥੋੜਾ ਦੁਬਾਰਾ ਉਹਨੂੰ ਔਨ ਕਰ ਲਓ ਜੀ। ਹਾਂਜੀ, ਮੈਂ ਜਦੋਂ ਆਪ ਜੀ ਨਾਲ ਗੱਲ ਕੀਤੀ ਸੀ, ਥੋੜਾ ਜਿਹਾ ਪਿੱਛੇ ਜਾਵਾਂ, ਮੈਂ ਜਦੋਂ ਗੱਲ ਸਟਾਰਟ ਕੀਤੀ ਸੀ ਕਿ ਜਿਹੜੇ ਸਾਡੇ ਪੈਮਾਨੇ ਨੇ ਉਹ ਪੈਮਾਨੇ ਅਮਰੀਕਨ ਨੇ। ਗੱਲ ਨਾਨਕ ਦੀ ਕਰ ਰਹੇ ਹਾਂ, ਸਮਝ ਨਹੀਂ ਆਉਂਦੀ। ਜਿਵੇਂ ਦੁਨੀਆ ਦਾ ਜਿਹੜਾ ਅਰਥ ਸ਼ਾਸਤਰ ਹੈ, ਅੱਜ ਵਰਲਡ ਦੀ ਜਿਹੜੀ ਇਕੋਨੋਮੀ ਹੈ, ਇਹਦੇ ਵਿੱਚ ਇੱਛਾਵਾਂ ਅਨੰਤ ਨੇ। ਠੀਕ ਹੈ ਜੀ। ਡਿਜ਼ਾਇਰਸ ਆਰ ਅਨਲਿਮਿਟਿਡ ਜੀ, ਐਂਡ ਰਿਸੋਰਸਿਸ ਆਰ ਲਿਮਿਟਿਡ। ਰਿਸੋਰਸਿਸ ਥੋੜੇ ਜਿਹੇ ਨੇ ਜੋ ਹੌਲੀ ਹੌਲੀ ਖਤਮ ਹੋ ਜਾਣਗੇ। ਠੀਕ ਹੈ ਜੀ। ਵੀਰ ਅੰਮ੍ਰਿਤਪਾਲ ਵੀਰ ਜੀ ਦੇ ਨਾਲ ਹੀ ਮੈਂ ਇੱਕ ਵੀਰ ਦੇ ਘਰ ਗਿਆ ਸੀ, ਤੇ ਉਹਨਾਂ ਨੇ ਮੈਨੂੰ ਕਿਹਾ ਮੈਂ ਸਾਰੀ ਦੁਨੀਆ ਨੂੰ ਸੁਖੀ ਹੋਣਾ ਦੇਖਣਾ ਚਾਹੁੰਦਾ ਜੀ। ਮੈਂ ਅੰਮ੍ਰਿਤਪਾਲ ਸਿੰਘ ਜੀ, ਤੁਹਾਡੀ ਵੀਡੀਓ ਲੌਸਟ ਹੋ ਗਈ ਹੈ, ਤੁਸੀਂ ਵੀਡੀਓ ਵਾਲੇ ਸਵਿਚ ਤੇ ਜਦੋਂ ਦੁਬਾਰਾ ਹੱਥ ਲਾਓਗੇ ਤਾਂ ਵਾਪਸ ਆ ਜਾਓਗੇ ਜੀ। ਮੈਨੂੰ ਲੱਗਦਾ ਉਹਨਾਂ ਨੂੰ ਕਾਲ ਆ ਗਈ ਵਿੱਚ ਕੋਈ। ਬੋਲੋ ਜੀ, ਕੈਰੀ ਔਨ ਪਲੀਜ਼। ਹਾਂਜੀ। ਤੇ ਮੈਂ ਕਹਿ ਰਿਹਾ ਸੀ ਕਿ ਅੰਮ੍ਰਿਤਪਾਲ ਵੀਰ ਜੀ ਹੀ ਮੈਨੂੰ ਕਿਸੇ ਇੱਕ ਵੀਰ ਦੇ ਘਰ ਲੈ ਕੇ ਗਏ ਸੀ ਤੇ ਇੱਕ ਬਿਜ਼ਨਸ ਮਾਡਲ ਸਮਝਾਉਣ ਦੇ ਲਈ ਜੀ। ਤੇ ਉਸ ਵੀਰ ਨੇ ਮੈਨੂੰ ਇਹ ਕਿਹਾ ਕਿ ਮੈਂ ਚਾਹੁੰਦਾ ਸਾਰੀ ਦੁਨੀਆ ਸੁਖੀ ਹੋ ਜਾਵੇ। ਮੈਂ ਕਿਹਾ ਕਿਵੇਂ ਹੋ ਸਕਦੀ ਹੈ ਸਾਰੀ ਦੁਨੀਆ ਸੁਖੀ? ਕਹਿੰਦੀ ਦੁਨੀਆ ਦੇ ਹਰ ਬੰਦੇ ਕੋਲ ਇੱਕ ਵੱਡਾ ਘਰ ਹੋਣਾ ਚਾਹੀਦਾ ਹੈ। ਮੈਂ ਕਿਹਾ ਹੋਰ? ਕਹਿੰਦੇ ਦੁਨੀਆ ਦੇ ਹਰ ਬੰਦੇ ਕੋਲ ਇੱਕ ਵੱਡੀ ਗੱਡੀ ਹੋਣੀ ਚਾਹੀਦੀ ਹੈ। ਮੈਂ ਕਿਹਾ ਪੋਸੀਬਲ ਨਹੀਂ ਹੈ। ਕਹਿੰਦੇ ਕਿਉਂ? ਮੈਂ ਕਿਹਾ ਪੂਰੀ ਧਰਤੀ ਦੇ ਵਿੱਚ ਇਤਨਾ ਲੋਹਾ ਨਹੀਂ ਹੈ ਕਿ ਦੁਨੀਆ ਦੇ ਹਰ ਬੰਦੇ ਨੂੰ ਇੱਕ ਗੱਡੀ ਬਣ ਜਾਵੇ ਹਰ ਬੰਦੇ ਵਾਸਤੇ। ਇਸ ਧਰਤੀ ਵਿੱਚ ਇਤਨਾ ਲੋਹਾ ਨਹੀਂ ਹੈ, ਇਸ ਧਰਤੀ ਦੇ ਵਿੱਚ ਇਤਨਾ ਰਬੜ ਨਹੀਂ ਹੈ, ਇਸ ਧਰਤੀ ਦੇ ਵਿੱਚ ਇਤਨਾ ਮਤਲਬ ਇਸ ਧਰਤੀ ਨੂੰ ਹੋਰ ਕਈ ਧਰਤੀਆਂ ਢੂੰਡਣੀਆਂ ਪੈਣਗੀਆਂ ਸਾਨੂੰ। ਠੀਕ ਹੈ ਜੀ। ਤੇ ਉਸ ਸਮੇਂ ਇਸ ਗੱਲ ਨੂੰ ਸਮਝ ਆਈ ਕਿ ਹਾਂ ਵਾਕਈ ਇਤਨਾ ਸੰਸਾਧਨ ਨਹੀਂ ਹੈ। ਠੀਕ ਹੈ ਜੀ। ਪਰ ਸਾਡੇ ਡਿਜ਼ਾਇਰਸ ਅਨਲਿਮਿਟਿਡ ਨੇ। ਠੀਕ ਹੈ ਜੀ। ਮੇਰੇ ਨਾਲ ਜਿਤਨੀ ਵੀ ਸੰਗਤ ਜੁੜੀ ਹੋਈ ਹੈ ਸਮੇਤ ਆਪ ਆਪਣੇ ਆਪ ਨੂੰ ਵੀ ਜੋੜ ਲਓ, ਹੈ ਨਾ ਜੀ। ਮੇਰੀ ਗੱਲ ਦੇ ਵਿੱਚ ਲਗਭਗ ਸਾਰੇ ਹੀ ਸਹਿਮਤ ਹੋ ਜਾਂਦੇ ਕਿ ਇੱਛਾਵਾਂ ਅਨੰਤ ਹੈ ਨੇ ਜੀ। ਬਿਲਕੁਲ। ਠੀਕ ਹੈ ਜੀ। ਠੀਕ ਹੈ ਜੀ। ਤੇ ਮੈਂ ਜਦੋਂ ਇਹ ਕਹਿੰਦਾ ਨਾ ਆਪਣੀ 20 ਇੱਛਾਵਾਂ ਲਿਖ ਕੇ ਮੈਨੂੰ ਦੇ ਦਿਓ 7 ਦਿਨ ਦੇ ਅੰਦਰ, ਤੇ ਕੋਈ ਇੱਕ ਵੀਰ ਵੱਡੇ ਪ੍ਰੋਫੈਸਰ CA ਕੋਈ ਵੀ ਮੈਨੂੰ 20 ਇੱਛਾਵਾਂ ਲਿਖ ਕੇ ਨਹੀਂ ਦੇ ਸਕਦਾ। ਠੀਕ ਹੈ ਜੀ। ਕਿਉਂਕਿ ਆਪਣੀ ਇੱਛਾਵਾਂ ਉੱਤੇ ਤੇ ਕੰਮ ਕੀਤਾ ਹੀ ਨਹੀਂ ਹੈ, ਦੂਸਰਿਆਂ ਤੋਂ ਸੁਣਿਆ ਕਿ ਇੱਛਾਵਾਂ ਅਨੰਤ ਨੇ। ਜਿਵੇਂ ਅਗਰ ਮੈਂ ਪੁੱਛਿਆ ਇੱਛਾਵਾਂ ਅਨੰਤ ਨੇ, ਆਪ ਜੀ ਨੇ ਕਿਹਾ ਹਾਂਜੀ ਬਿਲਕੁਲ। ਆਪਣੀ ਇੱਛਾ ਦੇ ਉੱਪਰ ਕੰਮ ਨਹੀਂ ਕੀਤਾ, ਇਹ ਸੁਣਿਆ ਸੁਣਾਇਆ ਜਵਾਬ ਹੈ। ਠੀਕ ਹੈ ਜੀ। ਨੇ ਆਪਾਂ ਲੋੜਾਂ ਤੇ ਗੱਲ ਕਰੀਏ। ਮੈਂ ਗੱਲ ਕਰ ਰਿਹਾ, ਮੈਂ ਉੱਥੇ ਜਾ ਰਿਹਾ, ਉੱਥੇ ਜਾ ਰਿਹਾ। ਲੋੜਾਂ ਤੇ ਆਈਏ, ਇੱਛਾਵਾਂ ਦੇ ਸੰਬੰਧ ਵਿੱਚ ਤੇ ਸਪਸ਼ਟ ਹੈ, ਗੁਰਬਾਣੀ ਸਾਨੂੰ ਸਪਸ਼ਟ ਕਰਦੀ ਹੈ। ਮੈਂ 2 ਮਿੰਟ ਵਿੱਚ ਗੱਲ ਕਰ ਲਵਾਂਗਾ, 2 ਮਿੰਟ ਕੱਢ ਕੇ। ਠੀਕ ਹੈ ਜੀ। ਤੇ ਅਕੋਰਡਿੰਗ ਟੂ ਵਰਲਡ ਇਕਨੋਮਿਕਸ ਜੋ ਅੱਜ ਸਕੂਲਾਂ ਵਿੱਚ ਕਾਲਜਾਂ ਵਿੱਚ ਪੜ੍ਹਾਈ ਜਾ ਰਹੀ ਹੈ, ਯੂਨੀਵਰਸਿਟੀ ਪੜ੍ਹਾਈ ਜਾ ਰਹੀ ਹੈ, ਉਹਦਾ ਸਿਸਟਮ ਬਿਲਕੁਲ ਸਾਫ਼ ਹੈ ਕਿ ਡਿਜ਼ਾਇਰ ਆਰ ਲਿਮਿਟਿਡ ਐਂਡ ਜਿਹੜਾ ਸਾਧਨ ਹੈ ਉਹ ਲਿਮਿਟਿਡ ਨੇ। ਪਰ ਗੁਰਬਾਣੀ ਦੀ ਬਿਲਕੁਲ ਅਲੱਗ ਇਕਨੋਮੀ ਹੈ। ਨਾਨਕ ਦੀ ਇਕਨੋਮਿਕ ਬਿਲਕੁਲ ਅਲੱਗ ਹੈ। ਗੁਰੂ ਨਾਨਕ ਦੀ ਇਕਨੋਮਿਕ ਵਿੱਚ ਮਨੁੱਖ ਦੀ ਡਿਜ਼ਾਇਰ ਬਹੁਤ ਥੋੜੀ ਜਿਹੀ ਹੈ, ਔਰ ਕੁਦਰਤ ਕੋਲ ਦੇਣ ਵਾਸਤੇ ਬਿਲਕੁਲ ਭਰਿਆ ਪਿਆ, ਜਿੰਨਾ ਮਰਜ਼ੀ ਲੈ ਲਓ ਕੁਦਰਤ ਤੋਂ।
ਠੀਕ ਹੈ। ਇਸ ਲਈ ਗੁਰੂ ਸਾਹਿਬ ਕਹਿੰਦੇ ਨੇ ਦਿੰਦਾ ਦੇ ਲੈਂਦੇ ਥਕ ਪਾਹੇ, ਜੁਗਾ ਜੁਗੰਤਰ ਖਾਈ ਖਾਏ। ਕੋਈ ਅੱਜ ਦੀ ਗੱਲ ਨਹੀਂ ਹੈ, ਜੁਗਾ ਜੁਗੰਤਰ ਤੋਂ ਤੇ ਇਸੇ ਧਰਤੀ ਤੋਂ ਹੀ ਖਾਣਾ ਖਾ ਰਿਹਾ ਮਨੁੱਖ ਜੀ। ਆਪਾਂ ਜਗਤ ਸਿੰਘ ਜੀ ਆਪਾਂ ਫਿਲਾਸਫੀ ਵਾਲੇ ਬੰਨੇ ਚੱਲ ਗਏ ਆ, ਤੁਸੀਂ ਸਵਾਲ ਮੇਰਾ ਸਮਝਿਆ ਨਹੀਂ ਲੱਗਦਾ। ਨਹੀਂ, ਮੈਂ ਆਪ ਜੀ ਨੂੰ ਇਹੀ ਕਹਿ ਰਿਹਾ, ਦੇਖੋ ਅਗਰ ਗੱਲ ਨੂੰ ਸਮਝਣਾ ਹੈ ਤੇ ਨਾਨਕ ਦੀ ਫਿਲਾਸਫੀ ਤੇ ਸਮਝਣੀ ਪਏਗੀ, ਇਸ ਤੋਂ ਬਿਨਾ ਕੰਮ ਚੱਲੇਗਾ ਨਹੀਂ। ਬਿਲਕੁਲ ਤੁਹਾਡੀ ਗੱਲ ਨਾਲ ਸਹਿਮਤ ਹਾਂ, ਪਰ ਮਸਲਾ ਸਵਾਲ ਫਿਰ ਉੱਥੇ ਆ ਗਿਆ ਕਿ ਜਦੋਂ ਅਸੀਂ ਗੱਲ ਕਰਦੇ ਹਾਂ ਲੋੜਾਂ ਦੀ, ਲੋੜਾਂ ਨੂੰ ਇਸ਼ਾਰਾ। ਹਾਂਜੀ, ਮੈਂ ਲੋੜਾਂ ਦੀ ਗੱਲ ਕਰ ਰਿਹਾ ਜੀ। ਹਾਂਜੀ, ਮੈਂ ਉਹੀ ਗੱਲ ਕਰ ਰਿਹਾ ਜੀ। ਇੱਕ ਕਿਸਾਨ ਜਦੋਂ ਮੋਨੋਕ੍ਰੋਪਿੰਗ ਆ ਗਈ ਹੈ ਨਾ, ਤੇ ਇੱਕ ਕਿਸਾਨ ਜਿਹੜਾ ਹੈ ਉਹ ਬੀਜਦਾ ਹੈ, ਕਣਕ ਬੀਜਦਾ ਹੈ, ਆਪਣਾ ਧਾਨ ਬੀਜਦਾ ਹੈ, ਚੌਲ ਬੀਜਦਾ ਹੈ, ਠੀਕ ਹੈ ਜੀ। ਤੇ ਉਸ ਦੇ ਬਾਅਦ ਉਸ ਨੂੰ ਕੱਟ ਕੇ ਫਿਰ ਤੇਲ ਖਰੀਦਣ ਵਾਸਤੇ ਉਹ ਜਾਂਦਾ ਹੈ ਮਲਟੀਨੈਸ਼ਨਲ ਕੰਪਨੀ ਦੇ ਕੋਲ, ਉਹ ਆਪਣੀ ਦਾਲਾਂ ਖਰੀਦਣ ਵਾਸਤੇ ਜਾਂਦਾ ਹੈ ਮਲਟੀਨੈਸ਼ਨਲ ਦੇ ਕੋਲ, ਆਲੂ ਪਿਆਜ਼ ਖਰੀਦਣ ਨਹੀਂ ਉਹ ਕਿਤੇ ਹੋਰ ਜਾਂਦਾ ਹੈਗਾ। ਜਿਹੜੀ ਨਾਨਕ ਖੇਤੀ ਦਾ ਮਾਡਲ ਹੈ ਉਹਦੇ ਵਿੱਚ ਕਿਸਾਨੀ ਜੀਵਨ ਹੈ, ਕਿਸਾਨੀ ਧੰਦਾ ਨਹੀਂ ਹੈ। ਜਦੋਂ ਇਸ ਨੂੰ ਧੰਦਾ ਬਣਾਇਆ, ਅਸੀਂ ਨਹੀਂ ਬਣਾਇਆ, ਉਹਨਾਂ ਲੋਕਾਂ ਨੇ ਬਣਾਇਆ ਜਿਨ੍ਹਾਂ ਨੇ ਆਪਣਾ ਧੰਦਾ ਚਲਾਉਣਾ ਸੀ, ਉਹਨਾਂ ਨੇ ਕਿਸਾਨੀ ਨੂੰ ਧੰਦਾ ਬਣਾ ਦਿੱਤਾ, ਔਰ ਉਸ ਧੰਦੇ ਵਿੱਚ ਅਸੀਂ ਫਸ ਗਏ। तो ਅਸੀਂ ਜੋ 40 ਤਰ੍ਹਾਂ ਦੇ ਅਨਾਜ, ਅਸੀਂ ਮਤਲਬ 40 ਤਰ੍ਹਾਂ ਦੇ ਅਲੱਗ-ਅਲੱਗ ਚੀਜ਼ਾਂ ਆਪਣੇ ਇੱਕ ਖੇਤ ਵਿੱਚ ਅਸੀਂ ਪੈਦਾ ਕਰ ਲੈਂਦੇ ਸੀ, ਅਸੀਂ ਸਿਰਫ ਇੱਕ ਚੀਜ਼ ਪੈਦਾ ਕੀਤੀ। ਜਦੋਂ ਸਾਰੇ ਲੋਕਾਂ ਨੇ ਉਹੀ ਚੀਜ਼ ਪੈਦਾ ਕੀਤੀ ਤੇ ਖਰੀਦਣ ਵਾਲਿਆਂ ਦੀ ਮੋਨੋਪੋਲੀ ਹੋ ਗਈ, ਹੁਣ ਸਾਰਿਆਂ ਕੋਲ ਇੱਕੋ ਹੀ ਚੀਜ਼ ਹੈ, ਆਪਸ ਵਿੱਚ ਐਕਸਚੇਂਜ ਵੀ ਨਹੀਂ ਕਰ ਸਕਦੇ, ਮਾਰਕੀਟ ਵਿੱਚ ਹੈ ਨਹੀਂ, ਅਸੀਂ ਲਿਆ ਕੇ ਮਾਰਕੀਟ ਵਿੱਚ ਦੇਵਾਂਗੇ, ਉਹਨਾਂ ਨੇ ਆਪਣੀ ਮੋਨੋਪੋਲੀ ਚਲਾਈ। ਤੇ ਕਿਸਾਨੀ ਦਾ ਜਿਹੜਾ ਕੰਮ ਹੈ, ਸਭ ਤੋਂ ਪਹਿਲਾ ਕੰਮ ਹੈ ਕਿ ਇਸ ਨੂੰ ਇੱਕ ਐਸਾ ਮਾਡਲ ਬਣਾਉਣਾ ਕਿ ਪਹਿਲਾਂ ਆਪਣੀ ਜ਼ਰੂਰਤ ਦੀ ਸਾਰੀ ਚੀਜ਼ਾਂ ਪੈਦਾ ਕਰੋ, ਇਨਵੈਸਟ ਅਮਾਉਂਟ ਵੇਸਟ ਜਿਹੜਾ ਪੈਦਾ ਹੋ ਰਿਹਾ ਉਸ ਨੂੰ ਤੁਸੀਂ ਬਾਜ਼ਾਰ ਵਿੱਚ ਵੇਚੋ, ਠੀਕ ਹੈ ਜੀ। ਦੂਸਰਾ ਵੱਡਾ ਕੰਮ ਮੈਂ ਇੱਕ ਪੂਰੀ ਸਲਾਈਡ ਬਣਾਈ ਸੀ ਕਿ ਨਾਨਕ ਦੀ ਦੁਨੀਆ ਦਾ ਮਾਡਲ ਕੀ ਹੋਵੇਗਾ, ਕਿਉਂਕਿ ਸਾਡੇ ਕੋਲ ਕੋਈ ਮਾਡਲ ਨਹੀਂ। ਅੱਜ ਅਗਰ ਮੈਂ ਤੁਹਾਡੇ ਤੋਂ ਹੀ ਪੁੱਛਾਂ ਮੈਂ ਨਾਨਕ ਦੀ ਦੁਨੀਆ ਦੇਖਣਾ ਚਾਹੁੰਦਾ, ਮੈਨੂੰ ਦੱਸੋ ਮੈਂ ਕਿੱਥੇ ਜਾਵਾਂ, ਤਾਂ ਕੋਈ ਮਾਡਲ ਨਹੀਂ। ਮੈਂ ਅੱਜ ਇਹ ਪੁੱਛਾਂ ਆਪ ਜਦੋਂ ਕਿ ਅੱਜ ਦੇ ਸਮੇਂ ਵਿੱਚ ਅਗਰ ਗੁਰੂ ਨਾਨਕ ਸਾਹਿਬ ਇੱਥੇ ਹੁੰਦੇ ਤੇ ਕਿਵੇਂ ਸੋਚ ਰਹੇ ਹੁੰਦੇ ਨੇ, ਇਸ ਤਰ੍ਹਾਂ ਸੋਚ ਕੇ ਦੇਖੀਏ ਤੇ ਉਹਦੇ ਵਾਸਤੇ ਸਾਡੇ ਕੋਲ ਕੋਈ ਮਾਡਲ ਨਹੀਂ ਹੈ। ਸੋ ਗੁਰੂ ਨਾਨਕ ਦੇ ਜਿਹੜਾ ਮਾਡਲ ਹੈ ਉਸ ਨੂੰ ਅਗਰ ਤਿਆਰ ਕਰਨ ਦੀ ਅਸੀਂ ਕੋਸ਼ਿਸ਼ ਕਰੀਏ ਤੇ ਸਾਨੂੰ 20 ਪਿੰਡਾਂ ਦਾ ਕਲਸਟਰ ਬਣਾਉਣਾ ਪਏਗਾ, ਜਿਸ ਕਲਸਟਰ ਦੇ ਵਿੱਚ ਉਸ 20 ਪਿੰਡਾਂ ਦੇ ਜ਼ਰੂਰਤ ਦਾ ਸਾਰਾ ਸਮਾਨ ਅਸੀਂ ਪ੍ਰੋਡਿਊਸ ਕਰ ਸਕੀਏ। ਅਗਰ ਐਸਾ ਮਾਡਲ ਅਸੀਂ ਬਣਾ ਸਕਦੇ ਹਾਂ ਤੇ ਸਾਡੀ ਲੋੜਾਂ ਬਹੁਤ ਆਸਾਨੀ ਦੇ ਨਾਲ 20 ਪਿੰਡਾਂ ਵਿੱਚ ਪੂਰੀ ਹੋ ਜਾਣਗੀਆਂ, ਔਰ ਅਸੀਂ ਜ਼ਰੂਰਤ ਤੋਂ ਜ਼ਿਆਦਾ ਉਤਪਾਦ ਕਰ ਸਕਾਂਗੇ। ਜਿਵੇਂ ਅੱਜ ਜ਼ਰੂਰਤ ਤੋਂ ਜ਼ਿਆਦਾ ਅਸੀਂ ਪ੍ਰੋਡਿਊਸ ਕਰਾਂਗੇ, ਉਸ ਨੂੰ ਮਾਰਕੀਟ ਵਿੱਚ ਵੇਚਾਂਗੇ। ਐਟਲੀਸਟ ਅਸੀਂ ਹੋਣਾ ਕੀ ਚਾਹੀਦਾ ਹੈ ਕਿ ਹੁਣੇ ਦਾ ਜਿਹੜਾ ਮਾਡਲ ਮੈਂ ਆਪ ਜੀ ਨੂੰ ਦੱਸ ਰਿਹਾ ਕਿ ਪਿੰਡ ਦਾ ਪੈਸਾ ਜਾਂਦਾ ਹੈ ਸ਼ਹਿਰਾਂ ਵਿੱਚ, ਸ਼ਹਿਰਾਂ ਦਾ ਪਿੰਡਾ ਜਾਂਦਾ ਹੈ ਮਹਾਨਗਰਾਂ ਵਿੱਚ, ਮਹਾਨਗਰਾਂ ਤੋਂ ਪੈਸਾ ਜਾਂਦਾ ਹੈ ਫੋਰਨ ਕੰਟਰੀ ਦੇ ਵਿੱਚ। ਹੋਣਾ ਬਿਲਕੁਲ ਉਲਟਾ ਚਾਹੀਦਾ ਹੈ। ਸ਼ਹਿਰਾਂ ਦਾ ਪੈਸਾ ਆਉਣਾ ਚਾਹੀਦਾ ਹੈਗਾ ਪਿੰਡਾਂ ਦੇ ਵਿੱਚ, ਕਿਉਂਕਿ ਅਗਰ ਪਿੰਡ ਦੇ ਵਿੱਚ ਅਸੀਂ ਐਜੂਕੇਸ਼ਨ ਔਰ ਹੈਲਥ ਦਾ ਸਿਸਟਮ ਬਣਾ ਲਈਏ ਆਪਣਾ, ਠੀਕ ਹੈ ਨਾ, ਤੇ ਲੋਕ ਪਿੰਡਾਂ ਤੋਂ ਸ਼ਹਿਰ ਵਾਲੇ ਪਾਸੇ ਭੱਜਣਗੇ ਨਹੀਂ। ਸਾਨੂੰ ਆਪ ਜੀ ਕਹਿ ਰਹੇ ਨਾ ਆਦਰਸ਼ ਦੀ ਗੱਲ ਕਰ ਰਹੇ ਹੋ, ਬਿਲਕੁਲ ਅਸੀਂ ਬਿਲਕੁਲ ਆਦਰਸ਼ ਦੀ ਗੱਲ ਕਰਦੇ ਹੀ ਨਹੀਂ ਆ, ਅਸੀਂ ਤਾਂ ਪ੍ਰੈਕਟੀਕਲ ਕਰਕੇ ਦਿਖਾਉਣ ਦੀ ਗੱਲ ਕਰ ਰਹੇ ਹਾਂ। ਇਸ ਲਈ ਬਹੁਤ ਸਾਰੇ ਫੀਲਡ ਸਨ ਜਿੱਥੇ ਅਸੀਂ ਜਾ ਸਕਦੇ ਸੀ। ਮਸਲਾ ਦੇਖੋ ਗੱਲਾਂ ਦੋ ਨੇ, ਜਦੋਂ ਅਸੀਂ ਕੋਈ ਵੀ ਕੰਮ ਕਰਨਾ ਹੁੰਦਾ ਉਸ ਤੋਂ ਪਹਿਲਾਂ ਅਸੀਂ ਉਹਦੇ ਵਾਸਤੇ ਇੱਕ ਬਕਾਇਦਾ ਡਾਇਰੈਕਸ਼ਨ ਤਿਆਰ ਕਰਦੇ ਹਾਂ, ਬਕਾਇਦਾ ਮੈਪ ਬਣਾਉਂਦੇ ਹਾਂ। ਉਹ ਮੈਪ ਦੇ ਵਿੱਚ ਜੋ ਅਸੀਂ ਕਰਨਾ ਚਾਹੁੰਦੇ ਹਾਂ, ਉਹ ਮੈਪ ਦੇ ਵਿੱਚ ਜੇ ਅਸੀਂ ਘਰ ਦੇ ਵਿੱਚ ਮੈਪ ਲੱਗਿਆ ਹੋਵੇ ਤੇ ਭਾਰਤ ਤੋਂ ਅਮਰੀਕਾ ਵੇਖਣਾ ਹੋਵੇ ਤੇ ਉਹ ਉਂਗਲ ਦਾ ਫਾਸਲਾ ਹੁੰਦਾ, ਪਰ ਜਦੋਂ ਚੱਲ ਕੇ ਜਾਣਾ ਹੁੰਦਾ ਹੈ ਉਦੋਂ 24 ਘੰਟੇ ਦਾ ਸਫ਼ਰ ਜਹਾਜ਼ ਤੇ ਲੱਗ ਜਾਂਦਾ, ਐਰੋਪਲੇਨ ਤੇ ਲੱਗ ਜਾਂਦਾ, ਸਮੁੰਦਰੀ ਜਹਾਜ਼ 'ਚ ਜਾਣਾ ਹੋਵੇ ਤੇ 4-5 ਮਹੀਨੇ ਵੀ ਲੱਗ ਸਕਦੇ ਨੇ। ਸੋ ਜਦੋਂ ਅਸੀਂ ਕਿਸੇ ਕੰਮ ਵਾਸਤੇ ਵੀ ਗਰਾਊਂਡ 'ਚ ਆਉਂਦੇ ਹਾਂ, ਸਾਡਾ ਕੰਮ ਅਸੀਂ ਤੁਹਾਡੇ ਜੋ ਮਿਸ਼ਨ ਹੈ ਉਹਦੇ ਨਾਲ ਬਿਲਕੁਲੋਂ ਸਹਿਮਤ ਹਾਂ, ਇਹ ਕੰਮ ਹੋਣਾ ਚਾਹੀਦਾ। ਪਰ ਸਾਡਾ ਸਵਾਲ ਚੈਲੰਜਿੰਗ ਸਵਾਲ ਕਰਨ ਦਾ ਮਕਸਦ ਇਹ ਹੈਗਾ ਵੀ ਸਾਨੂੰ ਸਪਸ਼ਟ ਹੋਵੇ ਵੀ ਜੋ ਅਸੀਂ ਕਰ ਰਹੇ ਉਹਦੇ ਵਿੱਚ ਸਾਡੇ ਗਾੜੀ ਜਿਹੜੇ ਸਵਾਲ ਲੋਕਾਂ ਦੇ ਉਹ ਮੈਂ ਤੁਹਾਡੀ ਗੱਲ ਰੱਖਿਆ ਵੀ ਕੈਸੇ ਸਵਾਲ ਆ ਸਕਦੇ ਨੇ। ਕਿਉਂਕਿ ਜਿੱਥੇ ਗੱਲ ਲੋੜ ਦੀ ਉੱਠਦੀ ਹੈ ਨਾ, ਉੱਥੇ ਜਿੱਥੇ ਵੀ ਨਗਰ ਵਸਾਇਆ ਹੈ, ਸਾਡੇ ਕੋਲ ਨਗਰ ਪਰੰਪਰਾ ਦਾ ਸੰਕਲਪ ਤੇ ਹੈ ਨਾ, ਗੱਲ ਅਸੀਂ ਕਰਤਾਰਪੁਰ ਤੋਂ ਕਰ ਲਈਏ, ਖਡੂਰ ਤੋਂ ਕਰ ਲਈਏ, ਗੋਂਦਵਾਲ ਤੋਂ ਕਰ ਲਈਏ, ਚੱਕ ਰਾਮਦਾਸਪੁਰ ਦੀ ਗੱਲ ਕਰ ਲਓ, ਤਰਨਤਾਰਨ ਦੀ ਕਰ ਲਓ, ਛਿਆਟੇ ਦੀ ਕਰ ਲਓ, ਸਾਡੇ ਕੋਲ ਨਗਰ ਸੰਕਲਪ ਹੈ। ਜਿੱਥੇ ਨਗਰ ਆਇਆ ਹੈ ਉੱਥੇ ਪਹਿਲਾਂ ਲੋੜਾਂ ਪੂਰੀਆਂ ਕਰਨ ਦੀ ਗੱਲ ਆਈ ਹੈ। ਬਿਲਕੁਲ ਠੀਕ। ਰੋਜ਼ ਆਰਤੀ ਪੜ੍ਹਦੇ ਹਾਂ, ਧੰਨਾ ਜੀ ਹੋਕਾ ਦੇ ਕੇ ਆਖਦੇ ਨੇ
ਗੋਪਾਲ ਤੇਰਾ ਆਰਤਾ, ਜੋ ਜਨ ਤੁਮਰੀ ਭਗਤ ਕਰਨ ਤੇ ਤਿਨ ਕੇ ਕਾਜ ਸਵਾਰਤਾ। ਦਾਲ ਸੀਧਾ मांगो कियो, हमरा खुशी खुशी करे नित जियो। पनिया शादन नीका, अनाज मंगू सत सीका। कि चोटी दा अनाज चाहिए मैनू, माड़ा मोटा अनाज भी नहीं चाहिए। बिल्कुल ठीक। गऊ भैंस मंगू लवेरी, लवेरी जिहड़ी पहिलन गां होवे, पहिलन मझ होवे, पहले सूबे होवे, वो मैनू गां मझ चाहिदी है। एक ताजन तुरी चंगेरी, भी मैनू उस टाइम जे असीं तुरी की गल करते तो अज कार आ गई, भी अज के समय दे विच मेरी कार, मोटरसाइकिल, स्कूटर लोड़ है। हाँ, मरूती जां आल्टो जां जो भी पंजाब दे विच जां उत्थे कारां चलदियां ने, एक लोड़ वास्ते आ ते एक दिखावे वास्ते, आशा वास्ते। सिख ने कार लोड़ पूरी करने वास्ते तो लैनी है, पर करजा लैके मर्सडी लैके दिखावे वास्ते नहीं लैनी। सो जिथे गल लोड़ां दी आउंदी है, वो इकोनॉमिकल पक्ष जिहड़ा वा उहनूं असीं विसार नहीं सकते। इकोनॉमिकल पक्ष गुरबाणी का हिस्सा। जह ग्रह बहुत, जिस ग्रह बहुत, तिसे ग्रह चिंता, जिस ग्रह थोड़ी, सो फिरे भरमंता। दोहों व्यवस्था ते जो मुक्ता, सोई सुहेला पालिए। ये बहुती वाला भी जिहड़ा दौड़ च है ते घट वाला भी जिहड़ा भरमदा फिरदा है। लोड़ां पूरीआं होणीआं चाहीदियां, जो साडा वड्डा संकल्प है गुरमत दा। मेरा अगला सवाल भाई अमरपाल सिंह जी तुहाडे ला रहा जी, ये खेती नूं लैके जिहड़ा भविष्यत काल दे विच तुहाडे टीचे की ने, की तुसीं मिथ्या है भी की कित्थों काम शुरू करोगे, फिर किवें करोगे, की साधन ने उहदे उन्हां टीचिआं नूं पूरे करन वास्ते। ते जदों साधना की गल करदे आ, फिर असीं एक टाइम लाइन वेख लैने भी किन्ना क टाइम असीं मन के चल रहे भी इन्ने टाइम दे विच आउण वाले 5 सालां च असीं अपने इन्हां टीचिआं नूं कित्थे वेखना चाहुंदे जी। जी ਇਹਦਾ ਹਾ ਦਾ ਨਾਰਾ ਮਾਰਨਾ ਚਾਹੁੰਦੇ ਆ। ਪਹਿਲੇ ਤਾਂ ਅਸੀਂ ਆਪ ਇਹਦੀ ਖੇਤੀ ਕਰਾਂਗੇ ਜੀ, ਕਿਉਂਕਿ ਮੇਰੇ ਕੋਲ, ਮੈਂ ਕੋਈ ਕਿਸਾਨ ਨਹੀਂ ਹੈਗਾ, ਨਾ ਮੇਰੇ ਕੋਲ ਜ਼ਮੀਨ ਹੈ। ਮੈਂ ਤਾਂ ਗੁਰੂ ਨਾਨਕ ਦੇ ਪਿਆਰ ਵਿੱਚ ਭਿੱਜ ਕੇ ਬੋਲਦਾ ਪਿਆ ਵਾਂ ਕਿ ਜੋ ਗੁਰਬਾਣੀ ਗੁਰੂ ਨਾਨਕ ਪਾਤਸ਼ਾਹ ਕੁਝ ਹੋਰ ਕਹਿੰਦੇ ਪਏ ਨੇ, ਸਾਨੂੰ ਕੁਝ ਹੋਰ ਸਮਝਾਇਆ ਜਾਣ ਡਿਆ ਹੈ। ਤੇ ਉਹਦੇ ਵਿੱਚ ਫਰਕ ਜਿਹੜਾ ਹੈਗਾ ਉਹਦਾ ਹੀ ਰੋਣਾ ਹੈਗਾ ਕਿ ਪਾਤਸ਼ਾਹ ਜਦ ਤੁਸੀਂ ਕਹਿੰਦੇ ਪਏ ਹੋ ਹਰਮੰਦਰ ਇਹ ਜਗਤ ਹੈ, ਸਿੱਧੀ ਸਿੱਧੀ ਗੱਲ ਹੈ, ਇਹਦੇ ਚ ਕਿਹੜਾ ਬ੍ਰਹਮ ਗਿਆਨ ਹੈ, ਸਿੱਧੀ ਗੱਲ ਹੈ। ਹਰਮੰਦਰ ਇਹ ਜਗਤ ਹੈ ਤੇ ਹਰਮੰਦਰ ਵੀ ਜ਼ਹਿਰ ਨਹੀਂ ਪਾਈਦਾ। ਹਰਮੰਦਰ ਇਹ ਸਰੀਰ ਹੈ ਤੇ ਸਰੀਰ ਵਿੱਚ ਵੀ ਜ਼ਹਿਰ ਨਹੀਂ ਪਾਈਦਾ। ਬਾਬਾ ਫਰੀਦ ਜੀ ਵੀ ਹੋਕਾ ਦੇਣ ਦੇ ਨੇ, अल्लाह एक मसीत बसत है, अबर मुल्क किस केरा। उस मुल्क विच भी उस अल्लाह दा राज चलदा पिया है ते अल्लाह दा जिहड़ा राज चलदा पिया है, उत्थे 84 लाख जीव जंतु सुखी वसदा पिया है। मैं क्यों खलल पांदा पिया वां? मैं कौन हुंदा, मेरी औकात की है कि मैं खलल पावां? मैं तां सिर्फ हुक्म रजाई चलना सी, दिमाग इत्थे लगाना सी, लेकिन ओनू छड़ के मैं अपनी सियानपा लगाई जांदा वां ते उत्थे असीं टपला खा गए हां। क्योंकि सच्चे पातशाह बार-बार सानू कहंदे पए ने, इह जग सच्चे की है कोठरी, सच्चे का विश्वास। लेकिन असीं उलाहना दिंदे दूजिਆਂ ਨੂੰ ਕਿ ਨਹੀਂ ਭਾਈ ਮੈਂ ਤੇਰੇ ਕਰਕੇ ਦੁਖੀ ਆ, ਲੇਕਿਨ ਮਹਾਰਾਜ ਇੱਥੇ ਵੀ ਸਾਨੂੰ ਚਪੇੜਾ ਮਾਰਦੇ ਨੇ, ਉਲਾਹ ਨੂੰ ਮੈਂ ਕਾਹੂ ਨਾ ਦਿਓ। ਦੱਦਾ ਅੱਖਰ ਹੀ ਸਮਝਾਣ ਡਿਆ ਹੈ, ਦੱਦਾ ਦੋਸ਼ ਨਾ ਦੇਉ ਕਿਸੈ, ਦੋਸ਼ ਕਰਮਾ ਆਪਨਿਆ, ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ਼ ਨਾ ਦੀਜੇ ਅਵਰ ਜਨਾ। ਆਨੰਦ ਸਾਹਿਬ ਵਿੱਚ ਰੋਜ਼ ਚਪੇੜਾ ਖਾਂਦੇ ਆ, ਐਸਾ ਕੰਮ ਮੁਲੇ ਨਾ ਕੀਚੈ ਜਿਤ ਅੰਤ ਪਛੋਤਾਈ ਹੈ। ਲੇਕਿਨ ਅਸੀਂ ਲਾਮੇ ਕਿਉਂ ਦੇਣ ਦੇ ਆ? ਫਿਰ ਲਾਮੇ ਇਸ ਪਿੱਛੇ ਦੇਣ ਦੇ ਆ ਕਿ ਮੇਰੇ ਕੋਲ ਮੇਰੇ ਸਵਾਲਾਂ ਦੇ ਜਵਾਬ ਨਹੀਂ ਹੈਗੇ। ਜਵਾਬ ਕੀ ਹੈ ਕਿ ਅਸੀਂ ਮਨ ਦੀ ਖੇਤੀ ਵੀ ਕਰਨੀ ਹੈ ਨਾਨਕ ਦੀ, ਅਸੀਂ ਤਨ ਦੀ ਖੇਤੀ ਵੀ ਕਰਨੀ ਹੈ ਤੇ ਧਰਤੀ ਵਿੱਚ ਵੀ ਨਾਨਕ ਦੀ ਖੇਤੀ ਕਰਨੀ ਹੈ। ਇਸ ਤਰ੍ਹਾਂ ਹੀ ਇਹ ਨਾਨਕ ਦੀ ਇੱਕ ਦੁਨੀਆ ਬਣੇਗੀ ਤੇ ਧਰਮ ਰਾਜ ਵੀ ਹੈਰਾਨ ਹੋ ਜਾਏਗਾ। ਧਰਮ ਰਾਜ ਵਿਸਮਾਦ ਹੋਆ, ਸਭ ਪਈ ਪੈਰੀ ਆਏ। ਸਾਰੀ ਦੁਨੀਆ ਵਿੱਚ ਨਾਨਕ ਨਾਨਕ ਹੋ ਜਾਏਗੀ। ਸਾਰੀ ਦੁਨੀਆ ਉਹ ਗੁਰੂ ਨਾਨਕ ਦੇ ਰਾਹ ਤੇ ਚੱਲੇਗੀ। ਉਹ ਤਾਂ ਲੱਭਦੀ ਪਈ ਹੈ ਕਿ ਯਾਰ ਜਿਹੜੇ ਸਿੱਖ ਵੀਰ ਨੇ ਇਹ ਤਾਂ ਬਾ ਕਮਾਲ ਵੀਰ ਨੇ, ਇਹ ਤਾਂ ਇਹਨਾਂ ਦਾ ਵਿਰਸਾ ਹੀ ਇੰਨਾ ਸਟਰੋਂਗ ਹੈਗਾ। ਅੱਜ ਵੀ ਕੋਈ ਵੀ ਦੁਨੀਆ 'ਚ ਮੁਸ਼ਕਿਲ ਆਉਂਦੀ ਹੈ, ਲੰਗਰ ਲਗਾਉਣ ਨੂੰ ਸਿੱਖ ਕੌਮ ਸਭ ਤੋਂ ਅੱਗੇ ਹੈ। ਉਹ ਸਾਨੂੰ ਬੜੀ ਆਸਾ ਨਾਲ ਦੇਖਦੇ ਪਏ ਨੇ, ਕਿਉਂਕਿ ਮਹਾਰਾਜ ਦਾ ਕਹਿਣਾ ਹਾ ਕਰਤੀ ਜਗਤ ਲੁਕਾਈ, ਚਿੰਤਤ ਹੀ ਦਿਸੈ ਸਭ ਕੋਈ। ਉਹ ਬੜੀ ਆਸਾ ਨਾਲ ਦੇਖਦੇ ਪਏ ਨੇ ਕਿ ਕੋਈ ਤਾਂ ਰਾਹ ਦੱਸੋ ਗੁਰੂ ਨਾਨਕ ਦੇ ਸਿੱਖੋ, ਕੋਈ ਤਾਂ ਰਾਹ ਦੱਸੋ ਕਿ ਜਿੰਨ ਨਾਲ ਉਹ ਵੀ ਸੁਖੀ ਵਸਣ। ਤੇ ਪਾਤਸ਼ਾਹ ਨੇ ਕਹਿੰਦੇ ਨਾ, ਗੁਰਬਾਣੀ ਆਦ ਸੱਚ ਹੈ, ਗੁਰਬਾਣੀ ਜੁਗਾਦ ਸੱਚ ਹੈ, ਗੁਰਬਾਣੀ ਹੈ ਵੀ ਸੱਚ ਹੈ ਤੇ ਗੁਰਬਾਣੀ ਹੋਸੀ ਵੀ ਸੱਚ ਹੈ। ਇਹ ਨਾਨਕ ਦੀ ਗੱਲ ਹੈ, ਇਹ ਨਾਨਕ ਦੀ ਗੱਲ ਹੈ। ਕੋਈ ਥਿਉਰੀ ਬਦਲ ਨਹੀਂ ਜਾਣੀ ਕਿ ਅੱਜ ਕੋਈ ਹੋਰ ਹੈ ਤੇ ਕੱਲ ਕੋਈ ਹੋਰ ਹੈ। ਇਹ ਬਾਬੇ ਨਾਨਕ ਦੀ ਗੱਲ ਹੈ। ਸਾਨੂੰ ਮਾਣ ਹੋਣਾ ਚਾਹੀਦਾ ਹੈ ਕਿ ਬਾਬੇ ਨਾਨਕ ਦੀ ਗੱਲ ਹੈ, ਲੇਕਿਨ ਅਸੀਂ ਉਹਨੂੰ ਜੀ ਕੇ ਦਿਖਾਣਾ ਹੈ। ਬਸ ਸਾਡੀ ਅੱਜ ਜੀਣ ਤੋਂ, ਮੇਰੀ ਕਰਨੀ ਕਥਨੀ ਤੋਂ ਉਹ ਜੀਂਦਾ ਨਹੀਂ ਪਿਆ। ਇਸ ਪਿੱਛੇ ਮੈਂ ਵੀ ਦੁਬਦਾ ਚਾਂ ਤੇ ਦੂਜਾ ਵੀ ਦੁਬਦੇ ਚ ਹੈ।
ਜਿਸ ਦਿਨ ਮੈਂ ਇਹਨੂੰ ਜੀ ਕੇ ਦਿਖਾਵਾਂਗਾ, ਮੋਤੀ ਮਹਿਰਾ ਵੀ ਆਏਗਾ, ਟੋਡਰ ਮੱਲ ਵੀ ਆਏਗਾ, ਪੀਰ ਬੁੱਧੂ ਸ਼ਾਹ ਵੀ ਆਏਗਾ, ਸਾਰੀ ਦੁਨੀਆ ਆਏਗੀ। ਤੇ 35 ਮਹਾਂਪੁਰਖ ਗੁਰੂ ਗ੍ਰੰਥ ਸਾਹਿਬ ਵਿੱਚ ਇਹਦਾ ਪ੍ਰਮਾਣ ਨੇ ਕਿ ਸਾਰੇ ਬਾਬੇ ਨਾਨਕ ਦੀ ਉਹ ਥਾਲ ਵਿੱਚ ਇਕੱਠੇ ਨੇ। ਤੇ ਇਸ ਤਰ੍ਹਾਂ ਅਸੀਂ ਵੀ ਇਹ ਨਾਨਕ ਦੀ ਖੇਤੀ ਨੂੰ ਜਦ ਅਸੀਂ ਬੰਗਾਲ ਲੈ ਕੇ ਜਾਣਾ ਹੈ ਤੇ ਅਸੀਂ ਉਹਨਾਂ ਨੂੰ ਹੋਕਾ ਦੇਣਾ ਕਿ ਭਗਤ ਜੈਦੇਵ ਜੀ ਆ ਲੋ ਜੀ, ਤੁਸੀਂ ਵੀ ਜੀ ਆਇਆਂ ਨੂੰ। ਮਹਾਰਾਸ਼ਟਰ ਜਾਵਾਂਗੇ, ਆ ਲੋ ਜੀ ਭਗਤ ਨਾਮਦੇਵ ਜੀ, ਤੁਸੀਂ ਵੀ ਆਓ। ਕਹਿਣ ਦਾ ਭਾਵ ਦੁਨੀਆ ਦੇ ਹਰ ਕਿਸਾਨ ਨੂੰ ਅਸੀਂ ਇਹ ਹੋਕਾ ਦੇਣਾ ਹੈ ਕਿ ਤੂੰ ਨਾਨਕ ਖੇਤੀ ਕਰਕੇ ਇਕਨੋਮਿਕ ਮਾਡਲ ਤੋਂ ਇਕੋਲੋਜੀਕਲ ਮਾਡਲ ਵੱਲ ਆਣਾ ਹੈ। ਤੂੰ ਸਿਰਫ ਇਸ ਹਿਸਾਬ ਨਾਲ ਖੇਤੀ ਕਰਨੀ ਹੈ ਕਿ ਪਹਿਲੇ ਤੋਂ ਜੋ ਖੇਤੀ ਕਰਨੀ ਹੈ ਤੂੰ ਆਪ ਖਾਣੀ ਹੈ, ਫਿਰ ਤੇਰੇ ਪਰਿਵਾਰ ਨੇ ਖਾਣੀ ਹੈ, ਫਿਰ ਤੇਰੇ ਸਮਾਜ, ਮੰਦਿਰ, ਮਸਜਿਦ, ਗੁਰਦੁਆਰੇ, ਉੱਥੇ ਜਿਹੜੇ ਲੋੜਵੰਦ ਨੇ ਉਹਨਾਂ ਨੇ ਖਾਣੀ ਹੈ। ਤੇਰੇ ਖੇਤਾਂ ਵਿੱਚ ਜਿਹੜੇ ਪਸ਼ੂ ਨੇ ਉਹ ਵੀ ਸੁਖੀ ਵਸਣ, ਤੇਰੇ ਖੇਤਾਂ ਵਿੱਚ ਜੰਗਲ ਵੀ ਹੋਵੇ ਤਾਂ ਕਿ ਕੁਦਰਤ ਵੀ ਸੁਖੀ ਵਸੇ। ਤੇਰੇ ਕੋਲ ਐਸਾ ਇੱਕ ਕੰਮ ਵੀ ਨਾ ਹੋਏ ਕਿ ਜਿੰਨਾ ਨਾ ਮਨੁੱਖਤਾ ਦਾ ਘਾਣ ਹੋਏ ਨਾ ਕੁਦਰਤ ਦਾ ਘਾਣ ਹੋਏ। ਤੇਰਾ ਤਾਂ ਜੀਵਨ ਹੀ ਬਦਲ ਜਾਏਗਾ ਨਾਨਕ ਦੀ ਇਸ ਸਿਧਾਂਤ ਨੂੰ ਸੁਣ ਕੇ। ਤੇ ਉਹ ਇੱਕ ਮਾਡਲ ਜਿਵੇਂ ਜਿਵੇਂ ਬਣਦਾ ਜਾਏਗਾ, ਸਾਰਾ ਸੰਸਾਰ ਸਾਡੇ ਇਸ ਨਾਨਕ ਖੇਤੀ ਵੱਲ ਆਏਗਾ, ਨਾਨਕ ਦੇ ਸਿਧਾਂਤਾਂ ਵੱਲ ਆਏਗਾ। ਤੇ ਨਾਨਕ ਦੀ ਇਸ ਸੋਚ ਨਾਲ ਪੜ੍ਹਾਈਆਂ ਹੋਣਗੀਆਂ, ਸਭ ਕੁਝ ਹੋਏਗਾ, ਇੰਟਰਫੇਸ ਡਾਇਲੌਗ ਹੋਣਗੇ, ਸੈਮੀਨਾਰਸ ਹੋਣਗੇ। ਤੇ ਕਮਾਲ ਹੋ ਜਾਏਗੀ ਕਿ ਯਾਰ ਇੱਕ ਐਸੇ ਏਕੰਕਾਰ ਦਾ ਧਾਰਨੀ ਹੈ ਜਿੱਥੇ ਕੋਈ ਵੈਰ ਹੀ ਨਹੀਂ ਹੈਗਾ, ਜਿੱਥੇ ਕੋਈ ਵਿਰੋਧ ਹੀ ਨਹੀਂ ਹੈਗਾ, ਜਿਹਦੇ ਵਿੱਚ ਵਾਰਨੇ ਬਲਿਹਾਰਨੇ ਨੂੰ ਚਿੱਤ ਕਰਦਾ ਹੈ। ਗੁਰੂ ਨਾਨਕ ਪਾਤਸ਼ਾਹ ਜਿਸ ਕੁਦਰਤ ਤੋਂ ਵਾਰਨੇ ਬਲਿਹਾਰਨੇ ਜਾਂਦੇ ਨੇ, ਅੱਜ ਗੁਰੂ ਨਾਨਕ ਦੇ ਸਿੱਖ ਉਸੇ ਹੀ ਕੁਦਰਤ ਨਾਲ ਸ਼ੋਸ਼ਣ ਕਰੀ ਜਾਂਦੇ ਨੇ। ਇਹ ਕਿੱਥੇ ਦੀ ਸਿੱਖੀ ਹੈ? ਇਹ ਜਿਹੜੇ ਸਵਾਲ ਜਦ ਅਸੀਂ ਖੜੇ ਕਰਾਂਗੇ ਤਾਂ ਆਟੋਮੈਟਿਕਲੀ ਜਿਹੜੇ ਸਾਡੇ ਵੀਰ ਜਿਨ੍ਹਾਂ ਨੂੰ ਹਜੇ ਭੁਲੇਖਾ ਪੈ ਗਿਆ, ਉਹ ਭੁਲੇਖਾ ਪਾਉਣ ਵਾਲੇ ਵੀ ਸਾਡੇ ਹੀ ਵੀਰ ਨੇ। ਜਿਸ ਤਰ੍ਹਾਂ ਮੈਂ ਤੁਹਾਨੂੰ ਕਿਹਾ ਨਾ ਕਿ ਵੀ ਪੜ੍ਹ ਲਿਖ ਕੇ ਸਾਡੇ ਹੀ ਬੱਚੇ ਗੋਲਡ ਮੈਡਲਿਸਟ, MBA ਗ੍ਰੈਜੂਏਟਸ, MIT, PIT, ਜਿੰਨੀਆਂ ਵੀ ਡਿਗਰੀਆਂ ਦੁਨੀਆ ਦੀ ਕਰਕੇ ਉਹ ਸਾਡੇ ਹੀ ਪੰਜਾਬ ਜਾ ਕੇ ਸਾਡੇ ਹੀ ਧਰਤੀ ਵਿੱਚ ਜ਼ਹਿਰ ਪਾਉਂਦੇ, ਪੈਸਟੀਸਾਈਡ ਪਾਉਂਦੇ ਪਏ ਨੇ, GMO ਫੂਡ ਪਾਉਂਦੇ ਪਏ ਨੇ। ਇਹ ਕਿੱਥੇ ਦੀ ਸਿਆਣਪ ਹੈ? ਕਿਉਂਕਿ ਉਹਨਾਂ ਨੂੰ ਸਿਰਫ ਪੈਸੇ ਨਾਲ ਮਤਲਬ ਹੈ। ਅਗਰ ਹਰ ਚੀਜ਼ ਨੂੰ ਪੈਸੇ ਨਾਲ ਤੋਲਣਾ ਹੈ ਤਾਂ ਇਸ ਰੈਟ ਰੇਸ ਵਿੱਚ ਸਮਝਾਤਾ ਕੋਵਿਡ-19 ਨੇ ਕਿ ਦੁਨੀਆ ਕਿੰਨੀ ਦੁਖੀ ਹੋਈ ਹੈ। ਲੇਕਿਨ ਅਗਰ ਖੁਸ਼ਹਾਲੀ ਨਾਲ ਜੋੜਾਂਗੇ ਕਿ ਨਹੀਂ ਭਾਈ, ਮੇਰੀ ਪਵਨ ਗੁਰੂ ਪਾਣੀ ਪਿਤਾ ਮਾਤਾ ਤਰਤ ਕੌਮ ਅੱਜ ਪਵਨ ਨੂੰ ਵੀ ਖਰਾਬ ਕਰਦੀ ਪਈ ਹੈ, ਧਰਤੀ ਚੋਂ ਵੀ ਉਹਨੂੰ ਵੀ ਅੱਗ ਲਾਉਂਦੀ ਪਈ ਹੈ। ਇਹ ਕਰਦੇ ਕੀ ਪਏ ਅਸੀਂ? ਉਹਨੂੰ ਅਗਰ ਅਸੀਂ ਪ੍ਰੈਕਟੀਕਲੀ ਕਰਾਂਗੇ ਤਾਂ ਸਿੱਧੀ ਸਮਝ ਆ ਜਾਏਗੀ ਕਿ ਗੁਰਬਾਣੀ ਪੜ੍ਹਨੀ, ਸੁਣਨੀ, ਲਿਖਣੀ, ਗਾਣੀ ਸਭ ਮੁਬਾਰਕ ਹੈ, ਸਾਰੀ ਪੌੜੀਆਂ ਨੇ। ਲੇਕਿਨ ਐਟ ਦਾ ਐਂਡ ਆਫ ਦਾ ਡੇ ਵੀ ਹੈਵ ਟੂ ਲਿਵ ਐਸ ਪਰ ਦ ਲਾਜ਼ ਆਫ ਗੁਰਬਾਣੀ। ਗੁਰਬਾਣੀ ਦੇ ਸਿਧਾਂਤਾਂ ਨੂੰ ਸਮਝ ਕੇ ਜੀਣਾ ਪਏਗਾ। ਉਸ ਹਿਸਾਬ ਨਾਲ ਪਾਲਿਸੀਜ਼ ਬਣਾਉਣੀਆਂ ਪੈਣਗੀਆਂ ਤਾਂ ਕਿ ਅਸੀਂ ਦੁਨੀਆ ਦੇ ਉਹਨਾਂ ਨੂੰ ਕਹਿ ਸਕੀਏ, UNO ਤੱਕ ਨੂੰ, ਕਿ ਆਹ ਦੇਖੋ ਗੁਰੂ ਨਾਨਕ ਦੀ ਪਾਲਿਸੀਆਂ ਨੇ ਜਿਨੇ ਦੁਨੀਆ ਦੇ ਹਰ ਸਵਾਲ ਦਾ ਹੱਲ ਬਾਬੇ ਨਾਨਕ ਕੋਲ ਹੈਗਾ। ਤੇ ਉਸ ਹਿਸਾਬ ਨਾਲ ਫਿਰ ਇੱਕ ਨਾਨਕ ਦੀ ਦੁਨੀਆ ਬਣ ਸਕਦੀ ਹੈ। ਇਹ ਹੋਮਵਰਕ ਅਸੀਂ ਕਰਨਾ ਹੈ, ਇਹੀ ਏਕੰਕਾਰ ਦੇ ਧਾਰਨੀ ਹੋ ਕੇ ਅਸੀਂ ਤੁਰਨਾ ਹੈ। ਜੀ ਐਗਜ਼ੈਕਟਲੀ। ਜਗਦਰ ਸਿੰਘ ਜੀ, ਤੁਹਾਨੂੰ ਹੁਣ ਮੈਂ ਤੁਹਾਡੇ ਲੈਵਲ ਦਾ ਸਵਾਲ ਲੈ ਕੇ ਆ ਰਿਹਾ, ਕਿਉਂਕਿ ਤੁਸੀਂ ਕਾਫੀ ਇਤਿਹਾਸਕ ਰੈਫਰੈਂਸ ਤੇ ਗੁਰਬਾਣੀ ਦੀ ਬੈਕਗਰਾਉਂਡ ਦੇ ਵਿੱਚ ਗੱਲ ਕਰਨ ਦੀ ਕੋਸ਼ਿਸ਼ ਕਰ ਰਹੇ ਜੇ। ਸਵਾਲ ਇਹ ਹੈ ਕਿ ਕੋਧਰੇ ਦੀ ਜਿਹੜੀ ਰੋਟੀ ਹੈ ਜਾਂ ਕੋਧਰਾ ਜਿਹੜਾ ਅਨਾਜ ਹੈ, ਇਹਦੀ ਇਤਿਹਾਸਕ ਮਹੱਤਤਾ ਜਾਂ ਗੁਰਬਾਣੀ ਦੇ ਤੌਰ ਤੇ ਇਹਨੂੰ ਕਿਵੇਂ ਜਿਹੜਾ ਰੱਖੋਗੇ ਸਰੋਤਿਆਂ ਦੇ ਸਾਹਮਣੇ? ਜੀ ਜੀ ਜਗਦਰ ਸਿੰਘ ਜੀ, ਤੁਹਾਨੂੰ ਆਵਾਜ਼ ਆ ਰਹੀ ਹੈ ਮੇਰੀ? ਹਾਂਜੀ ਹਾਂਜੀ, ਸੁਣ ਰਿਹਾ ਜੀ, ਸੁਣ ਰਿਹਾ। ਬਸ ਮੈਂ ਉਹ ਸਲਾਈਡ ਕੱਢ ਰਿਹਾ ਸੀ। ਹਾਂਜੀ ਜੀ, ਬੋਲੋ। ਹਾਂਜੀ, ਦੇਖਿਓ, ਜਦੋਂ ਅਸੀਂ ਕੋਧਰਾ ਦੀ ਗੱਲ ਕਰਦੇ ਆ ਨਾ, ਤੇ ਗੁਰਬਾਣੀ ਦੇ ਵਿੱਚ ਕੋਧਰਾ ਸ਼ਬਦ ਆਉਂਦਾ ਜੀ। ਕਿੰਨੀ ਵਾਰ ਕੋਧਰਾ, ਇੱਕ ਵਾਰ ਕੋਧਰਾ ਸ਼ਬਦ ਆਉਂਦਾ, ਇੱਕ ਵਾਰ ਕੋਧਰਾ ਸ਼ਬਦ ਆਉਂਦਾ ਜੀ। ਹੰਸ ਉਡਰ ਕੋਧਰੇ ਪਿਆ, ਲੋਕ ਵਿਡਾਰਨ ਜਾਏ, ਗਹਿਲਾ ਲੋਕ ਨਾ ਜਾਣ ਹੈ, ਹੰਸ ਨਾ ਕੋਧਰਾ ਖਾਏ। ਤੇ ਇਹ ਬਾਬਾ ਫਰੀਦ ਜੀ ਦੀ ਬਾਣੀ ਹੈ। ਔਰ ਅਗਰ ਬਾਬਾ ਫਰੀਦ ਜੀ ਆਪਣੇ ਸਮੇਂ ਵਿੱਚ ਕੋਧਰਾ ਸ਼ਬਦ ਦਾ ਉਲੇਖ ਕਰ ਰਹੇ ਨੇ, ਇਸ ਦਾ ਮਤਲਬ ਹੈ ਉਸ ਸਮੇਂ ਕੋਧਰਾ ਜਿਹੜਾ ਹੈ ਉਹ ਕਾਮਨ ਪ੍ਰਚਲਿਤ ਸੀ। ਕੋਧਰਾ ਸ਼ਬਦ ਜਿਹੜਾ ਹੈ ਔਰ ਉਹ ਅਨਾਜ ਵੀ ਕਾਮਨਲੀ ਯੂਜ਼ ਕੀਤਾ ਜਾਂਦਾ ਸੀ, ਯਾਨੀ ਪਰੰਪਰਾ ਦਾ ਸਾਡਾ ਹਿੱਸਾ ਸੀ। ਇਸ ਲਈ ਉਸ ਪਰੰਪਰਾ ਦੇ ਹਿੱਸੇ ਨੂੰ ਗੁਰਬਾਣੀ ਵਿੱਚ ਜਗ੍ਹਾ ਮਿਲੀ। ਠੀਕ ਹੈ ਜੀ। ਯਾਨੀ ਅਸੀਂ ਇਹ ਗੱਲ ਤੇ ਸਮਝ ਹੀ ਸਕਦੇ ਹਾਂ ਕਿ ਕੋਧਰਾ ਕਾਮਨਲੀ ਜਿਹੜਾ ਯੂਜ਼ ਕੀਤਾ ਜਾਂਦਾ ਸੀ। ਦੂਸਰੀ ਗੱਲ ਹੈ, ਮੈਂ ਜਦੋਂ ਲਿਵ ਦੀ ਗੱਲ ਕੀਤੀ ਸੀ ਆਪ ਜੀ ਦੇ ਨਾਲ, ਕਿ ਸਿੱਖ ਸੁਰਤ ਦੀ ਲਿਵ ਦੇ ਵਿੱਚ ਕੋਧਰਾ ਪਿਆ ਹੋਇਆ, ਤੇ ਆਪ ਜੀ ਨੇ ਲਿਵ ਨੂੰ ਸ਼ਾਇਦ ਉਹ ਯੋਗੀ ਵਾਲਾ ਲਿਵ ਸਮਝ ਲਿਆ। ਨਹੀਂ, ਤੁਸੀਂ ਉਹ ਗੱਲ ਨਹੀਂ ਸਮਝੇ। ਮੇਰਾ ਕਹਿ ਰਿਹਾ ਕਈ ਕਿਸੇ ਤਰੀਕੇ ਨਾਲ ਲਿਵ ਨੂੰ ਪੇਸ਼ ਕਰਦੇ ਨੇ, ਕਿ ਕਿਸੇ ਨਾਲ ਪੇਸ਼ ਕਰਦੇ ਨੇ। ਮੈਂ ਤੁਹਾਡੀ, ਤੁਸੀਂ ਡਿਫਾਈਨ ਹੀ ਨਹੀਂ ਕੀਤਾ ਲਿਵ, ਅਜੇ ਤੁਸੀਂ ਡਿਫਾਈਨ ਕਰੋਗੇ। ਮੈਂ ਹੁਣੇ ਕਰਦਾ ਜੀ, ਮੈਂ ਕਰਦਾ।
ਲਿਵ ਦਾ ਮਤਲਬ ਹੈ ਥਾਟਸ ਆਫ ਸਿੱਖ ਮੈਮੋਰੀਜ਼। ਸਾਡੇ ਥਾਟਸ ਦੇ ਵਿੱਚ ਪਿਆ ਹੋਇਆ, ਸਾਡੀ ਮੈਮੋਰੀ ਵਿੱਚ ਪਿਆ ਹੋਇਆ। ਜਿਵੇਂ ਅੰਮ੍ਰਿਤਪਾਲ ਵੀਰ ਜੀ ਨੇ ਕੋਦਰਾ ਦਾ ਨਾਮ ਸੁਣਿਆ ਤੇ ਉਹਦੇ ਪਿੱਛੇ ਲੱਗ ਪਏ। ਬਾਅਦ ਵਿੱਚ ਸਮਝ ਆਈ ਕਿ ਕੋਦਰੇ ਦੇ ਫਾਇਦੇ ਕੀ ਨੇ ਤੇ ਨੁਕਸਾਨ ਕੀ ਨੇ। ਅੱਜ ਕੋਦਰੇ ਦੀ ਗੱਲ ਹੁੰਦੀ ਹੈ, ਲੋਕ ਸੁਣਦੇ ਆ, ਹੈਨਾ, ਕਹਿੰਦਾ ਭਾਈ ਸਾਹਿਬ ਅਸੀਂ ਲੰਗਰ ਲਗਾਉਣਾ ਕੋਦਰੇ ਦਾ ਜੀ। ਹੁਣ ਕੋਦਰੇ ਦਾ ਫਾਇਦਾ ਨੁਕਸਾਨ ਹੁਣੇ ਨਹੀਂ ਸਮਝ ਆ ਰਿਹਾ। ਠੀਕ ਹੈ ਜੀ। ਪਰ ਚੁੱਕੀ ਕੋਦਰੇ ਦੇ ਨਾਲ ਲਿਵ ਜੁੜੀ ਹੋਈ ਹੈ ਸਾਡੀ, ਸਾਡੇ ਥਾਟਸ ਦੇ ਵਿੱਚ ਕੋਦਰਾ ਪਿਆ ਹੋਇਆ। ਅਸੀਂ ਬਚਪਨ ਵਿੱਚ ਸਾਖੀਆਂ ਸੁਣੀਆਂ ਨੇ ਕੋਦਰੇ ਦੀਆਂ। ਠੀਕ ਹੈ ਜੀ। ਤੇ ਕੋਦਰੇ ਦੇ ਨਾਲ ਸਾਡਾ ਪਿਆਰ ਬਣਿਆ ਹੋਇਆ। ਠੀਕ ਹੈ ਜੀ। ਤੇ ਇਹ ਜਿਹੜੀ ਲਿਵ ਹੈ, ਜਿਹੜੇ ਥਾਟਸ ਨੇ ਕੋਦਰੇ ਦੇ ਨਾਲ ਜੁੜੇ ਹੋਏ ਥਾਟਸ, ਇਹਦੇ ਨਾਲ ਹੋਰ ਵੀ ਬਹੁਤ ਸਾਰੀ ਚੀਜ਼ਾਂ ਜੁੜੀਆਂ ਹੋਈਆਂ ਜੀ। ਜਿਵੇਂ ਇਸ ਲਿਵ ਦੇ ਨਾਲ ਗੁਰੂ ਅਤੇ ਸਿੱਖ ਦੇ ਪਿਆਰ ਦੀ ਗੱਲ ਵੀ ਜੁੜੀ ਹੋਈ ਹੈ ਇਸ ਸਾਖੀ ਦੇ ਨਾਲ, ਕਿਉਂਕਿ ਕੋਦਰੇ ਦੀ ਸਾਖੀ ਹੈ, ਇਹਦੇ ਨਾਲ ਜੁੜਿਆ ਹੋਇਆ ਗੁਰੂ ਔਰ ਸਿੱਖ ਦੇ ਪਿਆਰ ਦੀ ਗੱਲ। ਕਿਸ ਤਰ੍ਹਾਂ ਭਾਈ ਲਾਲੋ ਜੀ ਦੇ ਘਰ ਜਾ ਕੇ ਗੁਰੂ ਸਾਹਿਬ ਕੋਦਰੇ ਦੀ ਰੋਟੀ ਖਾਂਦੇ ਨੇ, ਉਹ ਪੂਰਾ ਪ੍ਰਕਰਣ ਜਿਹੜਾ ਹੈਗਾ ਉਹ ਸਿੱਖ ਅਤੇ ਗੁਰੂ ਦੇ ਪਿਆਰ ਦੀ ਗੱਲ ਹੈ ਜੀ। ਠੀਕ ਹੈ ਜੀ। ਦੂਸਰੀ ਜਿਹੜੀ ਲਿਵ ਸਿੱਖ ਦੀ ਜਿਹੜੀ ਜੁੜੀ ਹੋਈ ਹੈ ਇਸ ਕੋਦਰੇ ਦੇ ਨਾਲ, ਉਹ ਹੈ 10 ਨੂੰਹਾਂ ਦੀ ਜਿਹੜੀ ਹੈ ਉਹ ਕੂੜ ਦੀ ਮਲਕੀਅਤ ਤੇ ਜਿੱਤ ਦੀ ਗੱਲ। ਕਿ ਇੱਕ ਜਿਹੜਾ ਹੈ ਉਹ ਨਵਾਬ ਹੈ ਨਾ, ਉਹਦੇ ਕੋਲ ਪਤਾ ਨਹੀਂ ਕਿਤਨੇ ਹੀ ਬ੍ਰਾਹਮਣ ਤੇ ਉੱਚੀ ਜਾਤ ਵਾਲੇ ਲੋਕ ਖਾਣਾ ਖਾਣ ਆਉਂਦੇ ਨੇ, ਪਰ ਉਹ ਬੰਦਾ ਪਰੇਸ਼ਾਨ ਹੈ। इतने लोग आ गए पर फिर भी परेशान है कि नानक क्यों नहीं आ रहा। बाबा नानक नहीं आ रहा, और नहीं भी परेशान हो सकता सी कि मैं 1000 ब्राह्मण बुला लिया, मैनू की फर्क पैंदा गुरु नानक साहब नान। लेकिन उस समय गुरु नानक दी शख्सियत, गुरु नानक पातशाह दी शख्सियत जिहड़ी है वो उन्हां 500 ब्राह्मणां दे उपर भी हावी पै गई कि गुरु नानक पातशाह क्यों नहीं आ रहे। और फिर गुरु नानक पातशाह ने जो उत्थे गए ने, उत्थे जाके उन्होंने उस जिहड़ी नवाब की जिहड़ी मलकीयत है उस दे सामने जिहड़ी है भाई लालो जी दी जिहड़ी 10 नूहां दी किरत है उसनूं उत्थे जिता दिता, ते ओह जिहड़ा हैगा ओह नवाब दी जिहड़ी कूड़ दी जिहड़ी कमाई सी ओह हार गई उत्थे। सो सिख लिव दे विच, सिख सुरत दे विच 10 नूहां दी जिहड़ी किरत है ਉਹ ਵੱਡੇ ਤੋਂ ਵੱਡੀ ਬਾਦਸ਼ਾਹਤ ਤੋਂ ਟਕਰਾ ਜਾਂਦੀ ਹੈ ਔਰ ਜਿੱਤ ਪ੍ਰਾਪਤ ਕਰਦੀ ਹੈ। ਇਹ ਕੋਦਰੇ ਦੇ ਨਾਲ ਜੁੜੀ ਹੋਈ ਕਹਾਣੀ ਹੈ ਜੀ। ਬਿਲਕੁਲ ਕੋਦਰੇ ਦੇ ਨਾਲ ਜੁੜੀ ਹੋਈ, ਹਾਂਜੀ ਜੀ ਜੀ ਬਿਲਕੁਲ, ਕੋਦਰੇ ਦੇ ਨਾਲ ਜਿਹੜੀ ਜੁੜੀ ਹੋਈ ਕਹਾਣੀ ਹੈ ਕਿ ਸਿੱਖ ਪਰੰਪਰਾ ਦੇ ਵਿੱਚ ਕਿਰਤ ਦੀ ਮਹਾਨਤਾ ਦੀ ਸਿਖਰ ਹੈ ਕੋਦਰੇ ਦੀ ਕਹਾਣੀ, ਕੋਦਰੇ ਦੀ ਸਾਖੀ ਜੀ। ਕਿ ਗੁਰੂ ਸਾਹਿਬ ਇੱਕ ਕੀਰਤੀ ਨੂੰ ਇਤਨਾ ਮਾਨ ਦਿੰਦੇ ਨੇ ਕਿ ਭਾਈ ਲਾਲੋ ਕਰਕੇ ਬੁਲਾਉਂਦੇ ਨੇ, ਉਸਨੂੰ ਆਪਣਾ ਭਰਾ ਬਣਾ ਲੈਂਦੇ ਨੇ। ਮੈਂ ਤੇ ਇਹ ਵੀ ਸਮਝਦਾ ਹਾਂ, ਕਈ ਲੋਕ ਮੈਨੂੰ ਪਤਾ ਨਹੀਂ ਮੇਰੀ ਗੱਲ ਤੋਂ ਸਹਿਮਤ ਹੋਣਗੇ ਕਿ ਨਹੀਂ ਹੋਣਗੇ, ਜਦੋਂ ਗੁਰੂ ਨਾਨਕ ਪਾਤਸ਼ਾਹ ਭਾਈ ਲਾਲੋ ਜੀ ਦੇ ਘਰ ਜਾਂਦੇ ਹੋਣਗੇ ਔਰ ਕਾਫੀ ਦਿਨ ਰੁਕਦੇ ਹੋਣਗੇ, ਗੁਰਬਾਣੀ ਦੀ ਗੱਲਾਂ ਕਰਦੇ ਹੋਣਗੇ, ਤੇ ਭਾਈ ਲਾਲੋ ਜੀ ਦੇ ਕਿਰਤ ਦੇ ਵਿੱਚ ਗੁਰੂ ਨਾਨਕ ਪਾਤਸ਼ਾਹ ਬਰਾਬਰ ਦਾ ਹੱਥ ਵੀ ਵਟਾਉਂਦੇ ਹੋਣਗੇ ਕਿ ਭਾਈ ਮੈਂ ਵਿਹਲਾ ਬੈਠ ਕੇ ਖਾਣ ਵਾਲਾ ਬੰਦਾ ਨਹੀਂ ਆ, ਤੂੰ ਜਿਹੜੀ ਕਿਰਤ ਕਰਦਾ ਹੈ ਤੇਰੀ ਕਿਰਤ ਵਿੱਚ ਮੈਂ ਉਤਨਾ ਹੀ ਹੱਥ ਵਧਾਵਾਂਗਾ, ਤਾਂ ਕਿ ਕਿਰਤ ਦੀ ਜਿਹੜੀ ਮਹਾਨਤਾ ਹੈ, ਕਿਰਤ ਦੀ ਜਿਹੜੀ ਸਿਖਰ ਹੈ ਉਹ ਸਟੈਬਲਿਸ਼ ਹੋ ਸਕੇ ਸਿੱਖ ਪਰੰਪਰਾਵਾਂ ਦੇ ਵਿੱਚ। ਤੇ ਲਾਸਟ ਜਿਹੜੀ ਗੱਲ ਹੈਗੀ ਹੈ ਉਹ ਹੈਗੀ ਸਿੱਖੀ ਵਿੱਚ ਜਿਹੜੀ ਹੈ ਉਹ ਖੁਸ਼ਹਾਲੀ ਦੇ ਜੀਵਨ ਦੀ ਲਿਵ ਪਈ ਹੋਈ ਹੈ। ਕੋਦਰਾ ਬਿਲਕੁਲ ਗਰੀਬਾਂ ਦਾ ਖਾਣਾ ਨਹੀਂ ਸੀ, ਇਹ ਉਹਨਾਂ ਦਾ ਖਾਣਾ ਸੀ ਜਿਹੜੇ ਸਮਰਿੱਧ ਸਨ, ਜਿਹੜੇ ਪ੍ਰੋਸਪਰਸ ਸਨ। ਪ੍ਰੋਸਪਰਿਟੀ ਅਲੱਗ ਚੀਜ਼ ਹੈ, ਰਿਚਨੈਸ ਅਲੱਗ ਚੀਜ਼ ਹੈ। ਪ੍ਰੋਸਪਰਿਟੀ ਦਾ ਮਤਲਬ ਹੈ ਜੀਣ ਦੇ ਜਿਹੜੇ ਸਾਧਨ ਨੇ, ਜਿਹੜੀ ਲੋੜਾਂ ਨੇ, ਉਹਨਾਂ ਲੋੜਾਂ ਦਾ ਪੂਰਾ ਹੋਣਾ। ਮਨ ਦੀ ਉਹ ਅਵਸਥਾ ਜਦੋਂ ਇਹ ਮਹਿਸੂਸ ਹੁੰਦਾ ਹੈ ਕਿ ਮੇਰੇ ਕੋਲ ਜੀਣ ਦੇ ਸਾਰੇ ਸਾਧਨ ਮੌਜੂਦ ਨੇ, ਇਸ ਤੋਂ ਜ਼ਿਆਦਾ ਮੈਨੂੰ ਚਾਹੀਦਾ ਨਹੀਂ ਹੈ, ਇਸ ਤੋਂ ਘੱਟ ਦੇ ਨਾਲ ਮੇਰਾ ਕੰਮ ਚੱਲੇਗਾ ਨਹੀਂ ਜੀ, ਉਹ ਮਨ ਦੀ ਅਵਸਥਾ, ਲਾਈਨ ਆਫ ਕੰਟਰੋਲ। ਆਪ ਜੀ ਕਹਿ ਰਹੇ ਸੀ ਨਾ ਕਿ ਲੋੜਾਂ ਦਾ, ਤੇ ਸਾਨੂੰ ਲੋੜ ਦਾ ਵੀ ਤੇ ਨਹੀਂ ਪਤਾ ਹੈਗਾ ਸਾਡੀ ਲੋੜ ਕਿਤਨੀ ਹੈ। ਦੇਖੋ ਭਾਈ ਆਪਣਾ ਬਾਬਾ ਧੰਨਾ ਜੀ ਨੂੰ ਲੋੜ ਦਾ ਪਤਾ ਸੀ, ਇਸ ਲਈ ਉਹਨਾਂ ਨੇ ਸਾਫ਼ ਲਿਖ ਦਿੱਤਾ ਇਹ ਚਾਹੀਦਾ ਹੈ ਕਿ ਅੱਜ ਸਾਨੂੰ ਆਪਣੀ ਲੋੜ ਦਾ ਪਤਾ ਹੈ ਕਿ ਅਸੀਂ ਲਿਖ ਸਕਦੇ ਹਾਂ ਆਪਣੀ ਲੋੜ ਕਿ ਸਾਨੂੰ ਇਹ ਚਾਹੀਦਾ, ਇਸ ਤੋਂ ਜ਼ਿਆਦਾ ਚਾਹੀਦਾ ਨਹੀਂ। ਉਹ ਲਾਈਨ ਆਫ ਕੰਟਰੋਲ ਸਾਡੇ ਕੋਲ ਨਹੀਂ ਹੈ। ਇਹੀ ਸਾਡਾ ਜਿਹੜਾ ਲਾਲਚ ਹੈ ਨਾ, ਸਾਡਾ ਲਾਲਚ ਹੀ ਸਾਰੀ ਸਮੱਸਿਆਵਾਂ ਦਾ ਜੜ ਹੈ।
ਪੰਜਾਬ ਅਗਰ ਲੁੱਟਿਆ ਗਿਆ, ਪੁੱਟਿਆ ਗਿਆ ਤੇ ਆਪਣੇ ਲਾਲਚ ਦੇ ਕਾਰਨ। ਠੀਕ ਹੈ ਜੀ। ਜਦੋਂ ਪਹਿਲਾਂ ਪਤਾ ਸੀ ਕਿ ਜ਼ਹਿਰ ਬੀਜ ਕੇ ਅਸੀਂ ਜ਼ਿਆਦਾ ਪੈਦਾ ਵੀ ਕਰ ਲਵਾਂਗੇ ਤੇ ਆਪਣੇ ਬੱਚਿਆਂ ਨੂੰ ਹੀ ਖਵਾਉਣਾ ਪੈਣਾ ਹੈ। ਠੀਕ ਹੈ ਜੀ। ਜਿੰਨਾ ਵੀ ਕਮਾ ਲੈਂਦੇ ਹੈ ਆਪਣਾ ਅਨਾਜ ਬੀਜ ਕੇ, ਅੰਤ ਵੇਲੇ ਕੈਂਸਰ ਦੇ ਵਿੱਚ ਸਾਰਾ ਕੁਝ ਲੁਟਾ ਦਿੰਦੇ, ਬਚਦਾ ਤੇ ਫਿਰ ਵੀ ਕੁਝ ਨਹੀਂ। ਐਗਜ਼ੈਕਟਲੀ। ਤਾਂ ਇਸ ਤੋਂ ਵਧੀਆ ਹੈ ਕਿ ਅਸੀਂ ਆਪਣੀ ਲੋੜ ਨੂੰ ਘੱਟ ਕਰੀਏ ਤੇ ਅੱਛੀ ਜ਼ਿੰਦਗੀ ਜੀਏ, ਅਸੀਂ ਹੈਲਦੀ ਜ਼ਿੰਦਗੀ ਜੀਏ। ਇਹ ਜ਼ਿਆਦਾ ਇੰਪੋਰਟੈਂਟ ਹੈ, ਨਾ ਕਿ ਅਸੀਂ ਲੋੜ ਇੰਨੀ ਵਧਾ ਲਈਏ ਕਿ ਬਾਅਦ ਦੇ ਵਿੱਚ ਅਸੀਂ ਮਰਦੇ ਚਲੇ ਜਾਈਏ। ਸਾਹਮਣੇ ਮੌਤ ਦਿਖ ਰਹੀ ਹੈ ਤੇ ਵਾਪਸ ਲੌਟ ਆਣਾ ਸਮਝਦਾਰੀ ਹੁੰਦੀ। ਸੋ ਸਿੱਖ ਕੋਧਰਾ ਜਿਹੜਾ ਹੈ ਸਿੱਖੀ ਵਿੱਚ ਖੁਸ਼ਹਾਲੀ ਦਾ ਪ੍ਰਤੀਕ ਹੈ, ਔਰ ਮਲਕ ਭਾਗੋ ਅਮੀਰੀ ਦਾ ਪ੍ਰਤੀਕ ਹੈ। ਉਹ ਖੁਸ਼ਹਾਲ ਨਹੀਂ, ਅੰਦਰੋਂ ਸੜਿਆ ਹੋਇਆ ਬੰਦਾ। ਠੱਗੀ ਦਾ ਪ੍ਰਤੀਕ ਆਪਾਂ ਕਹਿ ਸਕਦੇ ਹਾਂ, ਜਿਹਨੂੰ ਹਾਂਜੀ ਬਾਣੀ ਨੇ ਹੰਸ ਹੰਸਾਂ ਬੱਗ ਬੱਗਾ ਲਹੇ ਮਨ ਕੀ ਜਾਲਾ, ਵੀ ਜਿਹੜਾ ਬੱਗਾਂ 'ਚ ਬੱਗ ਹੈ, ਠੱਗਾਂ 'ਚ ਵੀ ਠੱਗ ਜਿਹੜਾ ਵਾ ਉਹਨੂੰ ਵੱਡਾ ਹੰਸ ਬਣਾ ਦਿੰਦੀ ਹੈ ਗੁਰੂ ਦੀ ਮੱਤ। ਸ਼ਬਦ ਰਤੈ ਵੱਡ ਹੰਸ ਹੈ, ਵੀ ਜਿਹੜਾ ਉਸ ਸ਼ਬਦ 'ਚ ਰਤਿਆ ਜਾਂਦਾ ਹੈ ਉਹ ਵੱਡ ਹੰਸ ਬਣ ਜਾਂਦਾ ਹੈ। ਸੱਚ ਨਾਮ ਉਰਦਾਰ, ਭਾਵ ਇੱਕ ਸਚਿਆਰ ਮਨੁੱਖ ਦੀ ਨਿਸ਼ਾਨੀ ਹੰਸ ਬਿਰਤੀ। ਤੁਸੀਂ ਇੱਕ ਬਾਣੀ ਦਾ ਕੋਟੇਸ਼ਨ ਦਿੱਤੀ ਹੈ ਜਿਹੜੀ ਕੋਧਰੇ ਦੇ ਸੰਬੰਧ ਵਿੱਚ। ਮੈਂ ਸਿਰਫ ਤੁਹਾਨੂੰ ਮੈਂ ਪੁੱਛਣਾ ਚਾਹੁੰਦਾ ਵੀ ਤੁਸੀਂ ਕਿਸ ਸੰਦਰਭ ਦੇ ਵਿੱਚ ਉਸ ਕੋਟੇਸ਼ਨ ਨੂੰ ਲਿਆ ਹੈ। ਹਾਂਜੀ, ਹੰਸ ਉਡਰ ਕੋਧਰੇ ਗਿਆ, ਲੋਕ ਵਿਡਾਰਨ ਜਾਏ, ਗਹਿਲਾ ਲੋਕ ਨਾ ਜਾਣਦਾ, ਹੰਸ ਨਾ ਕੋਧਰਾ ਖਾਏ। ਇਹ 65ਵਾਂ ਸ਼ਲੋਕ ਬਾਬੇ ਫਰੀਦ ਦਾ, ਸ਼ੇਖ ਫਰੀਦ ਜੀ ਦਾ। ਹਾਂਜੀ, ਵੀ ਇਹ ਵਿਚਾਰੇ ਲੋਕ ਜਾਣਦੇ ਨਹੀਂ ਵੀ ਹੰਸ ਤੇ ਕੋਧਰਾ ਖਾਂਦਾ ਹੀ ਨਹੀਂ। ਹੁਣ ਗੁਰਸਿੱਖ ਹੈ ਹੰਸ, ਜੇ ਹੰਸ ਕੋਧਰਾ ਨਹੀਂ ਖਾਂਦਾ ਤੇ ਇਸ ਹੰਸ ਨੂੰ ਅਸੀਂ ਕੋਧਰਾ ਖਵਾਉਣਾ ਵਾ, ਉਹਦੇ ਵਾਸਤੇ ਜਿਹੜਾ ਵਾ ਇਹਨੂੰ ਕਿਵੇਂ ਲੈਂਦੇ ਜੇ ਤੁਸੀਂ? ਕਿਉਂਕਿ ਤੁਸੀਂ ਬਾਣੀ ਦਾ ਸ਼ਬਦ ਕੋਟ ਕੀਤਾ, ਕਿਸੇ ਵੇਲੇ ਅਸੀਂ ਚੇਤ ਰੂਪ 'ਚ ਕੋਟ ਕਰ ਜਾਂਦੇ ਹਾਂ, ਉਹਦੇ ਭਾਵ ਨਾ ਪਤਾ ਹੋਣ ਕਰਕੇ ਕਿਵੇਂ ਇਹਨੂੰ ਲੈਂਦੇ ਜੇ ਇਸ ਸ਼ਬਦ ਨੂੰ? ਜੀ ਹਾਂਜੀ, ਦੇਖੋ ਮੈਂ ਜਿਹੜਾ ਇੱਥੇ ਰੈਫਰੈਂਸ ਲੈ ਕੇ ਆਇਆ ਸੀ, ਮੇਰਾ ਬੜਾ ਸਿੰਪਲ ਸੀ, ਇਹ ਐਸਟੈਬਲਿਸ਼ ਕਰਨਾ ਕਿ ਉਸ ਸਮੇਂ ਕੋਧਰਾ ਜਿਹੜਾ ਹੈ ਉਹ ਮੌਜੂਦ ਸੀ ਸਾਡੇ ਸਮਾਜ ਦੇ ਵਿੱਚ। ਮੈਂ ਇਸ ਲਈ ਇਸ ਰੈਫਰੈਂਸ ਨੂੰ ਲਿਆ। ਇਹਦੇ ਜਿਹੜੇ ਅਰਥ ਇਹ ਨੇ ਕਿ ਜਿਹੜੇ ਹੰਸ, ਇੱਥੇ ਕੋਧਰਾ ਦਾ ਮਤਲਬ ਕੋਧਰਾ ਸਿਰਫ ਨਹੀਂ ਹੈ, ਇੱਥੇ ਕੋਧਰਾ ਦਾ ਮਤਲਬ ਅਨਾਜ ਹੈ। ਗੁਰਬਾਣੀ ਦੇ ਵਿੱਚ ਇੱਥੇ ਕੋਧਰਾ ਦਾ ਮਤਲਬ ਅਨਾਜ ਹੈ। ਬਲ ਆਇਆ ਕੋਧਰੇ ਦੇ ਰੂਪ 'ਚ ਹੈ ਨਾ ਅਨਾਜ। ਜਦੋਂ ਅਸੀਂ ਵੇਖਦੇ ਹਾਂ ਵੀ ਆਇਆ ਕੋਧਰਾ ਸ਼ਬਦ ਯੂਜ਼, ਹਾਂਜੀ ਕੋਧਰਾ ਸ਼ਬਦ ਯੂਜ਼ ਕੀਤਾ ਗਿਆ, ਆਇਆ ਅਨਾਜ ਹੈ। ਤੇ ਇਹਦਾ ਮਤਲਬ ਇਹ ਬਿਲਕੁਲ ਸਿੰਪਲ ਜਿਹਾ ਹੈ ਕਿ ਜਿਹੜੇ ਹੰਸ ਬਿਰਤੀ ਦੇ ਲੋਕ ਨੇ, ਅਗਰ ਉਹ ਕਿਤੇ ਮਾਇਆਧਾਰੀ ਦੇ ਕੋਲ ਬੈਠੇ ਵੀ ਨੇ, ਜਾਂ ਉਹ ਕਿਤੇ ਐਸੇ ਲੋਕਾਂ ਦੇ ਅੰਦਰ ਬੈਠੇ ਵੀ ਨੇ ਜਿਹੜੇ ਮਾਇਆਧਾਰੀ ਦਿਸਦੇ ਹੈ, ਤੇ ਬਿਲਕੁਲ ਇਹ ਸ਼ੰਕਾ ਨਹੀਂ ਕਰਨਾ ਚਾਹੀਦਾ ਕਿ ਉਹ ਮਾਇਆ ਵਾਸਤੇ ਹੀ ਉਹਨਾਂ ਦੇ ਕੋਲ ਬੈਠੇ ਹੋਏ ਹੈ। ਜਿਹੜੇ ਹੰਸ ਬਿਰਤੀ ਦੇ ਲੋਕ ਨੇ ਉਹਨਾਂ ਦਾ ਮਾਇਆ ਦੇ ਨਾਲ ਕੋਈ ਬਹੁਤ ਜ਼ਿਆਦਾ ਲੈਣ ਦੇਣ ਨਹੀਂ ਹੁੰਦਾ। ਚਲੋ ਅਸੀਂ ਮੰਨ ਲੈਂਦੇ ਤੁਹਾਡੇ ਪ੍ਰੋਸਪੈਕਟਿਵ ਤੋਂ, ਤੁਹਾਡੇ ਪ੍ਰਪੇਖ ਤੋਂ ਇਸ ਗੱਲ ਨੂੰ, ਪਰ ਜਦੋਂ ਅਸੀਂ ਸ਼ਬਦ ਕੋਟ ਕਰਦੇ ਹਾਂ ਉਹਦੇ ਸਾਰੇ ਭਾਵ, ਉਹਦਾ ਸ਼ਬਦ ਮੂਲ ਤੇ ਉਹਦੇ ਸ਼ਬਦਾਰਥ ਪਹਿਲੂ, ਉਹਦਾ ਜੋ ਸਸ਼ਤਾਰਥ ਪਹਿਲੂ ਵੇਖਣਾ ਪੈਣਾ ਸਾਨੂੰ ਵੀ ਕਿਸ ਪਹਿਲੂ ਤੋਂ ਜਿਹੜਾ ਸ਼ੇਖ ਫਰੀਦ ਜੀ ਨੇ ਉਹ ਸ਼ਬਦ ਨੂੰ ਲਿਆ। ਪਰ ਇੱਕ ਗੱਲ ਐਸਟੈਬਲਿਸ਼ ਹੁੰਦੀ ਹੈ ਵੀ ਕੋਧਰਾ ਜੋ ਕਿ ਮੌਜੂਦ ਸੀ ਉਸ ਟਾਈਮ ਤੇ, ਭਾਈ ਲਾਲੋ ਦੀ ਜੇ ਅਸੀਂ ਗੱਲ ਕਰਦੇ ਹਾਂ, ਉਹ ਸਾਨੂੰ ਰੈਫਰੈਂਸ ਮਿਲਦੀ ਹੈ ਵੀ ਕਿਵੇਂ ਕੋਧਰੇ ਦੀ ਰੋਟੀ ਗੁਰੂ ਨਾਨਕ ਸਾਹਿਬ ਨੇ ਐਕਸੈਪਟ ਕੀਤੀ, ਤੇ ਕੋਧਰਾ ਕਿਉਂ ਜਿਹੜਾ ਵਾ ਇਤਿਹਾਸਕ ਤੌਰ ਤੇ ਸਾਡੇ ਵਾਸਤੇ ਜਿਹੜਾ ਵਾ ਇੰਪੋਰਟੈਂਸ ਰੱਖਦਾ ਹੈ। ਸਰਦਾਰ ਅਮਰਪਾਲ ਸਿੰਘ ਜੀ, ਤੁਹਾਨੂੰ ਲਾਸਟ ਤੇ ਤੁਸੀਂ ਕੁਝ ਕਹਿਣਾ ਚਾਹੁੰਦੇ ਹੋ? ਕਿਉਂਕਿ ਸਾਡਾ ਪ੍ਰੋਗਰਾਮ ਦਾ ਸਮਾਂ ਹੋ ਗਿਆ, ਮੈਂ ਹੁਣ ਕਾਲਸ ਖੋਲ੍ਹ ਦੇਣੀਆਂ ਨੇ ਅੱਧਾ ਘੰਟਾ, ਇਸ ਤੋਂ ਬਾਅਦ ਅਸੀਂ ਕਾਲਸ ਲੈਂਦੇ ਹੁੰਦੇ ਹਾਂ। ਤੇ ਲਾਸਟ ਤੇ ਤੁਸੀਂ ਕੀ ਕਹਿਣਾ ਚਾਹੁੰਦੇ ਜੇ ਸਾਰੇ ਪ੍ਰੋਗਰਾਮ ਨੂੰ? ਜੇ ਤੁਸੀਂ ਸਮਰਾਈਜ਼ ਕਰਨਾ ਹੋਵੇ, ਸੰਗਤ ਨੂੰ ਮੈਸੇਜ ਦੇਣਾ ਹੋਵੇ, ਤੇ ਕੀ ਕਹਿਣਾ ਚਾਹੋਗੇ ਲਾਸਟ ਤੇ? ਜੀ ਹਾਂਜੀ, ਲਾਸਟ ਵਿੱਚ ਮੈਂ ਇਹ ਕਹਿਣਾ ਚਾਹੁੰਦਾ ਕਿ ਸਾਡੇ ਪੁਰਾਤਨ ਬਜ਼ੁਰਗਾਂ ਨੇ ਬੜੀ ਸੋਹਣੀ ਇੱਕ ਕਹਾਵਤ ਜਿਹੜੀ ਸੁਣਦੇ ਆ ਆਪਾਂ ਬਚਪਨ ਤੋਂ, ਉੱਤਮ ਖੇਤੀ ਮੱਧਮ ਵਪਾਰ ਨਿਖਿਧ ਚਾਕਰੀ। ਤੇ ਖੇਤੀ ਤਾਂ ਬੜਾ ਇੱਕ ਉੱਤਮ ਚੀਜ਼ ਮੰਨੀ ਜਾਂਦੀ ਸੀ, ਤੇ ਸਾਰਾ ਪਿੰਡ ਖੁਸ਼ਹਾਲ ਹੁੰਦਾ ਸੀ, ਤੇ ਉਹ ਖੇਤਾਂ ਜਾ ਕੇ ਲੱਸੀ ਵੀ ਲੈਂਦਾ ਸੀ, ਅਨਾਜ ਵੀ ਲੈਂਦਾ ਸੀ, ਪੱਠੇ ਵੀ ਲੈਂਦਾ ਸੀ, ਤੇ ਬੜਾ ਇੱਕ ਸਮਰਿੱਧ ਪਰਿਵਾਰ ਮੰਨਿਆ ਜਾਂਦਾ ਸੀ ਜਿਹੜਾ ਖੇਤੀ ਕਰਦਾ ਹੈ। ਅੱਜ ਅਸੀਂ ਖੇਤੀ ਨੂੰ ਨਿਖਿਧ ਮੰਨ ਲਿਆ ਹੈ, ਹੱਥੀਂ ਕੰਮ ਨੂੰ ਨਿਖਿਧ ਮੰਨ ਲਿਆ ਹੈ। ਇਹ ਸਾਡੀ ਪੜ੍ਹਾਈਆਂ ਕਰਾ ਕੇ ਸਾਡਾ ਹੀ ਕਸੂਰ ਹੈ ਕਿ ਅਸੀਂ ਪੜ੍ਹ ਲਿਖ ਕੇ ਬੇਰੁਜ਼ਗਾਰੀ ਪੈਦਾ ਕਰਨ ਦੇ ਆ। ਤੇ ਕਿਉਂਕਿ ਜਿਹੜੇ ਪੂੰਜੀਵਾਦ
ਜੀ ਹੋਇਆ ਜਿਹੜਾ ਕੰਪੀਟੀਸ਼ਨ ਦਾ ਸਮਾਜ ਹੈ। ਲੇਕਿਨ ਜਿਹੜਾ ਗੁਰੂ ਨਾਨਕ ਦੇ ਘਰ ਦੀ ਜਿਹੜੀ ਸੋਚ ਹੈਗੀ ਹੈ ਉਹ ਕੋਆਪਰੇਟਿਵ ਸੋਚ ਹੈ, ਭਲਾ ਕਰਨ ਦੀ ਸੋਚ ਹੈ, ਵਾਰਨੇ ਬਲਿਹਾਰਨੇ ਜਾਣੇ ਵਾਲੀ ਸੋਚ ਹੈ। ਇੱਥੇ ਸਭੇ ਸਾਂਝੀਵਾਦ ਦੀ ਸੋਚ ਹੈਗੀ ਹੈ, ਸਾਰਿਆਂ ਦਾ ਭਲਾ ਹੈਗਾ। ਮੇਰੇ ਕਿਸੇ ਵੀ ਕੰਮ ਚੋਂ ਨਾ ਕੁਦਰਤ ਦਾ ਨੁਕਸਾਨ ਹੋਏ ਨਾ ਮਨੁੱਖਤਾ ਦਾ ਨੁਕਸਾਨ ਹੋਏ। ਕਾਲ ਖਾਏ ਕਿ ਛੱਤੋਂ ਦੇ ਨਾਨਕ ਰਾਹ ਪਛਾਣੇ ਸੇ। ਜੀ ਅੱਜ ਕੋਈ ਵੀ ਬੱਚਾ, ਚਾਹੇ ਉਹ ਮੇਰੇ ਬੱਚੇ ਨੇ, ਕੋਈ ਵੀ ਬੱਚਾ ਹੱਥੀਂ ਕਿਰਤ ਨਹੀਂ ਕਰਨਾ ਚਾਹੁੰਦਾ। ਕਿਉਂ? ਕਿਉਂਕਿ ਪੂਰੀ ਸਮਾਜ ਵਿੱਚ ਸਾਰੇ ਹੀ ਸਾਇੰਸਦਾਨ, ਸਾਰੇ ਹੀ ਸਕਾਲਰਸ ਇਹ ਕਹਿੰਦੇ ਪਏ ਨੇ ਕਿ ਪੜ੍ਹੋ ਲਿਖੋ ਤੇ ਨੌਕਰੀ ਕਰੋ। ਮਤਲਬ ਜੌਬ ਦਾ ਫੁੱਲ ਫਾਰਮ ਹੀ ਜਦ ਪਤਾ ਲੱਗਿਆ ਕਿ ਜੌਬ ਦਾ ਫੁੱਲ ਫਾਰਮ ਕੀ ਹੈ, ਜਸਟ ਓਬੇ ਬੌਸ। If you say yes sir, he will say okay sir. If you say no sir, he will say go sir. So ਜ਼ਮੀਰ ਮਾਰ ਕੇ ਤੁਹਾਨੂੰ ਨੌਕਰੀ ਕਰਨੀ ਪਏਗੀ। ਲੇਕਿਨ ਜਿਹੜੀ ਖੇਤੀ ਹੈ ਜਾਂ ਖੇਤੀ ਮਤਲਬ ਹੱਥੀਂ ਕੰਮ ਹੈ, ਉਹਦੇ ਵਿੱਚ ਸਵਾਦ ਹੀ ਵੱਖਰਾ ਹੈ। ਇੱਕ ਪੈਂਚਰ ਲਗਾਉਣ ਵਾਲਾ ਵੀਰ ਵੀ ਜਦ ਆਪਣੇ ਹੱਥੀਂ ਪੈਂਚਰ ਲਗਾਉਂਦਾ ਹੈ, ਉਹਨੂੰ ਸਵਾਦ ਆਉਂਦਾ ਹੈ ਕਿ ਮੈਂ 10 ਰੁਪਏ ਲਿੱਤੇ ਨੇ, ਸ਼ਾਮ ਤੱਕ ਮੇਰੀ ਦਿਹਾੜੀ ਪਈ ਹੈ ਤੇ ਮੈਂ ਖੁਸ਼ਹਾਲ ਹੈਗਾ ਵਾਂ। ਸੋ ਹੱਥੀਂ ਕੰਮ ਕਰਨ ਨੂੰ ਸਾਨੂੰ ਮੁੜ ਤੋਂ ਬਹਾਲ ਕਰਨਾ ਪਏਗਾ। ਤੇ ਇਸ ਜਿਹੜੀ ਸਮਾਰਟ ਵਰਕ ਵਾਲਾ ਜਿਹੜਾ ਅਸੀਂ ਬਾਜ਼ਾਰ ਬਣਾਇਆ ਹੋਇਆ ਹੈ ਕਿ ਪੈਸੇ ਕਮਾ ਕੇ ਸਿਰਫ ਸਮਾਰਟ ਵਰਕ ਕਰਨਾ ਹੈ ਤੇ ਸਿਰਫ ਟੋਪੀਆਂ ਘੁਮਾਣੀਆਂ, ਤੇ ਚਾਹੇ ਉਹ ਸ਼ੇਅਰ ਮਾਰਕੀਟ ਹੈ, ਚਾਹੇ ਉਹ ਟ੍ਰੇਡਿੰਗ ਹੈ, ਚਾਹੇ ਉਹ ਵਪਾਰ ਕਰਨਾ ਹੈਗਾ, ਚਾਹੇ ਉਹ ਪ੍ਰਾਪਰਟੀਆਂ ਨਾਲ ਪੈਸਾ ਕਮਾਉਣਾ ਹੈਗਾ, ਇਹ ਜਿਹੜੀ ਸੋਚ ਹੈਗੀ ਹੈ ਇਹ ਗੁਰੂ ਨਾਨਕ ਦੀ ਸੋਚ ਨਹੀਂ ਹੈਗੀ। ਧਰਮ ਦੀ ਕਿਰਤ ਕਰਨੀ ਹੈ, ਕਿਰਤ ਨਹੀਂ ਕਰਨੀ। ਕਿਰਤ ਤੇ ਧਰਮ ਦੀ ਕਿਰਤ ਵਿੱਚ ਫਰਕ ਹੈ। ਤੇ ਗੁਰੂ ਨਾਨਕ ਦੀ ਕਿਰਤ ਤਾਂ ਖੇਤੀ ਸੀ, ਭਾਵ ਹੱਥੀਂ ਕੰਮ ਸੀ। ਤੇ ਅੱਜ ਹੱਥੀਂ ਕੰਮ ਨੂੰ ਅਸੀਂ ਨਿਖਿੰਧ ਮੰਨਦੇ ਪਏ ਹਾਂ। ਜਿਹੜਾ ਵੀ ਬੰਦਾ ਹੱਥੀਂ ਕੰਮ ਕਰਦਾ ਹੈ ਉਹਨੂੰ ਕਹਿੰਦੇ ਆ ਕਿ ਇਹ ਨਾਕਾਮਯਾਬ ਹੈ, ਤੇ ਜਿਹੜਾ ਪੈਸੇ ਟੋਪੀ ਕਮਾ ਕੇ ਚੋਰੀਆਂ ਠੱਗੀਆਂ ਕਰਕੇ ਕਰਦਾ ਹੈ ਉਹਨੂੰ ਕਹਿੰਦੇ ਆ ਕਾਮਯਾਬ ਹੈ। ਸੋ ਸਾਨੂੰ ਉਸ ਮੁੜ ਬਹਾਲ ਆਪਣਾ ਜੀਵਨ ਦਾ ਪ੍ਰਮਾਣ ਦਿੰਦੇ ਹੋਏ ਸਾਨੂੰ ਇਹ ਚੀਜ਼ਾਂ ਨੂੰ ਕਰਨਾ ਪਏਗਾ। ਜੀ ਬਹੁਤ ਧੰਨਵਾਦ। ਮੇਰੇ ਨਾਲ ਇੱਕ ਕਾਲ ਹੈ, ਆਪਾਂ